The Harjeet Gill Show, only on Shere Punjab Radio, AM 600, your favorite news talk station. ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਨਿੱਘਾ ਹਾਰਦਿਕ ਸਵਾਗਤ ਹਰਜੀਤ ਗਿੱਲ ਸ਼ੋਅ ਦੇ ਵਿੱਚ। ਬੁੱਧਵਾਰ ਦਾ ਦਿਨ ਹੈ 30 ਸਤੰਬਰ ਵਰ੍ਹਾ 2020 ਦਾ ਤੇ 16 ਅਸੂਨ ਨਾਨਕ ਸੰਮਤ 552। ਮੇਰੇ ਤੋਂ ਪਹਿਲਾਂ ਡਾਕਟਰ ਪੁਰੇਵਾਲ ਨੂੰ ਤੁਸੀਂ ਸੁਣ ਰਹੇ ਸੋ। ਮੇਰੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸ਼ੋਅ ਦੇ ਵਿੱਚ 2 ਘੰਟੇ ਪਹਿਲੇ ਹਿੱਸੇ ਦੇ ਵਿੱਚ 9 ਤੋਂ 11 ਵਜੇ ਤੱਕ ਤੁਹਾਡਾ ਮੇਰਾ ਸਾਥ ਰਹੇਗਾ। ਪਹਿਲੇ ਹਿੱਸੇ ਦੇ ਵਿੱਚ ਪੰਜਾਬ ਦੀ ਗੱਲਬਾਤ ਕੀ ਚੱਲ ਰਹੀ ਹੈ, ਪੰਜਾਬ ਦਾ ਸੰਘਰਸ਼ ਕਿੱਧਰ ਨੂੰ ਜਾ ਰਿਹਾ, ਪੰਜਾਬ ਦੇ ਵਿੱਚ ਕੀ ਹੋਣ ਜਾ ਰਿਹਾ, ਕੀ ਹੋਵੇਗਾ। ਪੰਜਾਬ ਦੇ ਉਹਨਾਂ ਪਿੰਡਾਂ ਦੇ ਵਿੱਚ, ਪੰਜਾਬ ਦੀਆਂ ਉਹਨਾਂ ਸੱਥਾਂ ਦੇ ਵਿੱਚ ਜਦ ਵੀ ਤੁਸੀਂ ਫੋਨ ਕਰਦੇ ਹੋ ਗੱਲ ਇੱਕੋ ਹੀ ਚੱਲਦੀ ਹੈ। ਰਾਜਨੀਤੀ ਦਾ ਪਿਆਰ ਬਹੁਤ ਹੈ ਪੰਜਾਬੀਆਂ ਨੂੰ, ਪਰ ਹੁਣ ਜਿਹੜਾ ਇਸ ਸਮੇਂ ਗੱਲਬਾਤ ਉੱਥੇ ਚੱਲ ਰਹੀ ਹੈ ਉਹ ਇਹ ਹੈ ਕਿ ਵੱਡਾ ਇਸ਼ੂ ਹੈ, ਇਹ ਵੱਡੀ ਗੱਲ ਹੈ। ਉਹਦੇ ਵਿੱਚ ਕਿੱਧਰ ਨੂੰ ਪੰਜਾਬ ਜਾਏਗਾ, ਕੀ ਹੋਏਗਾ, ਇਸ ਸੰਘਰਸ਼ ਦੇ ਵਿੱਚ ਕੀ ਗੱਲਬਾਤ ਹੋਏਗੀ, ਇਸ ਦੀ ਗੱਲਬਾਤ ਹੋਏਗੀ। ਦੂਸਰੇ ਹਿੱਸੇ ਦੇ ਵਿੱਚ ਛੋਟੀਆਂ ਛੋਟੀਆਂ ਸੈਗਮੈਂਟਸ 3 ਹੋਣਗੀਆਂ, ਜਿਹਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਰਾਸ਼ਟਰਪਤੀ ਦੀ ਡਿਬੇਟ ਜਿਹੜੀ ਹੈ ਹੋਈ, ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਆ, ਉਹਦੀ ਡਿਬੇਟ ਹੈ, ਡਾਕਟਰ ਪੁਰੇਵਾਲ ਦੱਸ ਕੇ ਗਏ ਨੇ। ਉਸ 'ਤੇ ਥੋੜ੍ਹੀ ਜਿਹੀ ਪੰਛੀ ਝਾਤ ਹੋਰ ਮਾਰਾਂਗੇ। ਉਸ ਤੋਂ ਬਾਅਦ ਮੱਧ ਪੂਰਬ ਦੀ ਰਾਜਨੀਤੀ ਕੀ ਹੈ, ਮਿਡਲ ਈਸਟ 'ਚ ਕੀ ਹੋ ਰਿਹਾ, ਮੈਡੀਟਰੇਨੀਅਨ ਸੀ ਦੇ ਆਲੇ ਦੁਆਲੇ, ਭੂ-ਮੱਧ ਸਾਗਰ ਦੇ ਆਲੇ ਦੁਆਲੇ, ਲਾਲ ਸਾਗਰ ਦੇ ਆਲੇ ਦੁਆਲੇ, ਅਤੇ ਉਸ ਤੋਂ ਬਾਅਦ ਅਰਬ ਦੀ ਖਾੜੀ ਦੇ ਆਲੇ ਦੁਆਲੇ, ਇਹਨਾਂ ਵਸੇ ਦੇਸ਼ਾਂ 'ਚ ਕੀ ਹੋ ਰਿਹਾ ਅੱਜ ਕੱਲ੍ਹ, ਕਿਉਂ ਲੋਕ ਉੱਧਰ ਨੂੰ ਝਾਕਦੇ ਆ। ਅਤੇ ਫਿਰ ਲੋਕਲ ਰਾਜਨੀਤੀ ਦੀ ਗੱਲਬਾਤ ਹੋਏਗੀ। ਲੋਕਲ ਜਿਹੜੀ ਸਾਡੀ ਵੋਟਾਂ ਦੇ ਵਿੱਚ ਜਿਹੜੀ ਹੈ ਕੀ ਕਹਾਣੀ ਚੱਲ ਰਹੀ ਹੈ, ਵੋਟਾਂ ਕਿੱਧਰ ਨੂੰ ਜਾਣਗੀਆਂ, ਕੀ ਹੋਏਗਾ। ਪਹਿਲੇ ਹਿੱਸੇ ਦੀ ਗੱਲ ਕਰਨ ਲਈ ਪੰਜਾਬ ਤੋਂ ਸਰਦਾਰ ਨਵਕਿਨ ਸਿੰਘ ਪੱਤੀ ਬਰਨਾਲਿਓਂ ਮੇਰੇ ਨਾਲ ਨੇ। ਨਵਕਿਨ ਸਿੰਘ ਪੱਤੀ ਉਹਨਾਂ ਨਾਲ ਇੱਕ ਉਹ ਫਰੀਲੈਂਸਰ ਜਰਨਲਿਸਟ ਨੇ, ਬਰਨਾਲੇ ਬੇਸਡ ਨੇ। ਉਹਨਾਂ ਨਾਲ ਪੰਜਾਬ ਦੀ ਸਾਂਝ ਪਾਵਾਂਗੇ। ਤੁਸੀਂ ਉਹਨਾਂ ਨੂੰ ਲੋਕ ਸੱਥ 'ਤੇ ਵੀ ਸੁਣਿਆ, ਡੂੰਘੀ ਪਕੜ ਹੈ, ਅਤੇ ਉਹਨਾਂ ਤੋਂ ਉਹਨਾਂ ਦੇ ਬਾਰੇ ਤੁਹਾਨੂੰ ਇੰਟਰੋਡਿਊਸ ਪਹਿਲਾਂ ਕਰਾਵਾਂਗਾ, ਉਹਨਾਂ ਦੀ ਪੜ੍ਹਾਈ ਦੇ ਬਾਰੇ, ਅਤੇ ਫਿਰ ਅੱਗੇ ਗੱਲਬਾਤ ਚੱਲੇਗੀ। ਸਰ ਨਵਕਿਨ ਸਿੰਘ ਪੱਤੀ ਜੀ, ਸ਼ੇਰੇ ਪੰਜਾਬ ਰੇਡੀਓ 'ਤੇ ਤੁਹਾਡਾ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਨਵਕਿਨ ਜੀ, ਨਵਕਿਨ ਸਿੰਘ ਤੁਸੀਂ ਸੁਣ ਰਹੇ ਹੋ ਮੇਰੀ ਆਵਾਜ਼? ਜੀ ਗਿੱਲ ਸਾਹਿਬ। ਹਾਂਜੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਜੇ ਸੁਣਨ ਵਾਲਿਆਂ ਨੂੰ ਦੱਸ ਸਕੋ, ਆਪਣੀ ਪੜ੍ਹਾਈ ਦੇ ਬਾਰੇ, ਆਪਣੇ ਪਿੰਡ ਦੇ ਬਾਰੇ, ਪੰਜਾਬ 'ਚ ਬਰਨਾਲੇ ਦੇ ਨੇੜੇ ਕਿੱਥੇ ਰਹੇ ਨੇ, ਉਹ ਥੋੜ੍ਹਾ ਜਿਹੀ ਆਪਣੀ ਜੇ ਸਾਂਝ ਪਾ ਸਕੋ। ਜੀ ਗਿੱਲ ਸਾਹਿਬ ਮੇਰਾ ਪਿੰਡ ਹੈ ਪੱਤੀ ਸੇਖਵਾਂ, ਬਰਨਾਲੇ ਦੇ ਬਿਲਕੁਲ ਵਿੱਚ ਹੀ ਹੈ, 4 ਕਿਲੋਮੀਟਰ ਬਰਨਾਲੇ ਸ਼ਹਿਰ ਤੇ ਧੁੰਨੀ 'ਚ ਵੱਸਦਾ ਪਿੰਡ ਹੈ। ਔਰ ਗਿੱਲ ਸਾਹਿਬ ਮੈਂ ਸਾਇੰਸ ਫੀਲਡ ਦੇ ਵਿੱਚ ਪਹਿਲਾਂ ਸੀਗਾ, ਮੈਂ BSc ਨੌਨ ਮੈਡੀਕਲ, B.Ed, MSc ਮੈਥ ਕੀਤੀ। ਉਸ ਤੋਂ ਬਾਅਦ ਮੈਨੂੰ ਇੰਟਰਸਟ ਆ ਜਿਹੜਾ ਉਹ ਜਰਨਲਿਜ਼ਮ ਵਾਲੇ ਖੇਤਰ ਦੇ ਵਿੱਚ ਹੋਇਆ, ਤਾਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਕੀਤੀ। ਉਸ ਤੋਂ ਬਾਅਦ ਮੈਂ ਕੁਛ ਅਦਾਰਿਆਂ ਦੇ ਵਿੱਚ ਗਿੱਲ ਸਾਹਿਬ ਕੰਮ ਕੀਤਾ। ਸਭ ਤੋਂ ਪਹਿਲਾਂ ਮੈਂ ਜਿਹੜੀ ਸ਼ੁਰੂਆਤ ਕੀਤੀ ਸੀ ਉਹ ਥਾਮਸਨ ਰਿਊਟਰਜ਼ ਤੋਂ ਕੀਤੀ ਸੀ, ਰਾਈਟਰਜ਼ ਜਿਹੜੀ ਫੇਮਸ ਏਜੰਸੀ ਹੈ, ਉਹਦੇ ਵਿੱਚ ਮੈਂ 2 ਸਾਲ ਕੰਮ ਕੀਤਾ। ਉਸ ਤੋਂ ਬਾਅਦ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਚਲਿਆ ਗਿਆ। ਉੱਥੇ ਮੈਂ ਇਕਨੋਮਿਕਸ ਡਿਪਾਰਟਮੈਂਟ ਦੇ ਵਿੱਚ ਜਰਨਲਿਜ਼ਮ ਦਾ ਫੀਲਡ ਹੈ, ਡਾਟਾ ਕਲੈਕਸ਼ਨ ਅਸਿਸਟੈਂਟ ਦੇ ਤੌਰ ਦੇ ਉੱਤੇ ਪੰਜਾਬ 'ਚ ਕੰਮ ਕੀਤਾ 3-4 ਸਾਲ। ਗਿੱਲ ਸਾਹਿਬ ਜਿਹੜਾ ਫਾਰਮਰ ਸੂਸਾਈਡ ਵਾਲਾ ਡਾਟਾ ਇਕੱਠਾ ਕੀਤਾ ਗਿਆ ਪੰਜਾਬ ਦੀਆਂ 3 ਯੂਨੀਵਰਸਿਟੀਆਂ ਵੱਲੋਂ ਕੀਤਾ ਗਿਆ, ਜਿਹਦੇ 'ਚ ਐਗਰੀਕਲਚਰ ਯੂਨੀਵਰਸਿਟੀ ਨੇ ਅਹਿਮ ਰੋਲ ਅਦਾ ਕੀਤਾ।
ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਕੀ ਉਹਦੇ ਸੋਸ਼ਲ ਇਕਨੋਮਿਕ ਕਾਰਨ ਰਹੇ, ਕਿੱਥੇ ਕਿੱਥੇ ਕੀ ਕੀ ਮਸਲੇ ਉੱਠੇ, ਉਹ ਤਮਾਮ ਜਿਹੜੇ ਪੰਜਾਬ ਦੇ ਪਿੰਡ, ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾਕਟਰ ਸੁਖਪਾਲ ਸਿੰਘ ਜਿਹੜੇ ਇਕਨੋਮਿਕਸ ਡਿਪਾਰਟਮੈਂਟ ਦੇ ਉਦੋਂ ਹੈੱਡ ਸੀ, ਉਹਨਾਂ ਦੇ ਨਾਲ ਜਿਹੜੇ ਉਹ ਗਾਹੇ। ਤੇ ਉਸ ਤੋਂ ਬਾਅਦ ਮੈਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਕੁਛ ਸਮਾਂ ਕੰਮ ਆ ਜਿਹੜਾ ਉਹ ਕੀਤਾ। ਸੋ ਵੱਖ-ਵੱਖ ਕੈਨੇਡਾ ਦੇ ਵੀ ਮੈਂ 1-2 ਰੇਡੀਓ ਦੇ ਉੱਤੇ ਕਈ ਸਾਲ ਕੰਮ ਆ ਜਿਹੜਾ ਉਹ ਕੀਤਾ ਹੈਗਾ। ਜੀ ਗਿੱਲ ਸਾਹਿਬ, ਧੰਨਵਾਦ ਬਹੁਤ ਆਪਣੇ ਬਾਰੇ ਦੱਸਣ ਲਈ। ਸ਼ੇਰੇ ਪੰਜਾਬ ਰੇਡੀਓ ਤੇ ਹਾਲੇ ਕੁਝ ਦਿਨ ਪਹਿਲਾਂ ਹੀ 28 ਤਰੀਕ ਨੂੰ ਇਹ ਸ਼ੁਰੂ ਹੋਇਆ। ਤੁਸੀਂ ਪਲੇਠੇ ਮੇਰੇ ਮਹਿਮਾਨ ਹੋ ਪੰਜਾਬ ਤੋਂ, ਤੇ ਮੈਨੂੰ ਮਾਣ ਹੈ ਤੁਹਾਡੀ ਬੇਬਾਕ ਪੱਤਰਕਾਰੀ ਦੇ ਬਾਰੇ। ਅੱਛਾ, ਹੁਣ ਪੰਜਾਬ ਦਾ ਇਹ ਸੰਘਰਸ਼ ਆ ਜਿਹੜਾ, ਇਹ ਪੰਜਾਬ ਦੇ ਉਜਾੜੇ ਦੀ ਦਾਸਤਾਨ ਜਿਹੜੀ ਸ਼ੁਰੂ ਹੋਈ ਹੈ, ਅਡਾਨੀਆਂ ਤੇ ਅੰਬਾਨੀਆਂ ਨੂੰ ਪੰਜਾਬ ਨੂੰ ਸਪੁਰਦ ਕਰਨ ਦੀ ਜਿਹੜੀ ਗੱਲ ਚੱਲੀ ਹੈ, ਉਹਦਾ ਜੇ ਮੈਂ ਨਿੱਜੀ ਤੌਰ ਤੇ ਵੇਖਦਾ, ਪਹਿਲਾਂ ਵੀ ਸੰਘਰਸ਼ ਹੋਏ ਨੇ, ਬਿੱਲ ਨਹੀਂ ਦੇਣੇ, ਆਹ ਨਹੀਂ ਦੇਣੇ, ਉਹ ਨਹੀਂ ਦੇਣੇ, ਯੂਨੀਅਨਾਂ, ਕਿਸਾਨ ਯੂਨੀਅਨਾਂ ਰੁਲ ਜਾਂਦੀਆਂ। ਪਰ ਇਸ ਵਾਰ ਦਾ ਜਿਹੜਾ ਸੰਘਰਸ਼ ਹੈ ਉਹ ਬੜਾ ਕਰੜਾ ਹੋ ਗਿਆ। ਤੁਸੀਂ ਕੀ ਸਮਝਦੇ ਹੋ? ਬਹੁਤ ਸੰਘਰਸ਼ ਤੁਸੀਂ ਵੀ ਨੇੜਿਓਂ ਵੇਖੇ, ਪੰਜਾਬ 'ਚ ਰਹਿੰਦੇ ਆ, ਮੈਂ ਵੀ ਵੇਖੇ। ਇਹ ਸੰਘਰਸ਼ ਇਸ ਵਾਰ ਪੂਰਾ ਕਾਇਮ ਹਾਲੇ ਤੱਕ ਜਿਹੜਾ ਖੜਾ ਹੈ, ਉਹਦੀ ਜੇ ਤੁਸੀਂ ਦੇਖੋਗੇ ਰੂਹ ਕੀ ਹੈ? ਗਿੱਲ ਸਾਹਿਬ ਦੇਖੋ, ਪੰਜਾਬ ਇਸ ਵਕਤ ਆ ਜਿਹੜਾ ਉਹ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਸੁਲਗ ਰਿਹਾ ਹੈ। ਪੰਜਾਬ ਕੋਲੇ 2 ਹੀ ਰਾਹ ਨੇ ਗਿੱਲ ਸਾਹਿਬ ਇਸ ਵਕਤ। ਇੱਕ ਤਾਂ ਪੰਜਾਬ ਉਸ ਹਾਲਤ ਦੇ ਉੱਤੇ ਖੜਾ ਹੈ ਜਿੱਥੇ ਪੰਜਾਬੀ ਦੇ ਕਈ ਕਵੀ ਕਹਿੰਦੇ ਨੇ ਕਿ ਪਿੱਛੇ ਹਟਿਆਂ ਤਾਂ ਮੌਤ ਮਿਲੂ, ਅੱਗੇ ਵਧਿਆਂ ਹੀ ਮੰਜ਼ਿਲ ਹੈ। ਤੇ ਹੁਣ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਉਸ ਹਾਲਤ ਦੇ ਵਿੱਚ ਖੜਾ ਹੈ, ਜੇ ਤਾਂ ਉਹ ਅੱਗੇ ਵਧੂ, ਮਾਰੂ ਟੱਕਰ ਅੱਗੇ ਵਧ ਕੇ, ਫਿਰ ਤਾਂ ਉਹਦੇ ਕੋਲੇ ਮੰਜ਼ਿਲ ਹੈ, ਫਿਰ ਤਾਂ ਉਹਦੇ ਕੋਲੇ ਸਾਰਾ ਕੁਛ ਹੈ। ਜੇ ਉਹ ਪਿੱਛੇ ਮੁੜੂਗਾ ਤਾਂ ਉਹਦੇ ਕੋਲੇ ਮੌਤ ਤੋਂ ਸਿਵਾਏ ਹੋਰ ਕੁਛ ਨਹੀਂ। ਖੁਦਕੁਸ਼ੀਆਂ ਦੀ ਖੇਤੀ ਤੋਂ ਬਿਨਾਂ ਪੰਜਾਬ 'ਚ ਪਿਛਲੇ 10-20 ਸਾਲਾਂ 'ਚ ਕੁਛ ਨਹੀਂ ਉੱਗਿਆ। ਪੰਜਾਬ ਦੇ ਵਿੱਚ ਕਿਸਾਨ ਆ ਜਿਹੜਾ ਉਹ ਕਰਜ਼ੇ ਦੇ ਬੋਝ ਥੱਲੇ ਇੰਨਾ ਕੁ ਦਬ ਗਿਆ, ਸੋਸ਼ਲ ਇਕਨੋਮਿਕ ਪੋਲੀਟੀਕਲੀ ਉਹਨੂੰ ਇੰਨਾ ਲਾਸ ਹੋ ਗਿਆ ਕਿ ਕਿਸਾਨ ਉੱਠ ਨਹੀਂ ਸਕਿਆ। ਤਾਂ ਹੁਣ ਕਿਸਾਨ ਨੂੰ ਇਸ ਮੂਵਮੈਂਟ ਦੇ ਵਿੱਚੋਂ ਆਪਦਾ ਦਰਦ ਵੀ ਦਿਸਦਾ ਹੈ, ਇਸ ਮੂਵਮੈਂਟ ਦੇ ਵਿੱਚੋਂ ਉਹਨੂੰ ਬਦਲ ਵੀ ਦਿਸਦਾ ਹੈ, ਇਸ ਮੂਵਮੈਂਟ ਦੇ ਵਿੱਚੋਂ ਕਿਸਾਨ ਆ ਜਿਹੜਾ ਉਹਨੂੰ ਉਹਦੀ ਮੁਕਤੀ ਵੀ ਦਿਖਾਈ ਦਿੰਦੀ ਹੈ, ਜਿਹਦੇ ਕਰਕੇ ਇਹ ਮੂਵਮੈਂਟ ਆ ਜਿਹੜੀ ਉਹ ਸਿਰਫ ਬਜ਼ੁਰਗਾਂ ਤੱਕ ਸੀਮਿਤ ਨਹੀਂ ਰਹੀ। ਪਹਿਲਾਂ ਇਹ ਹੁੰਦਾ ਸੀ ਵੀ ਬਜ਼ੁਰਗ ਨੂੰ ਭੇਜ ਦਿੰਦੇ ਸੀ, ਬਾਪੂ ਚੱਲ ਧਰਨੇ ਤੇ, ਮੁੰਡੇ ਘਰੇ ਰਹਿੰਦੇ ਸੀ। ਹੁਣ ਕੀ ਹੈ, ਹੁਣ ਮੁੰਡਾ ਕਹਿੰਦਾ ਸਵੇਰੇ ਉੱਠ ਕੇ ਵੀ ਬਾਪੂ ਤਿਆਰ ਹੋ ਜਾ, ਆਪਾਂ ਧਰਨੇ ਦੇ ਉੱਤੇ ਚੱਲਣਾ, ਮੱਝਾਂ ਨੂੰ ਹੁਣੇ ਹੀ ਬੰਨ੍ਹ ਦਿੰਦੇ ਆ। 3 ਪੀੜ੍ਹੀਆਂ ਇੱਕੋ ਪਰਿਵਾਰ ਦੀਆਂ ਮੈਂ ਧਰਨਿਆਂ ਦੇ ਵਿੱਚ ਦੇਖ ਰਿਹਾ, ਬਾਪੂ ਵੀ ਬੈਠਾ, ਮੁੰਡਾ ਵੀ ਬੈਠਾ, ਪੋਤਾ ਵੀ ਬੈਠਾ, ਔਰ ਉੱਥੇ ਧੀਆਂ ਵੀ ਬੈਠੀਆਂ ਨੇ, ਮਾਵਾਂ ਵੀ ਬੈਠੀਆਂ ਨੇ, ਨੂੰਹਾਂ ਵੀ ਬੈਠੀਆਂ ਨੇ। ਔਰ ਪੰਜਾਬ ਦਾ ਜਿਹੜਾ ਕਿਸਾਨ ਕਿਸੇ ਸਮੇਂ ਗਿੱਲ ਸਾਹਿਬ ਸੰਗ ਵੀ ਮੰਨਦਾ ਸੀ, ਐਂ ਲੱਗਦਾ ਸੀਗਾ, ਆਮ ਹੀ ਕਹਿ ਦਿੱਤਾ ਜਾਂਦਾ ਸੀ। ਸੁਖਬੀਰ ਬਾਦਲ ਨੇ ਕਈ ਵਾਰ ਕਿਹਾ, ਕਹਿੰਦਾ ਵਿਹਲੜਾਂ ਦਾ ਕੰਮ ਹੈ ਧਰਨੇ ਲਾਉਣਾ, ਵਿਹਲੜ ਬਹਿ ਜਾਂਦੇ ਨੇ। ਜਾਂ ਜਿਹੜੀ ਪੰਜਾਬ ਦੀ ਧਨੀ ਕਿਸਾਨੀ ਹੈ 20-25 ਕਿੱਲਿਆਂ ਵਾਲੀ, ਉਹਨਾਂ ਨੂੰ ਲੱਗਦਾ ਸੀ ਇਹ ਮਲੰਗਾਂ ਦਾ ਕੰਮ ਹੈ। ਲੇਕਿਨ ਹੁਣ ਉਹਨਾਂ ਕਿਸਾਨਾਂ ਨੂੰ ਸਮਝ ਆ ਗਈ ਕਿ ਇਹ ਕੰਮ ਜਿਹੜਾ ਉਹ ਮਲੰਗਾਂ ਦਾ ਨਹੀਂ, ਇਹ ਅਣਖੀ ਲੋਕਾਂ ਦਾ ਕੰਮ ਹੈ, ਇਹ ਅਣਖ ਨਾਲ ਜਿਉਣ ਦਾ ਕੰਮ ਹੈ। ਸੰਘਰਸ਼ਾਂ ਦੇ ਮੈਦਾਨ 'ਚ ਸੜਕਾਂ ਦੇ ਉੱਤੇ ਬੈਠਣਾ, ਅਣਖ ਦੇ ਨਾਲ ਜੇ ਅਸੀਂ ਜਿਉਣਾ ਤਾਂ ਅਸੀਂ ਬੈਠ ਸਕਦੇ ਹਾਂ। ਸੋ ਇਸ ਕਰਕੇ ਜਿਹੜਾ ਕਿਸਾਨ ਸੰਘਰਸ਼ ਹੈ ਉਹ ਹੁਣ ਕੇਂਦਰ ਨੂੰ, ਜਿਹੜੀ ਪੰਜਾਬ ਦੀ ਲੜਾਈ ਬਣ ਚੁੱਕਿਆ ਹੈਗਾ। ਇਸੇ ਕਰਕੇ 'ਚ ਗਾਇਕ ਵੀ ਆ ਗਏ, ਇਹਦੇ 'ਚ ਬਾਲੀਵੁੱਡ ਦੇ ਸਿਤਾਰੇ ਵੀ ਆ ਗਏ, ਇਹਦੇ 'ਚ ਸਾਡੀਆਂ ਜਿੰਨੀਆਂ ਵੀ ਅਦਾਕਾਰਾਂ ਨੇ ਉਹ ਆ ਗਈਆਂ, ਡਾਕਟਰ ਆ ਗਏ, ਮਾਸਟਰ ਆ ਗਏ, ਜਿੰਨੇ ਮੁਲਾਜ਼ਮ ਨੇ ਉਹ ਆ ਗਏ, ਨੌਜਵਾਨ ਆ ਗਏ, ਬਜ਼ੁਰਗ ਆ ਗਏ। ਸੋ ਕੁੱਲ ਪੰਜਾਬ ਜਿਹੜਾ ਉਹ ਸੰਘਰਸ਼ਾਂ ਦੇ ਮੈਦਾਨ 'ਚ ਦਿਖਾਈ ਦਿੰਦਾ ਹੈ। 31 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਗਿੱਲ ਸਾਹਿਬ, ਔਰ ਇਹਨਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜੀ ਮੇਨਲੀ ਅਗਵਾਈ ਲੀਡਿੰਗ ਟੀਮ ਆ ਜਿਹੜੀ, ਉਹ ਬੜੀ ਪੜ੍ਹੀ ਲਿਖੀ ਟੀਮ ਆ, ਔਰ ਉਹਦੇ 'ਚ ਕੁਰਬਾਨੀਆਂ ਵਾਲੇ ਲੋਕ ਨੇ, ਸੰਘਰਸ਼ਾਂ ਦੇ ਮੈਦਾਨਾਂ 'ਚ ਉੱਠੇ ਹੋਏ ਲੋਕ ਨੇ, ਜਿਸ ਕਰਕੇ ਸਹੀ ਦਿਸ਼ਾ ਦੇ ਉੱਤੇ ਜਾਂਦਾ ਦਿਖਾਈ ਦੇ ਰਿਹਾ ਹੈ। ਜੀ ਅੱਛਾ ਨਵਕਿਰਨ, ਇੱਕ ਦੱਸਿਓ ਇਹਦੇ ਵਿੱਚ ਕਿ ਪਹਿਲੇ ਸੰਘਰਸ਼ ਵੀ ਕਿਸਾਨ ਯੂਨੀਅਨ ਦੇ ਚੱਲਦੇ ਰਹੇ, ਤੇ ਕਿਸਾਨ ਯੂਨੀਅਨ ਦੇ ਲਾਏ ਧਰਨਿਆਂ ਤੇ ਮਟਕੇ ਚੌਂਕ ਦੇ ਵਿੱਚ ਭਿੱਜ ਕੇ ਆਏ, ਤੇ ਪਾਣੀ ਦੀਆਂ ਛੱਲਾਂ ਨਾਲ ਪੋਟਾ ਜਦ ਦੁਖਣ ਲੱਗ ਗਿਆ, ਘਰ ਨੂੰ ਆਉਂਦੇ ਤੇ ਨੁੱਚੜੀਆਂ ਪੱਗਾਂ ਗਲ 'ਚ ਹਰੀਆਂ ਪੈਂਦੀਆਂ ਤੇ ਪਿਫਣਾ ਤੋਂ ਪਾਣੀ ਥੱਲੇ ਨੂੰ ਡਿੱਗਦਾ। ਉਸ ਸਮੇਂ ਆ ਕੇ ਜਦ ਗੱਲਾਂ ਹੁੰਦੀਆਂ, ਹੱਥ ਨੇ ਦੁੱਧ ਦੇ ਵਿੱਚ ਹਲਦੀ ਪਾ ਕੇ ਸਰਕਾਰ ਨਹੀਂ ਦਿੰਦੀ, ਤਾਂ ਕਹਿੰਦੀ ਕਾਹਨੂੰ ਜਾਣੇ ਹੋ, ਕੀ ਬਣਨਾ ਇੱਥੇ ਠੱਗ ਲਾਣਾ ਤੁਰਿਆ ਫਿਰਦਾ, ਇਹਨਾਂ ਨੇ ਤੁਹਾਡਾ ਕੀ ਹੋਣ ਦੇਣਾ। ਇਸ ਵਾਰ ਦਾ ਸੰਘਰਸ਼ ਜਿਹੜਾ ਉਹ ਰੂਹ ਤੋਂ ਕਿਵੇਂ ਚੱਲ ਗਿਆ? ਗੱਲ ਕੀ ਹੋ ਗਈ? ਗੱਲ ਇਹ ਹੋ ਗਈ ਵੀ ਬਿਲਕੁਲ ਡੁੱਬ ਗਏ ਤੇ ਮਰਨ ਮਾਰਨ ਵਾਲੀ ਗੱਲ ਆ ਗਈ, ਮਰਨ ਮਕਾਉਣ ਦੀ ਗੱਲ ਆ ਗਈ, ਇੱਥੇ ਆ ਕੇ ਗੱਲ ਖੜ ਗਈ, ਜਾਂ ਫਿਰ ਦੇਖ ਲਿਆ ਸਾਰਿਆਂ ਨੇ ਨੀਤਿਕ ਬੰਦਿਆਂ ਦੀ ਕਮਜ਼ੋਰੀ ਹੋ ਗਈ, ਗਾਇਕਾਂ ਦੀ, ਕਿਉਂਕਿ ਜੱਟਾਂ ਦੇ ਵਿਹੜਿਆਂ ਦੇ ਵਿੱਚ ਹੀ ਲੱਗਣੇ ਨੇ ਵੱਡੇ ਖਾੜੇ,
ਸੋ ਹੁਣ ਇਸ ਵਾਰ ਦਾ ਜਿਹੜਾ ਸੰਘਰਸ਼ ਆ ਇਸ ਨੂੰ ਅਲੱਗ ਤੁਸੀਂ ਕਿਵੇਂ ਵੇਖਦੇ ਹੋ ਇੱਕ ਪੱਤਰਕਾਰ ਦੀ ਨਿਗਾਹ ਦੇ ਨਾਲ? ਦੇਖੋ ਗਿੱਲ ਸਾਹਿਬ, ਇਸ ਦੁਨੀਆ ਦੇ ਵਿੱਚ ਜਿਹੜਾ ਵੀ ਵਿਅਕਤੀ ਪ੍ਰੋਡਕਟ ਬਣਾਉਂਦਾ ਹੈ ਉਹ ਉਹਦੀ ਕੀਮਤ ਖੁਦ ਤੈਅ ਕਰਦਾ ਹੈ। ਜੇ 에ਅਰਲਾਈਨਸ ਵਾਲੇ ਨੇ ਸਿਮ ਬਣਾ ਲਿਆ, ਉਹ ਸਿਮ ਕਿੰਨੇ ਦਾ ਉਹਨੇ ਵੇਚਣਾ ਇਹ ਅਬਾਨੀ ਤੈਅ ਕਰਨਗੇ। ਲੇਕਿਨ ਇਸ ਦੁਨੀਆ ਦੇ ਉੱਤੇ ਕਿਸਾਨ ਇੱਕੋ ਇੱਕ ਅਜਿਹਾ ਬੰਦਾ ਹੈਗਾ, ਖਾਸ ਕਰਕੇ ਸਾਡੇ ਭਾਰਤ ਦਾ ਕਿਸਾਨ, ਉਂਝ ਤਾਂ ਯੂਰਪ ਦਾ ਕਿਸਾਨ ਵੀ ਖੁਦਕੁਸ਼ੀ ਕਰ ਰਿਹਾ, ਅਮਰੀਕਾ ਦਾ ਕਿਸਾਨ ਵੀ ਘਾਟੇ 'ਚ ਜਾ ਰਿਹਾ। ਦੁਨੀਆ ਦੇ ਉੱਤੇ ਕਿਸਾਨ ਇੱਕ ਅਜਿਹਾ ਵਿਅਕਤੀ ਹੈ ਜਿਹੜਾ ਆਪਦਾ ਪ੍ਰੋਡਕਟ ਖੁਦ ਕੀਮਤ ਤੈਅ ਨਹੀਂ ਕਰ ਸਕਦਾ। ਕਣਕ ਅਸੀਂ ਉਗਾਉਂਦੇ ਹਾਂ, ਸੱਪਾਂ ਦੀਆਂ ਸਿਰੀਆਂ ਅਸੀਂ ਮਿੱਧਦੇ ਹਾਂ, ਰਾਤਾਂ ਨੂੰ ਅਸੀਂ ਜਾਗਦੇ ਹਾਂ, ਫਸਲਾਂ ਦਾ ਨੁਕਸਾਨ ਸਾਡੀਆਂ ਦਾ ਹੁੰਦਾ ਹੈ, ਔਰ ਉਹਦੀ ਕੀਮਤ ਤੈਅ ਕਰਦੇ ਆ ਦਿੱਲੀ ਦੇ ਏਸੀ ਕਮਰਿਆਂ ਦੇ ਵਿੱਚ ਬੈਠੇ ਅੰਬਾਨੀ ਅਡਾਨੀ। ਉਹ ਤੈਅ ਕਰਦੇ ਨੇ ਕਿ ਕੀ ਕੀਮਤ ਹੋਊ। ਹੁਣ ਆ ਕੇ ਉਹਨਾਂ ਨੇ ਇਹ ਵੀ ਕਰ ਲਿਆ ਵੀ ਕੀਮਤ ਵੀ ਸਿੱਟ ਦਿਓ, ਇਹ ਤੈਅ ਵੀ ਛੱਡ ਦਿਓ। ਅਸੀਂ ਤਾਂ ਭਾਲ ਰਹੇ ਸੀਗੇ ਕਿ ਸਾਨੂੰ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਭਾਲ ਰਿਹਾ ਸੀ ਕਿ ਉਸ ਨੂੰ ਸਹੀ ਮੁੱਲ ਮਿਲੂ। ਸਵਾਮੀਨਾਥਨ ਕਮਿਸ਼ਨ ਜਿਹੜਾ ਬਿਠਾਇਆ ਸੀ ਕੇਂਦਰ ਸਰਕਾਰ ਨੇ, ਉਹਦੀ ਰਿਪੋਰਟ ਦੇ ਅਨੁਸਾਰ 50% ਜਿਹੜੀ ਉਹਨਾਂ ਦੀ ਲੇਬਰ ਜੋੜ ਕੇ ਉਹਨੂੰ ਕੀਮਤ ਮਿਲੂ, ਲੇਕਿਨ ਉਹ ਤਾਂ ਉੱਥੋਂ ਵੀ ਸਿੱਟ ਲਈ। ਗਿੱਲ ਸਾਹਿਬ, ਉਸ ਦੇ ਚੱਲਦਿਆਂ ਹੁਣ ਕਿਸਾਨ ਕੋਲੇ ਹੋਰ ਕੋਈ ਬਦਲ ਨਹੀਂ ਬਚਿਆ ਸੰਘਰਸ਼ ਤੋਂ ਸਿਵਾਏ। ਹੁਣ ਉਹਦੇ ਕੋਲੇ ਜਾਂ ਤਾਂ ਖੁਦਕੁਸ਼ੀ ਦਾ ਫਾਹਾ ਗਲ 'ਚ ਪਾ ਕੇ ਮਰ ਜੇ ਜਿਹੜਾ ਮਰ ਰਿਹਾ ਹੈ, ਜਾਂ ਹੁਣ ਇਹ ਜਿਹੜਾ ਬਦਲ ਉਹਨੂੰ ਦਿਸ ਰਿਹਾ ਹੈ ਕਿ ਮਰਨ ਦੇ ਨਾਲੋਂ ਚੰਗਾ ਲੜੇ, ਆਪਦੇ ਹੱਕ ਦੇ ਲਈ ਹੱਕ ਪ੍ਰਾਪਤ ਕਰੇ। ਤਾਂ ਇਹਦੇ ਲਈ ਉਹ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਜਿਹੜਾ ਨਿਤਰਿਆ, ਜਿਸ ਕਰਕੇ ਰੂਹ ਭਰੀ ਗਈ। ਇਹ ਸੰਘਰਸ਼ ਹੁਣ ਮਹਿਜ਼ ਕਿਸਾਨੀ ਦਾ ਨਹੀਂ ਰਿਹਾ, ਮਜ਼ਦੂਰ ਵੀ ਨਾਲ ਤੁਰ ਪਿਆ। ਮਜ਼ਦੂਰ ਨੂੰ ਲੱਗਣ ਲੱਗ ਗਿਆ ਵੀ ਜੇ ਕਿਸਾਨ ਮਾਰਿਆ ਗਿਆ ਮੈਂ ਵੀ ਮਾਰਿਆ ਜਾਊਂ। ਆੜਤੀਆ ਨਾਲ ਤੁਰ ਪਿਆ, ਆੜਤੀਆਂ ਨੂੰ ਲੱਗ ਗਿਆ ਗਾ ਕਿ ਮੈਂ ਆਪਣੇ ਆਪ ਨੂੰ ਸਰਮਾਏਦਾਰ ਬਣਦਾ ਸੀ, ਇੱਥੇ ਤਾਂ ਮਲਟੀਨੈਸ਼ਨਲ ਕੰਪਨੀਆਂ ਆ ਗਈਆਂ। ਡਰੋਲੀ ਭਾਈ ਮੋਗੇ ਦੇ ਵਿੱਚ ਸਿੱਧੀ ਟਰਾਲੀ ਜਾਂਦੀ ਹੈ, ਟਰਾਲੀ ਦੀ ਟਰਾਲੀ ਜੋਖੀ ਜਾਂਦੀ ਹੈ, ਔਰ ਆੜਤੀਆ ਵਿੱਚੋਂ ਕੱਢਤਾ। ਜਿਹੜੇ ਛੋਟੇ ਦੁਕਾਨਦਾਰ ਸੀ, ਛੋਟੇ ਵਪਾਰੀ ਸੀ, ਗਿੱਲ ਸਾਹਿਬ ਆ ਬਾਲਮਾਰਟ ਕਰਕੇ ਜਦੋਂ ਆ ਗਏ ਇੱਥੇ ਸਟੋਰ, ਜਦੋਂ ਆ ਗਏ ਇੱਥੇ ਰਿਲਾਇੰਸ ਦੇ ਵੱਡੇ ਵੱਡੇ ਮਾਲ, ਛੋਟੇ ਦੁਕਾਨਦਾਰਾਂ ਦਾ ਕੰਜ਼ਿਊਮਰ ਨਿਕਲ ਗਿਆ। ਤਾਂ ਇਹ ਤਮਾਮ ਜਿਹੜਾ ਪੰਜਾਬ ਆ ਉਹ ਇੱਕ ਮੰਡੀ ਦੇ ਤੌਰ ਦੇ ਉੱਤੇ ਵਿਕਸਿਤ ਤਾਂ ਹੋ ਗਿਆ। ਸਾਡੇ ਮਨਮੋਹਨ ਸਿੰਘ ਹੋਰਾਂ ਨੇ 1990 ਤੋਂ ਲੈ ਕੇ ਯਾਰੀਆਂ ਜਿਹੜੀਆਂ ਅਮਰੀਕਾ ਦੇ ਰਾਸ਼ਟਰਪਤੀ ਨਾਲ ਪਗਾ ਲਈਆਂ, ਨਰਿੰਦਰ ਮੋਦੀ ਨੇ ਵੀ ਨਮਸਤੇ ਟਰੰਪ ਕਰਕੇ ਜਿਹੜੀ ਉਹ ਯਾਰੀ ਪਗਾ ਲਈ, ਲੇਕਿਨ ਉਹਦੇ 'ਚ ਮਾਰਿਆ ਕੌਣ ਗਿਆ? ਮਾਰਿਆ ਗਿਆ ਕਿਸਾਨ। ਤਾਂ ਕਿਸਾਨ ਨੂੰ ਅੱਜ ਆਪਦਾ ਜਦੋਂ ਦਰਦ ਛਲਕਦਾ ਦਿਖਾਈ ਦੇ ਰਿਹਾ ਤੇ ਉਹ ਸੜਕਾਂ ਦੇ ਉੱਤੇ ਨਿਕਲ ਰਿਹਾ, ਤੇ ਇਸ ਕਰਕੇ ਰੂਹ ਦੀ ਖੁਰਾਕ ਬਣ ਗਿਆ ਜਿਹੜਾ ਹੁਣ ਦਾ ਸੰਘਰਸ਼ ਹੈ। ਗਿੱਲ ਸਾਹਿਬ, ਇਸ ਸੰਘਰਸ਼ ਦੇ ਵਿੱਚ ਪੰਜਾਬ ਦਾ ਬੱਚਾ ਝੋਕਿਆ ਹੋਇਆ ਹੈਗਾ। ਇਸ ਸੰਘਰਸ਼ ਦੇ ਵਿੱਚ ਪੰਜਾਬ ਦੀ ਰੂਹ ਹੈ, ਔਰ ਇਹ ਸੰਘਰਸ਼ ਜੇਤੂ ਹੋ ਕੇ ਨਿਬੜੂ ਜੀ। ਅੱਛਾ, ਹੁਣ ਮੈਂ ਉਹ ਕਹਿੰਦਾ ਬਈ ਕਿਸੇ ਨੇ ਲੂਣ ਨੂੰ ਕਿਹਾ ਬਈ ਗੱਲ ਕੀ ਆ, ਖੁਰਦਾ ਹੀ ਜਾਨਾ। ਉਹ ਕਹਿੰਦਾ ਪਾਣੀ ਗਰਮ ਬਹੁਤ ਹੈ। ਮੈਂ ਪੰਜਾਬ ਦੇ ਸੰਘਰਸ਼ ਸਿਰੇ ਤੇ ਗਏ ਹੋਏ ਨਿਬੜਦੇ ਵੇਖਿਆ। ਮੈਂ ਸ਼ਬਦ ਮਾੜਾ ਹੈ, ਮੈਂ ਨਹੀਂ, ਮੈਂ ਕਹਿੰਦਾ ਮਤਲਬ ਪੰਜਾਬ 'ਚ ਆਪਾਂ ਵਸਦਿਆਂ ਨੇ ਵੇਖੇ ਨੇ ਕਿ ਜਦ ਮਸ਼ਕੇਰਾਂ ਪੈਂਦੀਆਂ ਪਾਣੀ ਤਾਂ ਵਧੀਆ ਲੱਗਦਾ ਹੈ, ਪਾਣੀ ਲੱਗਦਾ ਹੁੰਦਾ ਖੇਤਾਂ ਨੂੰ, ਇੱਕ ਮਸ਼ਕੇਰ ਹੋ ਜਾਂਦੀ ਹੈ, ਖੁੱਡ ਹੋ ਜਾਂਦੀ ਹੈ, ਖੁੱਡ 'ਚ ਪਾਣੀ ਜਾਣ ਲੱਗ ਜਾਂਦਾ। ਖੁੱਡ ਦੇ ਵਿੱਚ ਗਾਹਾਂ ਜਿਹੜਾ ਗੁੱਗਾ ਪੀਰ ਬੈਠਾ ਹੁੰਦਾ ਹੈ ਤੇ ਜੱਟ ਪਿੱਠ ਕਰੀ ਖੜਾ ਹੁੰਦਾ। ਜਦ ਪਾਣੀ ਖੁੱਡ 'ਚ ਪੈਂਦਾ ਤੇ ਵਿੱਚੋਂ ਗੁੱਗਾ ਪੀਰ ਨਿਕਲ ਕੇ ਖੁੱਚ ਤੇ ਦੰਦੀ ਵੜਦਾ ਤੇ ਮੁੜ ਕੇ ਚੇਲੇ ਚਿਮਟਿਆਂ ਦੇ ਲਿਜਾਣਾ ਪੈਂਦਾ ਤੇ ਨੀਲੀ ਲੱਤ ਹੋ ਜਾਂਦੀ ਹੈ। ਹੁਣ ਮੈਨੂੰ ਸਹੇ ਦੀ ਨਹੀਂ ਪਹੇ ਦੀ ਗੱਲ ਹੈ। ਹੁਣ ਮੈਨੂੰ ਇਉਂ ਦੱਸਿਓ ਕਿ ਮਸ਼ਕੇਰ ਤਾਂ ਨਹੀਂ ਪੈ ਜੂ, ਕਿਤੇ ਖਿਸਕ ਤਾਂ ਨਹੀਂ ਜਾਊ ਕੰਮ? ਗਿੱਲ ਸਾਹਿਬ, ਲੱਗਦਾ ਨਹੀਂ ਖਿਸਕ ਜੂ। ਅੱਜ ਟੀਵੀ ਦੇ ਉੱਤੇ ਇੱਕ ਡਿਬੇਟ ਚੱਲ ਰਹੀ ਸੀ। ਉਹ ਡਿਬੇਟ ਦੇ ਦੌਰਾਨ ਹਰਜੀਤ ਗਰੇਵਾਲ ਭਾਰਤੀ ਜਨਤਾ ਪਾਰਟੀ ਦਾ ਆਗੂ ਹੈਗਾ, ਉਹਨੂੰ ਐਂਕਰ ਕਹਿੰਦਾ ਵੀ ਤੁਸੀਂ ਕਿਸਾਨ ਜਥੇਬੰਦੀਆਂ ਨਾਲ ਭਾਜਪਾ ਵਾਲੇ ਗੱਲ ਕਿਉਂ ਨਹੀਂ ਕਰਦੇ? ਤੁਸੀਂ ਇਹਨਾਂ ਨਾਲ ਗੱਲ ਕਰੋ, ਇਹਨਾਂ ਦੇ ਮਸਲਾ ਜਿਹੜਾ ਉਹ ਗੱਲਬਾਤ ਦੇ ਰਾਹੀਂ ਨਰਿੰਦਰ ਮੋਦੀ ਦੇ ਟੇਬਲ ਤੇ ਲਿਜਾ ਕੇ ਬਹਾਈਆਂ ਕਿਉਂ ਨਹੀਂ ਕਿਸਾਨ ਜਥੇਬੰਦੀਆਂ ਅਜੇ ਤੱਕ? ਗਿੱਲ ਸਾਹਿਬ, ਉਹ ਕਹਿੰਦਾ ਹੁਣ ਤੱਕ ਅਸੀਂ ਕਦੋਂ ਦੇ ਬਹਾਉਂਦੇ? ਕਹਿੰਦਾ ਜਿਹੜੀਆਂ 31 ਕਿਸਾਨ ਜਥੇਬੰਦੀਆਂ 'ਚ ਜਿਹੜੀਆਂ ਮੂਹਰਲੀਆਂ 8 ਜਾਂ 9 ਨੇ ਉਹ ਤਾਂ ਮਾਓਵਾਦੀਆਂ ਦੀਆਂ ਨੇ, ਉਹ ਤਾਂ ਕਹਿੰਦਾ ਸਾਡੇ ਗੰਦੀ ਵੱਢਣ ਆਉਂਦੀਆਂ ਨੇ। ਤੋ ਇਸ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਉਹ ਆਗੂ ਦੀ ਉਹ ਗੱਲ ਹੈ, ਉਹ ਗੱਲ ਦੇ ਵਿੱਚੋਂ ਮੈਨੂੰ ਇਹ ਝਲਕ ਪੈਂਦੀ ਹੈ ਕਿ ਹਕੀਕਤ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਪੰਜਾਬ ਦੇ ਨਾਲ ਟੱਕਰ ਲੈਣ ਵਾਲੇ ਪਾਸੇ ਨੂੰ ਜਾ ਰਹੀ ਹੈ। ਉਹਨਾਂ ਨੇ ਪਹਿਲਾਂ ਦੇਖੋ ਜੰਮੂ ਕਸ਼ਮੀਰ ਖੁੱਲੀ ਜੇਲ੍ਹ ਬਣਾਤਾ ਪਿਛਲੇ ਲੰਬੇ ਸਮੇਂ ਤੋਂ। ਹੁਣ ਭਾਜਪਾ ਅਸਲ ਦੇ ਵਿੱਚ ਪੰਜਾਬ ਨੂੰ ਇੱਕ ਸਬਕ ਸਿਖਾਉਣ ਦੇ ਜਿਹੜੇ ਰੌਂ ਦੇ ਵਿੱਚ ਦਿਸ ਰਹੀ ਹੈ। ਦਿੱਲੀ ਨੇ ਕਦੇ ਵੀ ਸਾਡੇ ਪੰਜਾਬ ਦਾ ਚੰਗਾ ਨਹੀਂ ਕੀਤਾ। ਪੰਜਾਬ ਦੇ ਵਿੱਚ ਚਾਹੇ ਇੰਦਰਾ ਗਾਂਧੀ ਦੀ ਸਰਕਾਰ ਆਈ, ਚਾਹੇ ਸੋਨੀਆ ਗਾਂਧੀ ਦੀ ਆਈ, ਚਾਹੇ ਨਰਿੰਦਰ ਮੋਦੀ ਦੀ ਆਈ, ਚਾਹੇ ਅਟਲ ਬਿਹਾਰੀ ਵਾਜਪਾਈ ਦੀ ਆਈ, ਸਾਡੇ ਪੰਜਾਬ ਦੇ ਹੱਕ ਸਾਨੂੰ ਨਹੀਂ ਮਿਲੇ। ਔਰ ਹੁਣ ਜਦੋਂ ਅਸੀਂ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਪੰਜਾਬ ਨਿਤਰਿਆ, ਪੰਜਾਬ ਦਾ ਬੱਚਾ ਸੰਘਰਸ਼ਾਂ ਦੇ ਮੈਦਾਨ 'ਚ ਨਿਤਰਿਆ,
ਆਪਣੀਆਂ ਫਸਲਾਂ ਦੇ ਮੁੱਲ ਲੈਣ ਲਈ, ਆਪਣੀ ਫਸਲ ਦੀ ਕੀਮਤ ਦੀ ਗਰੰਟੀ ਲੈਣ ਦੇ ਲਈ, ਤਾਂ ਹੁਣ ਕੇਂਦਰ ਸਰਕਾਰ ਆ ਜਿਹੜੀ ਉਹ ਇਸ ਰੂਪ ਦੇ ਵਿੱਚ ਪੈਂਦੀ ਆ। ਗਿੱਲ ਸਾਹਿਬ, ਇਹਦੇ 'ਚ ਮੈਨੂੰ ਐਂ ਲੱਗਦਾ ਕਿ ਸੰਘਰਸ਼ ਕਿਸੇ ਪਾਸੇ ਨਹੀਂ ਤਿਲਕਦਾ, ਕਿਉਂਕਿ ਸੰਘਰਸ਼ ਦੀ ਜਿਹੜੀ ਅਗਵਾਈ ਹੈ ਉਹ ਅਗਵਾਈ ਜਿਹੇ ਸੁਚਾਰੂ ਹੱਥਾਂ ਦੇ ਵਿੱਚ ਹੈ। ਪਹਿਲਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹੁੰਦੀ ਸੀ, ਉਹਨੂੰ ਚੇਅਰਮੈਨ ਦੇਤੀ ਜੀ, ਔਰ ਲੱਖੋਵਾਲ ਸਾਹਿਬ ਚੁੱਪ ਕਰ ਗਏ, ਮੰਡੀ ਬੋਰਡ ਦਾ ਚੇਅਰਮੈਨ ਬਣਾਤਾ। ਰਾਜੇਵਾਲ ਹੁੰਦੀ ਸੀ, ਰਾਜੇਵਾਲ ਵੀ ਕਈ ਵਾਰ ਸਮਝੌਤੇ ਕਰ ਗਏ, ਹੋਰ ਬੜੀਆਂ ਕਿਸਾਨ। ਲੇਕਿਨ ਹੁਣ ਜਿਹੜੀ ਅਗਵਾਈ ਹੈ ਗਿੱਲ ਸਾਹਿਬ, ਇਹ ਅਗਵਾਈ ਭਾਰਤੀ ਕਿਸਾਨ ਯੂਨੀਅਨ ਗਰਾਹਾਂ ਕਰ ਰਹੀ ਹੈ। ਉਹਨਾਂ ਦਾ ਲੰਬੇ ਸਮੇਂ ਦਾ ਇਤਿਹਾਸ ਆ, ਉਹਨਾਂ ਨੇ ਕਦੇ ਕਿਸੇ ਮਸਲੇ ਦੇ ਉੱਤੇ ਸਮਝੌਤਾ ਨਹੀਂ ਕੀਤਾ। ਔਰ ਕ੍ਰਾਂਤੀਕਾਰੀ ਜਿਹੜਾ 31 ਜਥੇਬੰਦੀਆਂ ਦਾ ਕੋਆਰਡੀਨੇਟਰ ਹੈ ਉਹ ਡਾਕਟਰ ਦਰਸ਼ਨਪਾਲ ਹੈ, MD ਡਾਕਟਰ ਹੈ, ਨੌਕਰੀ ਛੱਡੀ ਹੈ ਉਹਨੇ, ਔਰ ਉਹ ਪੂਰੇ ਤਰੀਕੇ ਦੇ ਨਾਲ ਇਸ ਸੰਘਰਸ਼ ਦੀ ਕੋਆਰਡੀਨੇਸ਼ਨ ਹੈ ਜਿਹੜੀ ਕਰ ਰਿਹਾ ਹੈਗਾ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਨੇ, ਚਾਹੇ ਭਾਰਤੀ ਕਿਸਾਨ ਡਕੌਂਦਾ ਦਾ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਹੈ, ਮਨਜੀਤ ਧਨੇਰ ਹੈ। 23 ਸਾਲ ਲੰਬੀ ਲੜਾਈ ਉਹਨੇ ਮਹਿਲ ਕਲਾਂ ਦੀ ਸ਼ਹੀਦ ਕਿਰਨਜੀਤ ਕੌਰ ਦੇ ਮਸਲੇ ਦੇ ਵਿੱਚ ਲੜੀ, ਪਿਛਲੇ ਦਿਨਾਂ 'ਚ ਉਮਰ ਕੈਦ ਦੀ ਸਜ਼ਾ ਹੋਈ ਤਾਂ ਬਾਹਰ ਆਇਆ, ਉਹ ਇਸ ਸੰਘਰਸ਼ ਦੀ ਅਗਵਾਈ ਦੇ ਵਿੱਚ ਹੈ। ਹੋਰ ਬਹੁਤ ਸਾਰੇ ਆਗੂ ਨੇ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ, ਨਿਰਭੈ ਢੁੱਡੀ ਕੇ ਹੁਰੇ ਨੇ, ਹਰਜਿੰਦਰ ਹੈ। ਤਾਂ ਇਹਦੇ ਵਿੱਚ ਜਿਹੜੇ ਕੁਛ ਜਥੇਬੰਦੀਆਂ 31 ਦੀਆਂ 31 ਮੈਂ ਨਹੀਂ ਕਹਿੰਦਾ ਚੰਗੀਆਂ ਨੇ, 31 ਦੀਆਂ 31 ਮੈਂ ਨਹੀਂ ਕਹਿੰਦਾ ਖਾਲਸ ਨੇ, ਲੇਕਿਨ ਇਹਦੇ 'ਚ ਕੁਛ ਜਥੇਬੰਦੀਆਂ ਜਿਹੜੀਆਂ ਮੂਹਰਲੀ ਕਤਾਰ ਦੇ ਉੱਤੇ ਲੜ ਰਹੀਆਂ, ਉਹ ਸੱਚੀ ਵਿੱਚ ਹੀ ਕਿਸਾਨਾਂ ਦੇ ਮਸਲਿਆਂ ਦੇ ਉੱਤੇ ਲੜਨ ਵਾਲੀਆਂ ਜਥੇਬੰਦੀਆਂ। 30-40 ਸਾਲ ਦਾ ਉਹਨਾਂ ਦਾ ਇਤਿਹਾਸ ਦੱਸਦਾ ਹੈ ਕਿ ਉਹਨਾਂ ਨੇ ਕਦੇ 1 ਰੁਪਏ ਦੀ ਇੱਧਰ ਉੱਧਰ ਨਹੀਂ ਕੀਤੀ ਗੱਲ। ਹਾਂ, ਇੱਕ ਗੱਲ ਜ਼ਰੂਰ ਹੈ ਗਿੱਲ ਸਾਹਿਬ ਕਿ ਅੱਜ ਤੱਕ ਲੋਕਾਂ ਨੇ ਉਹਨਾਂ ਨਾਲ ਨਹੀਂ ਸੀ ਤੁਰੇ ਮੋਢੇ ਨਾਲ ਮੋਢਾ ਲਾ ਕੇ, ਅੱਜ ਤੱਕ ਲੋਕਾਂ ਨੇ ਉਹਨਾਂ ਨੂੰ ਰਿਸਪੌਂਸ ਨਹੀਂ ਸੀ ਦਿੱਤਾ। ਲੇਕਿਨ ਹੁਣ ਜਦੋਂ ਆਣ ਪਈ ਆ, ਹੁਣ ਲੋਕ ਉਹਨਾਂ ਦੇ ਨਾਲ ਰਿਸਪੌਂਸ ਦੇ ਵਿੱਚ ਤੁਰੇ ਨੇ। ਔਰ ਅੱਜ ਗਿੱਲ ਸਾਹਿਬ ਹੋਇਆ ਕਿ ਗਾਇਕਾਂ ਦੇ ਵੱਲੋਂ ਇੱਕ ਰੈਲੀ ਕੀਤੀ ਗਈ ਪੰਜਾਬ ਦੇ ਵਿੱਚ, ਇੱਧਰ ਗਿੱਦੜਬਾਹਾ ਏਰੀਏ ਦੇ ਵਿੱਚ, ਔਰ ਉੱਥੇ ਕਾਂਗਰਸ ਦਾ ਇੱਕ MLA ਆ ਪ੍ਰੀਤਮ ਸਿੰਘ ਕੋਟਭਾਈ, ਉਹ ਜਾ ਚੜਿਆ ਸਟੇਜ ਤੇ। ਗਾਇਕਾਂ ਨੇ ਤਾਂ ਉਹਨੂੰ ਮੈਕ ਫੜਾਤਾ, ਲੇਕਿਨ ਹੇਠੋਂ ਇੰਨੀ ਹੂਟਿੰਗ ਹੋਈ ਗਿੱਲ ਸਾਹਿਬ, ਉਹ ਮੈਕ ਛੱਡ ਕੇ ਹੇਠਾਂ ਜਿੰਨਾ ਚਿਰ ਉਤਰਿਆ ਨਹੀਂ ਉਹਨਾਂ ਚਿਰ ਹੂਟਿੰਗ ਹੋਈ ਜੀ, ਥੱਲੋਂ ਪੈ ਗਏ ਲਲਕਰੇ ਗਿੱਲ ਸਾਹਿਬ। ਔਰ MLA ਕਾਂਗਰਸ ਦਾ ਥੱਲੇ ਉਤਰ ਕੇ ਆਇਆ ਸਟੇਜ ਤੋਂ। ਉਦੋਂ ਬਾਅਦ ਉਹਨੇ ਕਹਿਣਾ ਤਾਂ ਗਿੱਲ ਸਾਹਿਬ ਇਹੀ ਹੁੰਦਾ ਵੀ ਇਹ ਤਾਂ ਜੀ ਸਾਡੇ ਵਿਰੋਧੀ ਨੇ, ਲੇਕਿਨ ਪੰਜਾਬ ਦੀ ਹਕੀਕਤ ਇਹ ਹੈ ਕਿ ਇੰਨੇ ਧਰਨੇ ਹੋ ਗਏ, ਕੱਲ ਨੂੰ ਪੱਕੇ ਮੋਰਚੇ ਲੱਗਣ ਜਾ ਰਹੇ ਨੇ। ਨਾ ਕੋਈ ਅਕਾਲੀ ਦਲ ਦਾ ਆਗੂ ਸਟੇਜ ਤੋਂ ਬੋਲਣ ਦਿੱਤਾ, ਨਾ ਕੋਈ ਕਾਂਗਰਸ ਦਾ ਬੋਲਣ ਦਿੱਤਾ, ਨਾ ਕੋਈ ਆਮ ਆਦਮੀ ਪਾਰਟੀ ਦਾ ਬੋਲਣ ਦਿੱਤਾ। ਮੈਂ ਦੇਖੇ ਨੇ ਗਿੱਲ ਸਾਹਿਬ ਦਰਜਨਾਂ ਆਗੂ MLA ਜਿਹੜੇ ਸਟੇਜਾਂ ਤੋਂ ਬਾਂਹ ਫੜ ਕੇ ਥੱਲੇ ਤਾਰੇ ਨੇ ਵੀ ਨੋ ਬੋਲਣਾ ਨਹੀਂ ਹੈ ਜੀ। ਇੱਕ ਵਪਾਰਕ ਸੰਦੇਸ਼ ਲੈ ਲਈਏ, ਹੋਲਡ ਕਰਿਓ, ਆਪਾਂ ਅਗਲੇ 5-7 ਮਿੰਟ 'ਚ ਇਸ ਨੂੰ ਰੈਪ ਅਪ ਕਰਾਂਗੇ। ਹੁਣੇ ਆਇਆ ਮੈਂ ਵਾਪਸ। ਸੁਣ ਰਹੇ ਹੋ ਤੁਸੀਂ ਸ਼ੇਰੇ ਪੰਜਾਬ AM 600, 24 ਘੰਟੇ 7 ਦਿਨ ਤੁਹਾਡੀ ਸੇਵਾ 'ਚ ਹਾਜ਼ਰ ਰਹਿੰਦਾ ਸ਼ੇਰੇ ਪੰਜਾਬ ਜ਼ਿੰਦਾਬਾਦ। ਸ਼ੇਰੇ ਪੰਜਾਬ AM 600 ਰਿਚਮੰਡ ਸਟੂਡੀਓ ਤੋਂ ਤੁਸੀਂ ਮੇਰੇ ਨਾਲ ਹੋ। ਸਰਦਾਰ ਨਮਕਿਨ ਸਿੰਘ ਪੱਤੀ ਨੇ ਬਰਨਾਲੇ ਤੋਂ ਮੇਰੇ ਨਾਲ, ਜਿਹੜੇ ਉੱਗੇ ਜਰਨਲਿਸਟ ਨੇ, ਪੜ੍ਹਾਈ ਕੀਤੀ ਹੈ, ਤੇ ਉਸ ਤੋਂ ਬਾਅਦ ਪੰਜਾਬ ਦੇ ਮਸਲਿਆਂ ਦੇ ਬਾਰੇ ਬਹੁਤ ਪਕੜ ਹੈ। ਗੱਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਸੰਘਰਸ਼ ਹੈ ਜਿਹੜਾ ਹੈ ਉਹ ਕਿੱਧਰ ਨੂੰ ਜਾਏਗਾ। ਅੱਛਾ, ਅੱਜ ਆਪਾਂ ਕੁਝ ਕਿਆਸ ਰਾਈਆਂ ਦੀ ਉਹ ਗੱਲ ਕਰਨੀ ਹੈ। ਮੈਨੂੰ ਇਹ ਦੱਸਿਓ ਵੀ ਇਹਦੇ 'ਚ ਕੋਈ ਰਾਜਨੀਤਿਕ ਮਹਾਜ ਵੀ ਸਿਰਜਿਆ ਜਾ ਸਕਦਾ ਜਿਹੜਾ 22 ਤੱਕ ਚਲੇ ਜਾਵੇ, ਜਾਂ ਫਿਰ ਇਹ ਸਾਡੀਆਂ ਮੰਗਾਂ ਤੱਕ ਇਹ ਸੀਮਿਤ ਹੋ ਜੂ, ਕਿਉਂਕਿ ਕਿਸਾਨ ਯੂਨੀਅਨ ਕਿਸਾਨ ਦੀਆਂ ਮੰਗਾਂ ਤੇ ਖੜੀ ਹੈ, ਨਾਲ ਜਿਹੜੇ ਆਲੇ ਦੁਆਲੇ ਤੁਰੇ ਫਿਰਦੇ ਆ, ਵਿੱਚ ਨੇ ਬਾਹਰ ਨੇ, ਉਹਨਾਂ ਦਾ ਕੁਛ ਇਹ ਵੀ ਮਨੋਰਥ ਹੋ ਸਕਦਾ ਹੈ ਕਿ MLA ਤੇ MP, ਪੰਜਾਬੀ ਦੀ ਇੱਕ ਫਿਤਰਤ ਹੈ, ਜਦ 500 ਬੰਦੇ 1000 ਬੰਦਾ ਕਿਤੇ ਇਕੱਠਾ ਕਰ ਲਿਆ ਉਹਨੇ ਆਪਣੀ ਕਮਾਂਡ ਦੇ ਵਿੱਚ, ਉਹ ਸਿੱਧਾ ਹੀ ਫਿਰ MP MLA ਤੇ ਖੜਦਾ ਜਾ ਕੇ। ਇਹ ਬਿਮਾਰੀ ਆ ਸਾਨੂੰ। ਇਹ ਕਾਰਨ ਇਹ ਹੈ, ਆ ਦੇਸ਼ 'ਚ ਜਿੱਥੇ ਮੈਂ ਬੈਠਾ ਇੱਥੇ ਰਾਜਨੀਤਿਕ ਹਲਕਿਆਂ 'ਚ ਆਉਣ ਲਈ ਪੱਤੀ ਸਾਹਿਬ ਕਹਿਣਾ ਪੈਂਦਾ, ਲੋਕ ਮੰਨਦੇ ਨਹੀਂ, ਕਿਉਂਕਿ ਬਾਹਰ ਉਹ ਵੱਧ ਪੈਸੇ ਬਣਾ ਸਕਦਾ, ਨਾ ਅਮਲਾ ਫੈਲਾ, ਨਾ ਗੱਡੀਆਂ, ਨਾ ਜਿਪਸੀ, ਨਾ ਘੂਕਰਾਂ ਪੈਂਦੀਆਂ, ਤੇ ਹਰ ਵਕਤ ਤੋਂ ਦੂਰਬੀਨ 'ਚ ਹੈ। ਤੇ ਇੱਥੇ ਪੰਜਾਬੀ ਬੰਦਾ ਰਾਜਨੀਤੀ 'ਚ ਨੂੰ ਕਿਉਂ ਭੱਜਦਾ? ਕਿਉਂਕਿ ਉਹਨੇ ਗੁਲਾਮੀ ਵੇਖੀ ਹੁੰਦੀ ਹੈ। MP MLA ਦੇ ਹੂਟਰ ਤੇ ਉਹਨਾਂ ਦੀਆਂ ਕੈਬਨਿਟ ਮਿਨਿਸਟਰਾਂ ਦੀਆਂ ਤਿਆਰੀਆਂ ਵੇਖੀਆਂ ਹੁੰਦੀਆਂ ਨੇ, ਚਿੱਟੇ ਮੁਕਤਸਰੀ ਕੁੜਤੇ ਮਾਵੇ ਲੱਗੇ ਹੋਏ, ਐਨ 6 ਫਾੜੀਆਂ ਵਾਲੀ ਦਸਤਾਰ ਤੇ ਮਸ਼ਹਿਰੇ ਚੱਕਵੇਂ, ਤਾਜ਼ਾ ਜਿਹੜਾ ਮੋਚਨਾ ਲਾਇਆ ਹੋਇਆ, ਤੇ ਕੈੜੀ ਚਾਹ ਪੀਤੀ ਹੁੰਦੀ ਆ ਮੁਗਲੈਲ ਵਰਗੀ। ਸੋ ਉਹਨਾਂ ਨੂੰ ਵੇਖ ਕੇ ਪੰਜਾਬੀ ਬੰਦਾ ਚਾਹੁੰਦਾ। ਹੁਣ ਮੈਨੂੰ ਐਂ ਦੱਸਿਓ ਕਿਤੇ ਇਹਦੇ ਵਿੱਚੋਂ ਰਾਜਨੀਤੀ ਦਾ ਮਹਾਜ 22 ਤੱਕ ਕਿਵੇਂ ਜਾਊ, ਕੀ ਹੋਊਗਾ ਇਹਦੇ 'ਚ? ਦੇਖੋ ਗਿੱਲ ਸਾਹਿਬ, ਗੱਲ ਇਹ ਆ ਕਿ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਆ ਜਿਹੜਾ, ਉਹ ਨਵੇਂ ਇਤਿਹਾਸ ਸਿਰਜਦਾ ਆਇਆਗਾ। ਆਪਣਾ ਜਿਹੜਾ ਇਤਿਹਾਸ ਚੱਕ ਕੇ ਦੇਖੀਏ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਉਹ ਜਦੋਂ ਪੈਦਾ ਹੋਏ, ਕਿਉਂ ਪੈਦਾ ਹੋਏ? ਕਿਉਂਕਿ ਉਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ। ਇੱਕ ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ।
ਇਹ ਜਿਹੜਾ ਚਾਚਾ ਜੀਤ ਸਿੰਘ ਹੋਰਾਂ ਦਾ ਅੰਦੋਲਨ ਸੀ, ਉਦੋਂ ਕਿਸਾਨ ਮੂਵਮੈਂਟ ਸੀ ਇਹ, ਜਿਵੇਂ ਅੱਜ ਕਿਸਾਨ ਮੂਵਮੈਂਟ ਚੱਲ ਰਹੀ ਆ। ਉਹ ਕਿਸਾਨ ਮੂਵਮੈਂਟ ਜਿਹੜੀ ਉੱਠੀ ਉਸ ਵਕਤ ਦੀ, ਉਹ ਗਾਇਕਾਂ ਦੀ ਵੀ ਗੱਲ ਸਾਹਿਬ ਇਹਦੇ ਵਿੱਚ ਗੱਲ ਆਉਂਦੀ ਹੈ ਕਿ ਜਿਹਨੇ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਗੀਤ ਲਿਖਿਆ ਔਰ ਉਹ ਹਰੇਕ ਦੀ ਜ਼ੁਬਾਨ ਦੇ ਉੱਤੇ ਚੜਿਆ, ਉਹਨੂੰ ਵੀ ਚੱਕ ਕੇ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਅੱਜ ਵੀ ਜਿਹੜਾ ਲਿਖੂਗਾ, ਅਜੇ ਤੱਕ ਮੈਨੂੰ ਨਹੀਂ ਆਹ ਦਿਨਾਂ ਦੇ ਵਿੱਚ ਕਿ ਕਿਸੇ ਨੇ ਸੰਤਰਾ ਉਦਾਸੀ ਲੈਵਲ ਦਾ ਗੀਤ ਲਿਖਿਆ ਹੋਵੇ, ਜੈਮਲ ਪੱਡੇ ਲੈਵਲ ਦਾ ਕੋਈ ਗੀਤ ਲਿਖਿਆ ਹੋਵੇ, ਕਿਸਾਨੀ ਦਰਦ ਦੀ ਗੱਲ ਕੀਤੀ ਹੋਵੇ, ਨਹੀਂ ਦਿਸ ਰਹੀ। ਇਹ ਜ਼ਰੂਰ ਦਿਸ ਰਿਹਾ ਕਿ ਉਹ ਜਾ ਕੇ ਸਟੇਜ ਦੇ ਉੱਤੇ ਹਾਜ਼ਰੀ ਜ਼ਰੂਰ ਲਵਾ ਕੇ ਆਉਂਦੇ ਨੇ। ਸੋ ਜੇ ਕੋਈ ਲਿਖੂਗਾ ਵੀ ਤਾਂ ਗਿੱਲ ਸਾਹਿਬ ਕੁਰਬਾਨੀ ਵੀ ਕਰਨੀ ਪੈਂਦੀ ਹੈ। ਤੋ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਗਿੱਲ ਸਾਹਿਬ, ਦੇਖੋ ਜਿਹੜਾ ਕਿਸਾਨ ਅੰਦੋਲਨ ਉਦੋਂ ਹੋਇਆ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ, ਉਹ ਕਿਸਾਨ ਅੰਦੋਲਨ ਭਾਵੇਂ ਆਪਣੇ ਆਪ ਦੇ ਵਿੱਚ ਉਹ ਪੈੜਾਂ ਨਹੀਂ ਛੱਡ ਸਕਿਆ, ਲੇਕਿਨ ਭਗਤ ਸਿੰਘ ਉਸ ਕਿਸਾਨ ਅੰਦੋਲਨ ਦੀ ਪੈਦਾਵਾਰ ਸੀ। ਜੇ ਚਾਚਾ ਜੀਤ ਸਿੰਘ ਉਸ ਘਰੇ ਸੀ, ਜੇ ਪਗੜੀ ਸੰਭਾਲ ਜੱਟਾ ਲਹਿਰ ਦਾ ਨਾਅਰਾ ਲੋਕਾਂ ਦੀ ਜ਼ੁਬਾਨ ਦੇ ਉੱਤੇ ਚੜਿਆ ਸੀ, ਤਾਈਓ ਰਾਜਗੁਰੂ ਸੁਖਦੇਵ ਪੈਦਾ ਹੁੰਦੇ ਨੇ, ਤਾਈਓ ਜਾ ਕੇ ਇੱਕ ਇਤਿਹਾਸ ਜਿਹੜਾ ਉਹ ਤਵਾਰੀਖ ਬਣਦਾ। ਤੇ ਉਸ ਤੋਂ ਬਾਅਦ ਕਿੱਥੋਂ ਤੱਕ ਕਿਵੇਂ ਮੂਵਮੈਂਟ ਜਾਂਦੀ ਹੈ, ਅੱਜ ਤੱਕ ਵੀ ਭਗਤ ਸਿੰਘ ਦੀਆਂ ਜਿਹੜਾ ਲਿਖਿਆ ਹੋਈਆਂ ਗੱਲਾਂ, ਉਹਦੀ ਸੋਚ ਸਾਡੇ ਤੇ ਅਸਰ ਪੈਦਾ ਕਰਦੀ ਆ। ਤਾਂ ਹਰ ਮੂਵਮੈਂਟ ਦੇ ਵਿੱਚੋਂ ਕੁਛ ਨਾ ਕੁਛ ਜ਼ਰੂਰ ਨਿਕਲਦਾ ਹੈ। ਅੰਨਾ ਹਜ਼ਾਰੇ ਮਰਨ ਵਰਤ ਦੇ ਉੱਤੇ ਬੈਠਿਆ, ਉਹ ਵੱਖਰੀ ਗੱਲ, ਉਹ ਅੱਜ ਨਹੀਂ ਬੈਠਿਆ, ਉਹ ਉਦੋਂ ਹੀ ਬੈਠਿਆ। ਅੱਜ ਕੱਲ ਅੰਨਾ ਹਜ਼ਾਰੇ ਜੀ ਪਤਾ ਨਹੀਂ ਕਿੱਥੇ ਨੇ, ਖਨੀ ਰਾਲੇਗਾਂਵ ਸਿੱਧੂ ਨੇ, ਗਿੱਲ ਸਾਹਿਬ ਪਤਾ ਨਹੀਂ ਕਿੱਥੇ ਨੇ। ਸੋ ਉਹ ਅੰਦੋਲਨ ਦੇ ਉੱਤੇ ਬੈਠੇ, ਉਸ ਅੰਦੋਲਨ ਦੇ ਵਿੱਚੋਂ ਵੀ ਕੇਜਰੀਵਾਲ ਪੈਦਾ ਹੋਇਆ, ਉਸ ਅੰਦੋਲਨ ਦੇ ਵਿੱਚੋਂ ਹੀ ਆਮ ਆਦਮੀ ਪਾਰਟੀ ਪੈਦਾ ਹੋਈ। ਉਹ ਖਰੇ ਉਤਰੇ, ਲੋਕਾਂ ਦੀਆਂ ਗੱਲਾਂ ਤੇ ਨਹੀਂ ਉਤਰੇ, ਉਹ ਵੱਖਰੀ ਗੱਲ ਹੈ, ਲੇਕਿਨ ਉਹ ਅੰਦੋਲਨ ਦੇ ਵਿੱਚੋਂ ਵੀ ਕੁਛ ਨਾ ਕੁਛ ਨਿਕਲਿਆ। ਉਸ ਤੋਂ ਪਹਿਲਾਂ ਜੇਪੀ ਦਾ ਅੰਦੋਲਨ ਗਿੱਲ ਸਾਹਿਬ ਹੋਇਆ। ਜੇਪੀ ਦੇ ਅੰਦੋਲਨ ਦੇ ਵਿੱਚੋਂ ਆਹ ਦੇਖੋ ਸਾਰੇ ਲਾਲੂ ਪ੍ਰਸਾਦ ਯਾਦਵ ਜਿੰਨੇ ਵੀ ਜੈ ਪ੍ਰਕਾਸ਼ ਦੇ ਅੰਦੋਲਨ ਦੇ ਵਿੱਚੋਂ ਪੈਦਾ ਹੋਏ, ਔਰ ਸਰਕਾਰ ਵੀ ਬਣੀ ਇੰਦਰਾ ਗਾਂਧੀ ਤੋਂ ਬਾਅਦ। ਐਮਰਜੈਂਸੀ ਲੱਗੀ, ਉਦੋਂ ਅੰਦੋਲਨ ਪੈਦਾ ਹੋਇਆ, ਉਹਦੇ ਚੋਂ ਕਈ ਰਾਜਨੀਤਿਕ ਪਾਰਟੀਆਂ ਦਾ ਜਨਮ ਹੋਇਆ। ਕਪੂਰੀ ਦਾ ਮੋਰਚਾ, ਜੈਤੋ ਦਾ ਮੋਰਚਾ, ਉਹਦੇ ਚੋਂ ਕਿੰਨੇ ਆਗੂ ਪੈਦਾ ਹੋਏ। ਉਸ ਤੋਂ ਬਾਅਦ ਆ ਕੇ ਜਿਹੜੇ ਅਕਾਲੀ ਦਲ ਨੇ ਮੋਰਚੇ ਲਾਏ, ਉਹਦੇ ਚੋਂ ਫਿਰ ਅਕਾਲੀ ਸੱਤਾ ਚ ਆਏ। ਸੋ ਜਦੋਂ ਵੀ ਕੋਈ ਮੂਵਮੈਂਟ ਉੱਠੀ, ਜਦੋਂ ਵੀ ਕੋਈ ਮੋਰਚਾ ਲੱਗਿਆ, ਉਹਦੇ ਵਿੱਚੋਂ ਇੱਕ ਰਾਜਨੀਤਿਕ ਬਦਲ ਆ ਜਿਹੜਾ ਉਹ ਜ਼ਰੂਰ ਪੈਦਾ ਹੋਇਆ। ਹਾਂ, ਇੱਕ ਗੱਲ ਜ਼ਰੂਰ ਹੈ ਗਿੱਲ ਸਾਹਿਬ ਕਿ ਰਾਜਨੀਤਿਕ ਬਦਲ ਜੇ ਉਹ ਸਹੀ ਦਿਸ਼ਾ ਦੇ ਵਿੱਚ ਚਲਿਆ ਜਾਵੇ, ਸਹੀ ਹੱਥਾਂ ਦੇ ਵਿੱਚ ਚਲਿਆ ਜਾਵੇ, ਫਿਰ ਤਾਂ ਠੀਕ ਰਹਿੰਦਾ ਹੈ। ਕਈ ਵਾਰ ਰਾਜਨੀਤਿਕ ਅੰਦੋਲਨ ਦੇ ਵਿੱਚੋਂ ਜਿਹੜੀ ਨਵੀਂ ਗਤੀ ਪੈਦਾ ਹੁੰਦੀ ਹੈ, ਜਿਹੜੀ ਨਵੀਂ ਮੂਵਮੈਂਟ ਪੈਦਾ ਹੁੰਦੀ ਹੈ, ਕੋਈ ਨਵੀਂ ਪਾਰਟੀ ਰਾਜਨੀਤਿਕ ਪੈਦਾ ਹੁੰਦੀ ਹੈ, ਉਹ ਗਲਤ ਹੱਥਾਂ ਦੇ ਵਿੱਚ ਵੀ ਜਾ ਸਕਦੀ ਹੈ। ਫਿਰ ਉੱਤਰ ਕਾਟੋ ਮੈਂ ਚੜਾਂ ਦੀ ਉਸੇ ਰਾਜਨੀਤੀ ਦੇ ਉੱਤੇ ਚਲੀ ਜਾ ਸਕਦੀ ਆ। ਸੋ ਅੱਜ ਜਿਹੜਾ ਇਹ ਕਿਸਾਨ ਅੰਦੋਲਨ ਉੱਠਿਆ, ਇਸ ਕਿਸਾਨ ਅੰਦੋਲਨ ਦੇ ਵਿੱਚ ਜੇ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਲਿਆ ਗਿਆ, ਜੇ ਉਹਨੂੰ ਫੋਰਡ ਟਰੈਕਟਰ ਦੇ ਉੱਤੇ ਬੈਠਣਾ ਪਿਆ, ਜੇ ਕੈਪਟਨ ਅਮਰਿੰਦਰ ਸਿੰਘ ਨੂੰ 31 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦਣੀ ਪਈ, ਜੇ ਪੰਜਾਬ ਦੇ ਗਾਇਕਾਂ ਨੂੰ ਜਿਹੜੇ ਏਸੀ ਕਮਰਿਆਂ ਚੋਂ ਨਹੀਂ ਸੀ ਨਿਕਲਦੇ, ਉਹਨਾਂ ਨੂੰ ਰੇਲ ਦੀਆਂ ਲੀਹਾਂ ਦੇ ਉੱਤੇ ਜਾ ਕੇ ਕਿਸਾਨਾਂ ਦੇ ਬਰੋਬਰ ਬੈਠਣਾ ਪਿਆ, ਤਾਂ ਇਹਦਾ ਮਤਲਬ ਆ ਗਿੱਲ ਸਾਹਿਬ ਕਿ ਇਹ ਕਿਸਾਨ ਅੰਦੋਲਨ ਸਿਰਫ ਅੰਦੋਲਨ ਨਹੀਂ ਰਿਹਾ, ਇੱਕ ਲੋਕਾਂ ਦੀ ਜ਼ੁਬਾਨ ਦੇ ਉੱਤੇ ਅਜਿਹਾ ਗੀਤ ਬਣ ਚੁੱਕਿਆ, ਇੱਕ ਸਾਡੇ ਇਤਿਹਾਸ ਦੀ ਤਵਾਰੀਖ ਬਣ ਚੁੱਕਿਆ। ਸੋ ਇਸ ਕਰਕੇ ਜਿਹੜਾ ਇੱਕ ਬਦਲ ਪੈਦਾ ਹੋ ਰਿਹਾ, ਇਹਦੇ ਚੋਂ ਕੁਛ ਨਾ ਕੁਛ ਖਲਾ ਵੀ ਪੈਦਾ ਹੋ ਸਕਦਾ, ਕੋਈ ਬਦਲ ਵੀ ਪੈਦਾ ਹੋ ਸਕਦਾ। ਔਰ ਜ਼ਿਆਦਾ ਚਾਂਸ ਨੇ ਕਿ ਜਿਹੜੀ ਜਵਾਨੀ ਅੱਜ ਸੜਕਾਂ ਦੇ ਉੱਤੇ ਆਈ ਹੈ, ਜਿਹਨੂੰ ਕਿਹਾ ਜਾਂਦਾ ਸੀ ਕਿ ਇਹ ਤਾਂ ਜੀ ਨਸ਼ਿਆਂ ਦੇ ਵਿੱਚ ਡੁੱਬ ਗਈ, ਇਹ ਤਾਂ ਜੀ ਗੀਤਾਂ ਦੇ ਉੱਤੇ ਨੱਚਣ ਜੋਗੀ ਰਹਿ ਗਈ, ਇਹ ਤਾਂ ਜੀ ਟਿਕਟੌਕ ਜੋਗੀ ਰਹਿ ਗਈ, ਇਹ ਤਾਂ WhatsApp ਦੇ ਉੱਤੇ ਗੀਤ ਭੇਜਣ ਜੋਗੀ ਰਹਿ ਗਈ, ਇਹ ਤਾਂ ਜੀ ਪੌਰਨ ਫਿਲਮਾਂ ਦੇਖਣ ਜੋਗੀ ਰਹਿ ਗਈ। ਅੱਜ ਉਹ ਜਵਾਨੀ ਪੰਜਾਬ ਦੀਆਂ ਸੜਕਾਂ ਤੇ ਜਦੋਂ ਨੱਚਦੀ ਆ, ਜਵਾਨੀ ਜਦੋਂ ਪੰਜਾਬ ਦੀਆਂ ਸੜਕਾਂ ਤੇ ਜਾ ਕੇ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਾਉਂਦੀ ਆ, ਤਾਂ ਦਿੱਲੀ ਤੱਕ ਹਿਲਦੀ ਆ, ਦਿਲ ਦਿੱਲੀ ਕੰਬਦੇ ਨੇ। ਔਰ ਗਿੱਲ ਸਾਹਿਬ ਇਹਦੇ ਚੋਂ ਕੁਛ ਨਾ ਕੁਛ ਆਸ ਹੈ ਕਿ ਜ਼ਰੂਰ ਨਿਕਲੂਗਾ, ਔਰ ਕੁਛ ਨਾ ਕੁਛ ਮੂਵਮੈਂਟ ਆ ਜਿਹੜੀ ਜ਼ਰੂਰ ਪੈਦਾ ਹੋਊਗੀ, ਕਿਉਂਕਿ ਇਸ ਦੌਰ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਜਦੋਂ PhD ਤੱਕ ਪੜ੍ਹੇ ਹੋਏ ਨੌਜਵਾਨ ਨੇ ਜਿਹੜੇ 2-2 ਹਜ਼ਾਰ ਰੁਪਈਏ ਦੇ ਉੱਤੇ ਅਰਧ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਨੇ। ਅਸੀਂ ਉਸ ਦੌਰ ਦੇ ਵਿੱਚੋਂ ਪੰਜਾਬ ਜਿਹੜਾ ਅੱਜ ਗੁਜ਼ਰ ਰਿਹਾ, ਜਦੋਂ ਪੜ੍ਹੀਆਂ ਲਿਖੀਆਂ ਕੁੜੀਆਂ ਨੇ ਜਿਹੜੀਆਂ ਉਹ 3-3 ਹਜ਼ਾਰ ਰੁਪਏ ਦੇ ਉੱਤੇ ਕੰਮ ਕਰ ਰਹੀਆਂ ਨੇ। ਤਾਂ ਇਸ ਸਥਿਤੀ ਦੇ ਵਿੱਚ ਜਦੋਂ ਨਾ ਕਿਸਾਨ ਨੂੰ ਮੁੱਲ ਮਿਲ ਰਿਹਾ, ਮਜ਼ਦੂਰ 8-8, 10-10 ਘੰਟੇ ਕੰਮ ਕਰਦਾ ਹੈ, ਮਹਿੰਗਾਈ ਦੇ ਵਿੱਚ 2 ਡੰਗ ਦੀ ਰੋਟੀ ਤੋਂ ਮੁਤਾਜ ਹੋਇਆ ਪਿਆ, ਛੋਟੇ ਦੁਕਾਨਦਾਰ, ਛੋਟੇ ਵਪਾਰੀ ਫੇਲ ਹੋਏ ਪਏ ਨੇ, ਤਾਂ ਇਹਦੇ 'ਚ ਕੋਈ ਨਾ ਕੋਈ ਬਦਲ ਜ਼ਰੂਰ ਆਊ। ਔਰ ਜਿਹੜਾ ਲੋਕ ਕਾਂਗਰਸ, ਅਕਾਲੀ, ਭਾਜਪਾ ਤੋਂ ਅੱਕੇ ਪਏ ਨੇ, ਭਾਜਪਾ ਤਾਂ ਬੋਰਡ ਲਾ ਕੇ ਪਿੰਡਾਂ 'ਚ ਵੀ ਭਾਜਪਾ ਲਾਗੂ ਭਾਈ ਸਾਡੇ ਪਿੰਡ 'ਚ ਨਾ ਵੜੇ, ਜੇ ਵੜਿਆ ਤਾਂ ਸਰਵਿਸ ਹੋਊਗੀ। ਤੇ ਇਸ ਤਰ੍ਹਾਂ ਦੇ ਬੋਰਡ ਆ ਜਿਹੜੇ ਉਹ ਲੱਗੇ ਨੇ, ਕਈ ਥਾਵਾਂ ਦੇ ਉੱਤੇ ਲੋਕ ਪਏ ਵੀ ਨੇ, ਕਿਤੇ ਪ੍ਰੈਸ ਕਾਨਫਰੰਸ ਨਹੀਂ ਕਰਨ ਦਿੰਦੇ ਇਹਨਾਂ ਨੂੰ। ਮਾਲਵੇ ਦੇ ਵਿੱਚ ਤਾਂ ਗਿੱਲ ਸਾਹਿਬ ਸਥਿਤੀ ਇੱਥੋਂ ਤੱਕ ਗਈ ਪਈ ਹੈ, ਜਦੋਂ ਪਤਾ ਲੱਗਦਾ ਵੀ ਪ੍ਰੈਸ ਕਾਨਫਰੰਸ ਭਾਜਪਾ ਦੀ ਹੋ ਰਹੀ ਹੈ, ਨਾਲ ਦੀ ਨਾਲ ਚਲੇ ਜਾਂਦੇ ਨੇ ਕਿਸਾਨ ਯੂਨੀਅਨ ਵਾਲੇ
ਤੇ ਜਦੋਂ ਮਾਰਦੇ ਨੇ ਬਾਹਰ ਨਾਰੇ, ਉਹ ਪ੍ਰੈਸ ਕਾਨਫਰੰਸ ਛੱਡ ਕੇ ਭੱਜਦੇ ਨੇ। 2-3 ਜ਼ਿਲ੍ਹਿਆਂ 'ਚ ਤਾਂ ਮੈਂ ਦੇਖੇ ਨੇ ਭੱਜਦੇ। ਤਾਂ ਇਹ ਹਾਲਤ ਜਿਹੜੀ ਬਣੀ ਹੋਈ ਹੈ, ਇਸ ਹਾਲਤ ਦੇ ਵਿੱਚ ਹੁਣ ਲੋਕ ਆ ਜਿਹੜੇ ਉਹ ਬਦਲ ਦੀ ਤਲਾਸ਼ ਦੇ ਵਿੱਚ ਨਜ਼ਰ ਆ ਰਹੇ ਨੇ। ਔਰ ਬਦਲ ਕਿਸ ਪਾਸੇ ਨੂੰ ਨਿਕਲੂਗਾ ਇਹ ਜ਼ਰੂਰ ਦੇਖਣਾ ਹੋਊਗਾ। ਉਹ ਬਦਲ ਚੰਗਾ ਵੀ ਹੋ ਸਕਦਾ, ਉਹ ਬਦਲ ਦੇ ਵਿੱਚ ਗੁੰਮਰਾਹ ਵੀ ਹੋ ਸਕਦੇ ਆ, ਕਿਉਂਕਿ ਪਹਿਲਾਂ ਅਸੀਂ 2-3 ਵਾਰ ਗੁੰਮਰਾਹ ਹੋ ਚੁੱਕੇ ਪਿਛਲੇ ਸਮਿਆਂ ਦੇ ਵਿੱਚ। ਗਿੱਲ ਸਾਹਿਬ, ਉਹ ਜਦੋਂ NRI ਵੀ ਗੁੰਮਰਾਹ ਹੋ ਚੁੱਕੇ। NRI ਨੇ ਖੁਦ ਪੈਸਾ ਬਹੁਤ ਭੇਜਿਆ ਜਦੋਂ ਖਟਕੜ ਕਲਾਂ ਦੀ ਧਰਤੀ ਤੋਂ ਮਨਪ੍ਰੀਤ ਬਾਦਲ ਨੇ ਚੱਕੀ ਸਹੁੰ ਲਾਇਆ ਇਨਕਲਾਬ ਜਿੰਦਾਬਾਦ ਦਾ ਨਾਅਰਾ ਤੇ ਚੱਲਿਆ ਕਾਫਲਾ। NRI ਵੀਰਾਂ ਨੂੰ ਵੀ ਲੱਗਿਆ ਕਿ ਪੰਜਾਬ 'ਚ ਇਨਕਲਾਬ ਤਾਂ ਆਇਆ ਤੇ ਆਇਆ ਹੀ ਲੈ, ਔਰ ਉਹਨਾਂ ਨੇ ਵੀ ਉੱਥੋਂ ਫੰਡ ਭੇਜੇ। ਪੰਜਾਬ ਦੇ ਜਵਾਨੀ ਨੂੰ ਵੀ ਲੱਗਿਆ, ਲੇਕਿਨ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਉਹ ਇਨਕਲਾਬ ਕਾਂਗਰਸ ਪਾਰਟੀ ਦੇ ਵਿੱਚ ਜਾ ਕੇ ਕਾਂਗਰਸ ਦੀ ਗੋਦੀ ਬੈਠ ਗਿਆ। ਉਸ ਤੋਂ ਬਾਅਦ ਵੀ ਦੁਬਾਰੇ ਫਿਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਜਦੋਂ ਨਾਅਰਾ ਲਾਇਆ ਇਨਕਲਾਬ ਜਿੰਦਾਬਾਦ, ਔਰ ਭਗਵੰਤ ਮਾਨ ਨੇ ਜਦੋਂ ਕਿਹਾ ਕਿ ਆਓ, ਤੇ ਪੰਜਾਬ ਦੀ ਜਵਾਨੀ NRI ਵੀਰ ਤੁਰੇ, ਬੜੀ ਵੱਡੀ ਗਿਣਤੀ ਦੇ ਵਿੱਚ NRIs ਨੇ ਫੰਡ ਭੇਜੇ। ਲੇਕਿਨ ਉਹ ਇਨਕਲਾਬ ਵੀ ਜਿਹੜਾ ਵੀ ਮੁੱਖ ਮੰਤਰੀ ਕੌਣ ਬਣੂ, ਇਸੇ ਰੌਲੇ 'ਚ ਹੀ ਰਹਿ ਗਿਆ ਜੀ। ਤੋਂ ਹੁਣ ਆਸ ਕਰਦੇ ਹਾਂ ਕਿ ਨਵਾਂ ਬਦਲ ਜਿਹੜਾ ਪੰਜਾਬ ਦਾ ਉਹ ਆਵੇ, ਔਰ ਇਹ ਬਦਲ ਆ ਜਿਹੜਾ ਉਹ ਸਿਰਫ ਸਰਕਾਰ ਬਦਲਣ ਤੱਕ ਨਾ ਰਹੇ। ਇਹ ਬਦਲ ਆ ਜਿਹੜਾ ਉਹ ਇਹ ਪ੍ਰਬੰਧ ਦੇ ਜੜ ਦੇ ਬਦਲਣ ਤੱਕ ਰਹੇ ਕਿ ਇਸ ਪ੍ਰਬੰਧ ਦੇ ਵਿੱਚ ਲੋਕਾਂ ਦੀ ਮੁਕਤੀ ਆ ਜਿਹੜੀ ਉਹ ਕਿਵੇਂ ਹੋਣੀ ਆ। ਜੀ ਗਿੱਲ ਸਾਹਿਬ, ਧੰਨਵਾਦ ਬਹੁਤ। ਤੁਸੀਂ ਨਿਚੋੜ ਕੱਢ ਕੇ ਰੱਖਿਆ। ਤੇ ਕੱਲ ਨੂੰ ਰੇਲ ਰੋਕਣ ਦੀ ਗੱਲ ਹੈ, ਹੁਣ 30 ਤਰੀਕ ਦੀ ਰਾਤ ਆ ਤੁਹਾਡੇ, ਤੇ ਆਉਣ ਵਾਲੇ ਦਿਨਾਂ 'ਚ ਇੱਕ ਅੱਧੇ ਦਿਨ ਦੇ ਵਿੱਚ ਫਿਰ ਅਪਡੇਟ ਲਵਾਂਗੇ ਤੁਹਾਡੇ ਤੋਂ। ਬਹੁਤ ਧੰਨਵਾਦ, ਤੁਸੀਂ ਦੇਰ ਰਾਤ ਗਏ ਮੇਰੇ ਨਾਲ ਗੱਲਬਾਤ ਕੀਤੀ। ਬੜਾ ਮਾਣ, ਤੇ ਨਵਾਂ ਰੇਡੀਓ ਸਟੇਸ਼ਨ ਜਿਹੜਾ ਨਵਾਂ ਨਹੀਂ 2000 ਦਾ ਚੱਲ ਰਿਹਾ ਸੀ, ਤੇ ਪਿਛਲੇ 5-6 ਵਰ੍ਹੇ ਥੋੜ੍ਹਾ ਜਿਹਾ ਇਸ ਨੂੰ ਬੰਦ ਕਰਾ ਦਿੱਤਾ ਗਿਆ, ਤੇ ਗੁਰੂ ਕਿਰਪਾ ਨਾਲ ਦੁਆਰਾ ਫਿਰ ਵੇਵਸ ਤੇ 600 AM ਤੇ ਸ਼ੇਰੇ ਪੰਜਾਬ ਰੇਡੀਓ, sherepunjabradio.ca, AM 600 ਸ਼ੇਰੇ ਪੰਜਾਬ ਰੇਡੀਓ, ਜਿੱਥੇ ਸਾਰੇ ਫੋਲੋ ਕਰ ਸਕਦੇ ਨੇ। ਧੰਨਵਾਦ ਬਹੁਤ। ਸ਼ੋਭੇ ਸ਼ਾਮਾ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ। ਸਰ ਨਵਕਿਨ ਸਿੰਘ ਪੱਤੀ ਬਰਨਾਲੇ ਤੋਂ ਮੇਰੇ ਨਾਲ ਗੱਲਬਾਤ ਕਰ ਰਹੇ ਸੀ। ਲੋਕ ਸੱਥ ਦੇ ਵਿੱਚ ਮੇਰੇ ਨਾਲ ਉਹ ਸ਼ਾਮਲ ਹੁੰਦੇ ਰਹਿਣਗੇ, ਗੱਲਬਾਤ ਸਾਡੀ ਚੱਲਦੀ ਰਿਹਾ ਕਰੇਗੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਸਰ ਅਜੇ ਪਾਲ ਸਿੰਘ ਬਰਾੜ, ਜਿਹੜੇ ਜੀਓਪੋਲਿਟਿਕਸ ਦੇ ਬੜੇ ਮਾਹਰ ਨੇ, ਉਸ ਖੇਤਰ ਦੇ ਵਿੱਚ ਕੀ ਹੋ ਰਿਹਾ, ਸੰਭਾਵਨਾਵਾਂ ਕੀ ਨੇ, ਤੇ ਬਹੁਤ ਇੱਕ ਵਧੀਆ ਕਿਤਾਬ ਅਬਦਾਲੀ ਦੇ ਸਮੇਂ ਦੀ ਉਹਨਾਂ ਨੇ, ਜਦ ਅਬਦਾਲੀ ਦੀ ਪਾਲ ਕੀ ਹਿੱਲੀ, when Abdali's palanquin shook, trembled, ਤੇ ਹੁਣੇ ਵਾਪਸ ਆ ਕੇ ਉਹਨਾਂ ਨਾਲ ਗੱਲਬਾਤ ਕਰਦੇ। ਸਾਰਿਆਂ ਦਾ ਫੇਰ ਇੱਕ ਵਾਰ ਧੰਨਵਾਦ ਹੈ। 600 AM ਸ਼ੇਰੇ ਪੰਜਾਬ ਰੇਡੀਓ ਤੁਸੀਂ ਸੁਣ ਰਹੇ ਹੋ ਹਰਜੀਤ ਗਿੱਲ ਸ਼ੋਅ ਦੇ ਵਿੱਚ, ਜਿੱਥੇ ਵੀ ਬੈਠੇ ਹੋ ਦੁਨੀਆ ਦੇ ਵਿੱਚ। ਧੰਨਵਾਦ ਹੈ। sherepunjabradio.ca ਤੇ ਤੁਸੀਂ ਲਿਸਨ ਲਾਈਵ ਜਿਹੜਾ ਹੁਣ ਸੁਣ ਰਹੇ ਹੋ, ਤੇ ਐਪ ਬਹੁਤ ਜਲਦੀ ਤਿਆਰ ਹੋ ਜਾਣਾ, ਤੇ ਤੁਹਾਡੀ ਲਿਸਨਰ ਲਾਈਨ ਵੀ ਹੋ ਜਾਣੀ ਹੈ, ਜਿੱਥੇ ਤੁਸੀਂ ਫੋਨ ਕਰਕੇ ਸੁਣ ਵੀ ਸਕੋਗੇ ਜੇ ਆਊਟ ਆਫ ਕਿਸੇ ਏਰੀਏ ਦੇ ਵਿੱਚ ਹੋਵੋ। 778 222 0600 778 222 0600 ਜਿਹੜਾ ਔਨ 에ਅਰ ਫੋਨ ਹੈ। ਪ੍ਰੋਗਰਾਮ ਦੇ ਸਪਾਂਸਰ ਹਨ ਥਿੰਕ ਇੰਸ਼ੋਰੈਂਸ, ਸਰ ਪਰਮਿੰਦਰ ਸਿੰਘ thinkinsurance.ca, 604 828 7213 ਅਲਬਰਟਾ ਤੇ BC ਸੇਵਾਵਾਂ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਮੌਰਗੇਜ, ਸੁਪਰ ਵੀਜ਼ਾ, ਡਿਸੇਬਿਲਿਟੀ ਦੀ ਇੰਸ਼ੋਰੈਂਸ ਤੇ 20% ਜਿਹੜਾ ਉਹ ਪ੍ਰੀਮੀਅਮ ਤੁਹਾਨੂੰ ਆਫ ਹੋਏਗਾ। 20% ਆਫ ਤੁਸੀਂ ਲੈ ਕੇ ਜਿਹੜਾ ਹੁਣ ਡਿਸੇਬਿਲਿਟੀ ਇੰਸ਼ੋਰੈਂਸ ਲੈ ਸਕਦੇ ਹੋ। 6048287213 ਪਰਮਿੰਦਰ ਸਿੰਘ ਥਿੰਕ ਇੰਸ਼ੋਰੈਂਸ। ਧੰਨਵਾਦ ਬਹੁਤ ਜਿਹੜੇ ਸਦਾ ਹੀ KRPI ਤੇ ਸ਼ੇਰੇ ਪੰਜਾਬ ਦੋਨਾਂ ਨੂੰ ਹੀ ਮਦਦ ਕਰਦੇ ਆ। ਨਾਲ ਹੀ ਗਗਨ ਸਿੰਘ ਪੰਜਾਬ ਫੋਰੈਕਸ 604 349 1313 ਪੰਜਾਬ ਨੂੰ ਡਾਲਰਾਂ ਦਾ ਵਧੀਆ ਰੇਟ ਤੇ ਰੁਪਈਆਂ ਦੇ ਵਧੀਆ ਡਾਲਰ, ਜਿੱਥੇ ਕਹੋ ਪੰਜਾਬ ਦੇ ਵਿੱਚ ਜਿਹੜੇ ਹੀ ਮਾਇਆ ਤੁਹਾਡੀ ਪਹੁੰਚ ਜੂ, ਤੇ ਤੁਸੀਂ ਜਦ ਮਰਜ਼ੀ ਇੱਥੇ ਡਾਲਰ ਦੇ ਦਿਓ ਤੇ ਰੁਪਈਏ ਤੁਸੀਂ ਉੱਥੋਂ ਲੈ ਸਕਦੇ ਹੋ। ਰੁਪਈਏ ਉੱਥੇ ਬਾਫਰ ਹੋ ਗਏ ਤਾਂ ਡਾਲਰ ਇੱਥੇ ਜਿਹੜਾ ਤੁਸੀਂ ਇੱਥੇ ਲੈ ਸਕਦੇ ਹੋ। ਦਾਅਵਾ ਤੇ ਵਾਅਦਾ ਪੱਕਾ, ਜਿਹੜੀ ਗੱਲ ਕਹਿ ਦਿੱਤੀ ਤਾਂ ਉਹ ਹੋਏਗੀ। 604 349 1313 ਪੰਜਾਬ ਦੇ ਵਿੱਚੋਂ ਸਰਾਜਪਾਲ ਸਿੰਘ ਬਰਾੜ ਦੇ ਨਾਲ ਕੰਟੈਕਟ ਅਸੀਂ ਕਰ ਰਹੇ ਹਾਂ। ਤੇ ਹੁਣ ਮੇਰੇ ਨਾਲ ਸਰਮੀਤ ਸਿੰਘ ਨੇ ਤੇ ਬ੍ਰੇਕਿੰਗ ਨਿਊਜ਼ ਦੇ ਰਹੇ ਨੇ। ਸਰਮੀਤ ਸਿੰਘ ਜੀ ਧੰਨਵਾਦ, ਥੈਂਕ ਯੂ।
ਬਹੁਤ ਧੰਨਵਾਦ ਗਿੱਲ ਸਾਹਿਬ। ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ ਜੀ, ਐਨਡੀਪੀ ਦੇ ਨਾਰਥ ਡੈਲਟਾ ਤੋਂ ਉਮੀਦਵਾਰ ਰਵੀ ਕਾਹਲੋਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਨੇ BC ਲਿਬਰਲ ਦੇ ਜਿਹੜੇ ਉਮੀਦਵਾਰ ਗੈਰੀ ਥਿੰਦ ਨੇ ਸਰੀ ਫਰੀਦਕੋਟ ਤੋਂ, ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਰਵੀ ਕਾਹਲੋਂ ਨੇ ਕਿਹਾ ਹੈ ਕਿ WhatsApp ਗਰੁੱਪ ਵਿੱਚ ਪਰਸਨਲ ਇਨਫੋਰਮੇਸ਼ਨ ਅਤੇ ਉਹਨਾਂ ਦੇ ਵੋਟਰਸ ਦੇ ਬਿਹਾਫ ਤੇ ਮੇਲ ਬੈਲਟ ਮੰਗਵਾਏ ਜਾਣ ਦੀ ਮੰਗ ਜਿਹੜੀ ਕੀਤੀ ਗਈ ਹੈ ਗੈਰੀ ਥਿੰਦ ਦੇ WhatsApp ਗਰੁੱਪ ਦੇ ਵਿੱਚ। ਇਸ ਸਮੇਂ ਅੱਜ ਐਨਡੀਪੀ ਵੱਲੋਂ ਲਿਬਰਲਸ ਨੂੰ 8 ਪ੍ਰਸ਼ਨ ਪੁੱਛੇ ਗਏ ਨੇ। ਰਵੀ ਕਾਹਲੋਂ ਦਾ ਕਹਿਣਾ ਹੈ ਕਿ ਜੇ ਪੈਂਡੈਮਿਕ ਕਰਕੇ ਜਦੋਂ ਵਧੇਰੇ ਵੋਟਾਂ ਮੇਲ ਬਾਕਸ ਰਾਹੀਂ ਪੈਣ ਦੀ ਸੰਭਾਵਨਾ ਹੈ ਤਾਂ ਇਸ ਸਮੇਂ ਇਹ ਅਜਿਹਾ ਰੁਝਾਨ ਸਾਹਮਣੇ ਆਉਣਾ ਹੋਰ ਵੀ ਚਿੰਤਾਜਨਕ ਹੋ ਸਕਦਾ ਹੈ। ਰਵੀ ਕਾਹਲੋਂ ਨੇ ਐਂਡਰਿਊ ਵਿਲਕਿੰਸਨ ਤੋਂ ਇਸ ਸੰਬੰਧੀ ਸਪਸ਼ਟੀਕਰਨ ਮੰਗਿਆ ਹੈ। ਰਵੀ ਕਾਹਲੋਂ ਨੇ ਪੁੱਛਿਆ ਹੈ ਕਿ ਕੀ ਐਂਡਰਿਊ ਵਿਲਕਿੰਸਨ ਨੂੰ ਇਸ ਬਾਰੇ ਜਾਣਕਾਰੀ ਸੀ। ਉਹਨਾਂ ਸ਼ੰਕਾ ਜ਼ਾਹਰ ਕੀਤਾ ਹੈ ਕਿ ਅਜਿਹੇ ਹੋਰ ਗਰੁੱਪਸ ਵੀ ਹੋਰ ਰਾਈਡਿੰਗਸ ਵਿੱਚ ਬਣਾਏ ਹੋ ਸਕਦੇ ਹਨ। ਰਵੀ ਕਾਹਲੋਂ ਨੇ ਸਪਸ਼ਟੀਕਰਨ ਮੰਗਿਆ ਕਿ ਲਿਬਰਲ ਉਮੀਦਵਾਰ ਵੱਲੋਂ ਇਸ ਸੰਬੰਧੀ ਕੋਈ ਸਪਸ਼ਟੀਕਰਨ ਦਿੱਤਾ ਗਿਆ ਸੀ ਜਾਂ ਉਹਨਾਂ ਨੇ ਉਹ ਇਸ ਮਾਮਲੇ ਦੇ ਸਾਹਮਣੇ ਆਉਣ ਤੱਕ ਚੁੱਪ ਰਹੇ। ਰਵੀ ਕਾਹਲੋਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਵੱਲੋਂ ਅਜਿਹੀ ਜਾਣਕਾਰੀ ਨਹੀਂ ਮੰਗੀ ਜਾਣੀ ਚਾਹੀਦੀ। ਅਸੀਂ ਦੱਸ ਦਈਏ ਗਿੱਲ ਸਾਹਿਬ, ਕੱਲ੍ਹ ਤੁਹਾਡੇ ਸ਼ੋਅ ਦੇ ਵਿੱਚ ਸ਼ੇਰੇ ਪੰਜਾਬ ਦੇ ਉੱਤੇ ਇਹ ਮੁੱਦਾ ਉੱਠਿਆ ਸੀਗਾ, ਕਾਲਰਸ ਵੱਲੋਂ ਕਾਲ ਕੀਤੀ ਗਈ ਸੀਗੀ ਤੇ ਅੱਜ ਰਵੀ ਕਾਹਲੋਂ ਨੇ ਆਪਣੀ ਪ੍ਰੈਸ ਕਾਨਫਰੰਸ ਦਾ ਜ਼ਿਕਰ ਕੀਤਾ ਹੈ ਕਿ ਸ਼ੇਰੇ ਪੰਜਾਬ ਨੇ ਕੱਲ੍ਹ ਇਹ ਮੁੱਦਾ ਚੁੱਕਿਆ ਸੀਗਾ। ਸੋ ਇਸ ਸਮੇਂ ਦੀ ਵੱਡੀ ਖਬਰ ਜਿਹੜੀ ਹੈਗੀ ਹੈ ਕਿ ਰਵੀ ਕਾਹਲੋਂ ਵੱਲੋਂ ਲਿਬਰਲਸ ਨੂੰ ਕਟਹਿਰੇ ਵਿੱਚ ਖੜਾ ਕੀਤਾ ਗਿਆ ਹੈਗਾ। ਉਹਨਾਂ ਨੇ ਸਰੀ ਫਰੀਦਕੋਟ ਉਮੀਦਵਾਰ ਗੈਰੀ ਥਿੰਦ ਨੂੰ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ, ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਜੀ, ਤੇ ਐਂਡਰਿਊ ਵਿਲਕਿੰਸਨ ਤੋਂ ਇਸ ਸੰਬੰਧੀ ਪੋਜੀਸ਼ਨ ਕਲੀਅਰ ਕਰਨ ਨੂੰ ਕਿਹਾ ਹੈ। ਧੰਨਵਾਦ ਸਰਮੀਤ, ਬਹੁਤ ਬਹੁਤ ਤੁਹਾਡਾ। ਤੇ ਤੁਸੀਂ ਬ੍ਰੇਕਿੰਗ ਨਿਊਜ਼ ਦੀ ਕੱਲ ਹਰਜੀਤ ਗਿੱਲ ਸ਼ੋਅ ਦੇ ਵਿੱਚ ਇਸ ਵਿਸ਼ੇ ਤੇ ਗੱਲਬਾਤ ਹੋਏਗੀ ਤੇ ਸ਼ਾਮ ਨੂੰ ਮੇਨ ਸਟ੍ਰੀਮ ਮੀਡੀਆ ਨੇ ਇਸ ਤੇ ਗੱਲਬਾਤ ਕੀਤੀ। ਗਲੋਬਲ ਨਿਊਜ਼ ਕੱਲ ਆਥਣੇ ਤੇ ਅੱਜ ਕੱਲ ਸਵੇਰੇ। ਗੱਲ ਇਹ ਹੈ, ਲੋਕਤੰਤਰ ਦੇ ਇਸ ਯੁੱਗ ਦੇ ਵਿੱਚ ਸੱਚ ਤੇ ਰਹਿ ਕੇ ਤੁਸੀਂ ਕੇਸ ਲੜੋ ਆਪਣਾ, ਤੁਸੀਂ ਸੱਚ ਦੇ ਰਹਿ ਕੇ ਆਪਣੀ ਇਲੈਕਸ਼ਨ ਲੜੋ। ਜੇ ਤੁਸੀਂ ਲਾਅ ਮੇਕਰ ਬਣਨਾ ਹੈ, ਕਾਨੂੰਨ ਜੇ ਪਹਿਲਾਂ ਤੁਸੀਂ ਤੋੜਦੇ ਲੱਗਦੇ ਹੋ, ਤੁਸੀਂ ਕਿਹੋ ਜੀ ਤੁਹਾਡੀ ਉੱਥੇ ਜਾ ਕੇ ਸ਼ਖਸੀਅਤ ਨਿਖਰੇਗੀ, ਕੀ ਤੁਸੀਂ ਕਰੋਗੇ। ਜੇ ਗਲਤ, ਹਾਂ ਜੇ ਜਾਣੇ ਅਣਜਾਣੇ 'ਚ ਗਲਤੀ ਹੋ ਗਈ ਤਾਂ ਉਹਨੂੰ ਐਕਸੈਪਟ ਕਰੋ। ਤੁਸੀਂ ਇਹ ਨਹੀਂ ਕਹਿ ਸਕਦੇ ਮੈਂ ਗਲਤ ਕੀਤਾ ਨਹੀਂ। ਸਰਦਾਰ ਅਜੇਪਾਲ ਸਿੰਘ ਬਰਾੜ ਮੇਰੇ ਨਾਲ ਨੇ ਤੇ ਹੁਣੇ ਹੀ 1 ਮਿੰਟ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ। ਸਾਰਿਆਂ ਦਾ ਇੱਕ ਵਾਰ ਫੇਰ ਧੰਨਵਾਦ ਹੈ, ਮੇਰੇ ਨਾਲ ਤੁਸੀਂ ਸ਼ਾਮਲ ਹੋ। ਹੁਣ ਪੰਜਾਬ ਤੋਂ ਸਰਦਾਰ ਅਜੇਪਾਲ ਸਿੰਘ ਬਰਾੜ ਹੋਣੀ ਮੇਰੇ ਨਾਲ ਨੇ, ਜਿਹੜੇ ਉਸ ਸਾਰੇ ਖਿੱਤੇ ਦੀ ਏਸ਼ੀਆ ਦੇ ਵਿੱਚ ਜੀਓਪੋਲਿਟਿਕਸ ਤੇ ਉਸ ਤੇ ਉਹ ਨਿਗਾਹ ਰੱਖਦੇ ਨੇ ਕੀ ਹੋ ਰਿਹਾ। ਪਰ ਅੱਜ ਪੰਜਾਬ ਦੇ ਵਿੱਚ ਮਗੇ ਇਸ ਸੰਘਰਸ਼ ਦੇ ਬਾਰੇ ਉਹ ਮੇਰੇ ਨਾਲ ਗੱਲਬਾਤ ਕਰਨਗੇ। ਰਾਜਨੀਤੀ ਵਾਲੇ ਪਾਸਿਓਂ ਕੀ ਐਸਪੈਕਟ ਨੇ, ਕਿਹੋ ਜਿਹੀ ਰਾਜਨੀਤੀ ਹੋਏਗੀ 2022 ਦੇ ਵਿੱਚ, 2022 ਦੇ ਵਿੱਚ ਕੀ ਹੋਣ ਜਾ ਰਿਹਾ ਤੇ ਨਾਲ ਹੀ ਬੀਜੇਪੀ ਸਰਕਾਰ ਇਸ ਨੂੰ ਕਿਸ ਤਰ੍ਹਾਂ ਲੈ ਰਹੀ ਹੈ। ਸਰਦਾਰ ਬਰਾੜ ਤੁਹਾਡਾ ਧੰਨਵਾਦ ਹੈ ਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸ਼ੇਰੇ ਪੰਜਾਬ ਰੇਡੀਓ ਤੋਂ ਤੁਸੀਂ ਮੇਰੇ ਨਾਲ ਮੁਖਾਤਬ ਹੋ, ਧੰਨਵਾਦ ਤੁਸੀਂ ਸਮਾਂ ਕੱਢਿਆ ਬਰਾੜ ਸਾਹਿਬ। ਮੈਨੂੰ ਪਿਛਲੇ ਦਿਨੀ ਬੜਾ ਮਾਣ ਮਹਿਸੂਸ ਹੋਇਆ ਸ਼ੰਭੂ ਬਾਰਡਰ ਤੇ ਜਦ ਤੁਸੀਂ ਬੈਠੇ ਦੋਸਤਾਂ ਦੇ ਨਾਲ ਤੇ ਆਪਣਾ ਬਣਦਾ ਸਰਦਾ ਯੋਗਦਾਨ ਉਹਦੇ ਵਿੱਚ ਪਾ ਰਹੇ ਸੀ। ਪੰਜਾਬ ਦੇ ਇਸ ਸੰਘਰਸ਼ ਦੇ ਬਾਰੇ ਤੁਸੀਂ ਇੱਕ ਚਿੰਤਕ ਦੇ ਤੌਰ ਤੇ ਇਸ ਸੰਘਰਸ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ? ਪਿਛਲੇ ਕੋਈ 20-30 ਸਾਲਾਂ ਦੇ ਵਿੱਚ ਇੰਨਾ ਵੱਡਾ ਉਭਾਰ ਜਿਹੜਾ ਆਮ ਲੋਕਾਂ ਦਾ ਆਇਆ, ਆਮ ਜਨਤਾ ਦਾ ਆਇਆ, ਇਹ ਮੈਂ ਪਹਿਲੀ ਵਾਰ ਵੇਖਿਆ ਜੀ ਕਿ ਜਿਹੜੇ ਹਰ ਵਰਗ ਦਾ ਹੀ ਪੰਜਾਬੀ ਉੱਠ ਕੇ ਨਾਲ ਲੱਗ ਗਿਆ ਜੀ। ਤੇ ਇਹਨੂੰ ਸਿਰਫ ਇਹ ਠੀਕ ਆ, ਇਹਨੂੰ ਇੱਕ ਚਿੰਗਿਆਰੀ ਜਾਂ ਇੱਕ ਕਹਿ ਦੋ ਜਾਂ ਇੱਕ ਉਹ ਕਿਸਾਨ ਸੰਘਰਸ਼ ਚੋਂ ਮਿਲੀ ਜਾਂ ਕਿਸਾਨ ਇਸ਼ੂ ਚੋਂ ਮਿਲੀ ਆ ਜਾਂ ਕਿਸਾਨੀ ਦੇ ਇਸ਼ੂ ਚੋਂ ਮਿਲੀ ਆ। ਪਰ ਕਿਤੇ ਨਾ ਕਿਤੇ ਐਂ ਲੱਗਦਾ ਜਿਵੇਂ ਲੋਕਾਂ ਦੇ ਵਿੱਚ ਬਹੁਤ ਹੀ ਗੁੱਸਾ ਭਰਿਆ ਪਿਆ ਪੋਲੀਟੀਸ਼ੀਅਨਸ ਦੇ ਅਗੇਂਸਟ, ਕੇਂਦਰ ਦੇ ਖਾਸ ਕਰਕੇ, ਤੇ ਖਾਸ ਕਰਕੇ ਕੇਂਦਰ ਤੋਂ ਇਲਾਵਾ ਜੀ ਖਾਸ ਕਰਕੇ ਬੀਜੇਪੀ ਸਰਕਾਰ ਦੇ ਅਗੇਂਸਟ, ਜਿਵੇਂ ਕਿ ਕਈ ਉਹਦੀਆਂ ਨੀਤੀਆਂ ਨੂੰ ਲੈ ਕੇ ਬਹੁਤ ਹੀ ਗੁੱਸਾ ਹੈ, ਜਿਹੜਾ ਗੁੱਸੇ ਦਾ ਹੀ ਉਹ ਰੋਸ ਹੀ ਨਜ਼ਰ ਆ ਰਿਹਾ ਲੋਕਾਂ ਦੇ ਵਿੱਚ। ਤੇ ਇਕੱਲੇ ਕਿਸਾਨਾਂ 'ਚ ਨਹੀਂ, ਹਰ ਵਰਗ 'ਚ ਹੀ ਆ ਰਿਹਾ ਜੀ। ਇੰਨਾ ਲੋਕਾਂ ਦਾ ਉਭਾਰ ਮੈਂ ਨਹੀਂ ਦੇਖਿਆ, ਬਹੁਤ ਪਿਛਲੇ ਕਈ ਸਾਲਾਂ ਤੋਂ ਨਹੀਂ ਦੇਖਿਆ ਜੀ। ਬਰਾੜ ਸਾਹਿਬ, ਉਭਾਰ ਜਿਹੜੇ ਜੇ ਆਪਾਂ 95 ਤੋਂ ਬਾਅਦ ਦੀ ਗੱਲ ਵੇਖੀਏ, ਇੱਕ ਉਹ ਸੰਘਰਸ਼ ਦੀ ਅਲੱਗ ਰੂਪ ਰੇਖਾ ਸੀ ਜਿਹਦੇ ਵਿੱਚ
ਲੱਗਦਾ ਹੋਵੇ ਚੁੱਪ ਕਰਕੇ ਪੰਜਾਬ ਹੋਵੇ, ਪਰ ਇਉਂ ਨਹੀਂ ਸੀ ਵੀ ਸਾਰਾ ਪੰਜਾਬ ਸੜਕਾਂ ਤੇ ਆ। ਠੀਕ ਹੈ, ਕਪੂਰੀ ਦੇ ਮੋਰਚੇ ਤੋਂ ਲੈ ਕੇ ਧਰਮਯੁੱਧ ਮੋਰਚੇ ਦੇ ਵਿੱਚ ਅਸੀਂ ਕਰਦੇ ਹਾਂ, ਪੱਬਾਂ ਤੇ ਆਉਨੇ ਆ, ਪਰ ਗੱਲਾਂ ਠੁੱਸ ਹੋ ਜਾਂਦੀਆਂ। ਇਸ ਆਭਾਰ ਨੂੰ ਤੁਸੀਂ ਕਿੱਧਰ ਨੂੰ ਜਾਂਦਾ ਵੇਖਦੇ ਹੋ? ਕਿਸੇ ਪਾਸੇ ਗੱਲ ਤਣ ਪੱਤਣ ਲੱਗੂ ਕਿ ਉਸ ਤਰ੍ਹਾਂ ਹੀ ਰਾਜਨੀਤਿਕ ਬੰਦਿਆਂ ਦੇ ਨਾਲ ਮਿਲ ਕੇ ਤੇ ਦਿੱਲੀ ਨਾਲ ਜਾ ਕੇ ਬਹਿ ਕੇ ਤੇ ਗੰਢ ਧੁੱਪ ਕਰਕੇ ਵਾਪਸ ਮੁੜ ਆਉਣਗੇ? ਕਿਹੋ ਜੀ ਨਬਜ਼ ਕਿਹੋ ਜੀ ਆ ਲੋਕਾਂ ਦੀ? ਗਿੱਲ ਸਾਹਿਬ, ਪਹਿਲਾਂ ਤਾਂ ਆਪਾਂ ਨਾ ਉਭਾਰ ਨੂੰ ਸਮਝੀਏ ਕਿ ਵੀ ਕਿਉਂ ਹੋ ਰਿਹਾ, ਫਿਰ ਆਪਾਂ ਨੂੰ ਉਹਦਾ ਲੱਗੂਗਾ ਪਤਾ ਕਿ ਵੀ ਅਗਾਂਹ ਕੀ ਹੋ ਸਕਦਾ ਜਾਂ ਕੀ ਨਹੀਂ ਹੋ ਸਕਦਾ। ਠੀਕ ਹੈ ਜੀ। ਦੇਖੋ, ਜੇ ਆਪਾਂ ਇਹਨੂੰ ਉਭਾਰ ਨੂੰ ਦੇਖੀਏ ਤਾਂ ਇਹ ਇਕੱਲਾ ਕੋਈ ਕਿਸਾਨੀ ਦਾ ਉਭਾਰ ਨਹੀਂ। ਇਹਦੇ ਵਿੱਚ ਜੋ ਪਿੱਛੇ ਹਾਲਾਤ ਚੱਲ ਰਹੇ ਸੀ, ਜਿਵੇਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਸਮੈਨੇਜਮੈਂਟ ਸਾਹਮਣੇ ਆ ਰਹੀ ਸੀ, ਉਧਰੋਂ ਸੈਣੀ ਵਾਲਾ ਕੇਸ ਸੀ, ਉਦੋਂ ਵੀ ਪਿੱਛੇ ਜਾਂਦੇ ਰਹੀਏ ਤਾਂ ਜਿਸ ਤਰੀਕੇ ਨਾਲ ਲੇਬਰ ਲਾਅਸ ਖਤਮ ਕੀਤੇ ਗਏ, ਕੇਂਦਰੀਕਰਨ ਹੋ ਰਿਹਾ ਸੀ ਤੇ ਕੋਵਿਡ ਨੂੰ ਡੀਲ ਕੀਤਾ ਗਿਆ ਤੇ ਜਿਵੇਂ ਲੋਕਾਂ ਨੂੰ ਮਿਸਟ੍ਰੀਟ ਹੋਏ, ਇਹ ਸਾਰਾ ਕੁਝ ਰਲ ਕੇ ਨਾ ਇੱਕ ਸਟ੍ਰੈਸ ਪਾ ਰਿਹਾ ਸੀ ਸਾਰੇ ਸਿਸਟਮ ਦੇ ਉੱਤੇ, ਇੱਕ ਇਨਸਾਨ ਆਦਮੀ ਦੇ ਉੱਤੇ। ਫਿਰ ਬੇਰੁਜ਼ਗਾਰੀ ਵੱਧ ਰਹੀ ਆ, ਇਨਫਲੇਸ਼ਨ ਆਈ ਵੀ ਆ ਪਰ ਆਮਦਨਾ ਹੈ ਨਹੀਂ, ਮਤਲਬ ਇੱਕ ਬੜੀ ਪ੍ਰੀਕੀਰੀਅਸ ਜਿਹੀ ਸਿਚੁਏਸ਼ਨ ਹੈਗੀ ਆ ਤੇ ਐਕਸਪਲੋਇਟ ਹੋ ਰਹੇ। ਮਾਝੇ ਦੇ ਵਿੱਚ ਸ਼ਰਾਬ ਚ ਲੋਕੀ ਮਰੇ। ਸੋ ਮਤਲਬ ਕਈ ਚੀਜ਼ਾਂ ਦਾ ਹਰ ਪਾਸਿਓਂ ਹਤਾਸ਼ ਸੀ ਲੋਕ ਤੇ ਉਹਨਾਂ ਨੂੰ ਕੋਈ ਇੱਕ ਪਾਸੇ ਇੱਕ ਆਊਟਲੈਟ ਮਿਲੀ, ਉਦੋਂ ਇੱਕਦਮ ਆ ਗਏ ਸੜਕਾਂ ਤੇ ਕਹਿ ਲਓ, ਤੇ ਉਹਦੇ ਵਿੱਚ ਵੀ ਉਹਨਾਂ ਨੇ ਮਤਲਬ ਇਹ ਹੁਣ ਇਹ ਗੱਲ ਆ ਕਿ ਵੀ ਇਹ ਕੀ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਕਿ ਵੀ ਕੀ ਇਹ ਲੋਕੀ ਆਏ ਇਹ ਸੰਘਰਸ਼ ਵੀ ਵਿਕ ਜੂਗਾ ਜਾਂ ਖਤਮ ਹੋ ਜੂ ਜਾਂ ਪੈਟਰ ਆਫ ਹੋ ਜੂ। ਹਾਂ, ਆਪਣੇ ਪਿਛਲੇ ਸੰਘਰਸ਼ ਕਈ ਹੈਗੇ ਆ ਜਿਹੜੇ ਆਪਾਂ ਦੇਖੇ ਆ ਉੱਥੇ ਆ ਤੇ ਉਹ ਖਤਮ ਹੋਏ ਆ। ਉੱਥੇ ਖਤਮ ਹੋਣ ਦੇ ਵਿੱਚ ਵੀ ਆਪਾਂ ਜੇ ਵੇਖੀਏ ਤਾਂ ਇਹ ਆ ਕਿ ਵੀ ਡਿਮਾਂਡਸ ਵੀ ਨਹੀਂ ਪੂਰੀਆਂ ਹੋਈਆਂ, ਜਾਂ ਲੋਕਾਂ ਦੀਆਂ ਉਹ ਡਿਮਾਂਡਾਂ ਕੁਛ ਸੀਗੀਆਂ ਤੇ ਲੋਕਾਂ ਦੀਆਂ ਇੱਛਾਵਾਂ ਕਿਤੇ ਅੱਗੇ ਸੀਗੀਆਂ ਤਾਂ ਉਹ ਨਹੀਂ ਪੂਰੀਆਂ ਹੋ ਸਕੀਆਂ। ਇਹ ਤਾਂ ਸਮਾਂ ਹੀ ਦੱਸੂਗਾ ਜੀ ਕਿ ਇਸ ਵਾਰੀ ਇਹ ਗੱਲ ਹੁੰਦੀ ਹੈ ਕਿ ਨਹੀਂ ਹੁੰਦੀ। ਪਰ ਜਿੱਥੋਂ ਤੱਕ ਪੰਜਾਬੀਆਂ ਦਾ ਸਵਾਲ ਆ ਜਾਂ ਇਸ ਖਿੱਤੇ 'ਚ ਲੋਕੀ ਜਿਹੜੇ ਵਸ ਰਹੇ ਆ ਉਹਨਾਂ ਦਾ ਸਵਾਲ ਆ, ਤਾਂ ਇਹ ਆ ਕਿ ਇਹ ਲੋਕ ਆਰਥਿਕ ਪੱਖੋਂ ਵੀ ਮਜਬੂਰੀਆਂ ਸਹਿ ਲੈਂਦੇ ਆ, ਹੋਰ ਤੰਗੀਆਂ ਵੀ ਸਹਿ ਲੈਂਦੇ ਆ, ਪਰ ਜਿਵੇਂ ਹੁਣ ਐਂ ਲੱਗਿਆ ਜਿਵੇਂ ਕਿਸੇ ਨੇ ਗੁਲਾਮੇ ਨੂੰ ਹੱਥ ਪਾ ਲਿਆ ਹਨਾ। ਠੀਕ ਹੈ, ਉਹ ਗੁਲਾਮੇ ਨੂੰ ਜਿਹੜਾ ਹੱਥ ਪੈਂਦਾ ਨਾ ਉਹ ਬੰਦਾ ਨਹੀਂ ਇੱਥੋਂ ਦਾ ਸਹਾਰਦਾ, ਉਹਨੇ ਅੱਗੋਂ ਰਿਟੋਰਟ ਕੀਤਾ ਤੇ ਇਹ ਉਹ ਤੁਹਾਨੂੰ ਨਜ਼ਰ ਆ ਰਿਹਾ ਜੀ। ਹੁਣ ਇਹ ਆਪਣੇ ਲੀਡਰਸ਼ਿਪ ਤੇ ਆ, ਲੀਡਰਸ਼ਿਪ ਵੀ ਡਿਸਕ੍ਰੈਡਿਟਡ ਹੈਗੀ ਆ। ਹੁਣ ਵੇਖੋ ਕਿਸਾਨ ਯੂਨੀਅਨ ਵੀ ਅੱਗੇ ਆ ਰਹੀਆਂ, ਕਲਾਕਾਰ ਵੀ ਅੱਗੇ ਆ ਰਹੇ ਆ। ਹੁਣ ਇਹਦੇ ਵਿੱਚੋਂ ਇੱਕ ਲੀਡਰਸ਼ਿਪ ਅਮਰਜ ਹੁੰਦੀ ਆ ਤੇ ਉਹਨੂੰ ਸੇਧ ਦੇ ਸਕਦੀ ਆ। ਵੈਸੇ ਤਾਂ ਇਹ ਟਾਈਮ ਹੀ ਦੱਸੂ, ਪਰ ਮੈਂ ਬਹੁਤ ਆਪਟੀਮਿਸਟਿਕ ਹਾਂ ਕਿ ਕੁਛ ਨਾ ਕੁਛ ਜ਼ਰੂਰ ਨਿਕਲੂਗਾ। ਇਹ ਜਿਹੜਾ ਰਿੜਕਿਆ ਜਾ ਰਿਹਾ ਨਾ, ਰਿੜਕੇ ਚੋਂ ਦੇਖੋ ਛਿੱਤਾਂ ਵੀ ਨਿਕਲਣਗੀਆਂ, ਛੱਡੀਆਂ ਜੀਆਂ ਵੀ ਨਿਕਲਣਗੀਆਂ ਤੇ ਮੱਖਣ ਵੀ ਨਿਕਲੂਗਾ। ਬਿਲਕੁਲ ਠੀਕ ਹੈ। ਰਾਜਨੀਤਿਕ ਮਹਾਜ ਤੋਂ ਮੈਂ ਵੇਖਾਂ ਤੁਹਾਡਾ ਉਹ ਵਿਸ਼ਾ ਹੈ ਬਾਦਲ, ਸ਼੍ਰੋਮਣੀ ਅਕਾਲੀ ਦਲ। ਮੈਂ ਕਹਾਂ ਬਾਦਲ ਅਕਾਲੀ ਦਲ ਨੂੰ ਕਹਿਣ ਲੱਗੇ, ਸ਼੍ਰੋਮਣੀ ਅਕਾਲੀ ਦਲ ਹੈ, ਉਹਨਾਂ ਦੀ ਰਿਜ਼ਾਈਨ ਤੋਂ ਬਾਅਦ ਵੀ ਹਰਸਿਮਰਤ ਬਾਦਲ ਦੇ ਲੋਕ ਐਕਸੈਪਟ ਨਹੀਂ ਕਰ ਰਹੇ, ਵਿਰੋਧ 'ਚ। ਕਾਂਗਰਸ ਵਾਲੇ MLA ਨੂੰ ਬੋਲਣ ਨਹੀਂ ਦਿੱਤਾ, ਕੋਟ ਭਾਈ ਨੂੰ। ਉਹਦੇ ਬਾਅਦ ਆਮ ਆਦਮੀ ਪਾਰਟੀ ਵੀ ਹੈ ਤੇ BJP ਵੀ ਹੈ ਤੇ ਬੈਂਸ ਭਰਾ ਤੇ ਧਰਮਵੀਰ ਗਾਂਧੀ ਤੇ ਉਸ ਤੋਂ ਬਾਅਦ ਖਹਿਰਾ ਸਾਹਿਬ, ਇਹ ਸਾਰੇ ਰਾਜਨੀਤਿਕ ਬੰਦੇ ਚੁੱਪ ਬੈਠੇ ਆ। ਇਹਨੂੰ ਕਿਵੇਂ ਵੇਖ ਰਹੇ ਹੋ ਤੁਸੀਂ? ਇਹ ਸੋਚ ਰਹੇ ਆ ਬਈ ਇਹਨਾਂ ਦੇ ਹੱਥ ਨਹੀਂ ਹਲੇ ਪੈਣਾ, ਜਾਂ ਹਲੇ ਗੁੜ ਚੰਡਣ ਤੋਂ ਪਹਿਲਾਂ ਪੁੱਠਾ ਹੱਥ ਲਾ ਕੇ ਵੇਖ ਰਹੇ ਆ ਵੀ ਗਰਮ ਕਿੰਨਾ ਕੁ ਹੈ? ਰਾਜਨੀਤਿਕ ਬੰਦੇ ਆਪਣੇ ਪੈਂਤੜੇ ਦੀ ਤਿਆਰੀ 'ਚ ਬੈਠੇ ਆ, ਪਰ ਰਾਜਨੀਤਿਕ ਖਿਲਾਰੇ ਦੇ ਚਾਂਸਸ ਇਸ ਵਾਰ ਹੈ, ਜਾਂ ਲੋਕ ਹੁਣ ਇਸ ਵਾਰ ਜਮਾਂ ਹੀ ਇਸ ਤਰ੍ਹਾਂ ਬੈਠਿਆ ਹੋਏ ਨਹੀਂ ਹੁਣ ਨਹੀਂ ਹੋ ਸਕਦਾ, ਹੁਣ ਸਾਨੂੰ ਕੋਈ ਨਹੀਂ ਵੇਚ ਸਕਦਾ? ਦੇਖੋ ਜੀ, ਜਿੱਥੋਂ ਤੱਕ ਰਾਜਨੀਤਿਕ ਲੋਕ ਆ ਇਹ ਡੈਫੀਨੇਟਲੀ ਕੋਸ਼ਿਸ਼ ਕਰ ਰਹੇ ਆ ਆਪਦੀ ਪੂਰੀ ਕਿ ਵੀ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੁਬਾਰਾ ਅਸੀਂ ਆਪਦੇ ਉਸ ਮੱਕੜ ਜਾਲ 'ਚ ਕਹਿ ਲਓ ਜਾਂ ਦੁਬਾਰਾ ਉਸ 'ਚ ਲੈ ਆਈਏ। ਤੇ ਰਾਜਨੀਤੀ ਖੈਰ ਜ਼ਰੂਰੀ ਵੀ ਹੁੰਦੀ ਹੈ ਇੱਕ ਸਟੇਟ ਦੇ ਵਿੱਚ, ਇਹ ਨਹੀਂ ਆਪਾਂ ਕਹਿ ਸਕਦੇ ਵੀ ਰਾਜਨੀਤਿਕ ਲੋਕਾਂ ਤੋਂ ਬਗੈਰ ਹੱਲ ਹੋ ਜਾਊਗਾ। ਪਰ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਆ ਉਹਦੇ ਵਿੱਚ ਕੋਈ ਵੀ ਕਿਸੇ ਨੂੰ ਉੱਤੇ ਵੀ ਕੋਈ ਵੀ ਕ੍ਰੈਡਿਟੇਬਲ ਫੇਸ ਨਹੀਂ ਹੈਗਾ ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕੇ। ਲੋਕੀ ਮਤਲਬ ਲੋਕਾਂ ਨੂੰ ਇਹ ਲੱਗਦਾ ਕਿ ਵੀ ਇਹ ਸਾਰੇ ਸਾਨੂੰ ਧੋਖੇ ਹੋ ਰਹੇ ਆ ਗਰਾਊਂਡ ਦੇ ਉੱਤੇ ਆ। ਮੈਂ ਗਿੱਲ ਸਾਹਿਬ ਤੁਹਾਨੂੰ ਛੋਟਾ ਜਿਹਾ ਇੱਕ ਇਨਫੋਰਮੇਸ਼ਨ ਸ਼ੇਅਰ ਕਰੂੰਗਾ, ਜਿਵੇਂ CDS ਨੀਤੀ ਦਾ ਇਨਫੋਰਮੇਸ਼ਨ ਸ਼ੇਅਰ ਕਰ ਰਿਹਾ ਸੀ ਕਿ ਅਕਾਲੀ ਦਲ ਗੱਠਜੋੜ ਦਾ ਜਿਹੜਾ ਅਕਾਲੀ ਦਲ BJP ਗੱਠਜੋੜ ਸੀ ਉਹ 2014 ਦੇ ਵਿੱਚ ਕਿਸਾਨੀ ਦੇ ਵਿੱਚ ਪੰਜਾਬ ਦੀ ਦੇ ਵਿੱਚ
ਕਾਂਗਰਸ ਨਾਲੋਂ 25% ਵੱਧ ਵੋਟ ਸ਼ੇਅਰ ਸੀਗਾ। ਇਹ CDS ਨੀਤੀ ਯੋਗ ਦਾ ਹੈਗਾ ਜੀ ਫਿਗਰ ਜੀ। 2017 ਚ ਆਉਂਦੇ ਉਹ ਬਿਲਕੁਲ ਉਲਟਾ ਹੋ ਗਿਆ। ਕਾਂਗਰਸ 4% ਲੀਡ ਕਰਨ ਲੱਗ ਗਈ। ਅੱਜ ਕਹਿੰਦੇ ਉਹ ਸ਼ਾਇਦ 20-25% ਲੀਡ ਕਰਨ ਦੀ ਕੋਸ਼ਿਸ਼ ਚ ਸੀਗੀ, 2019 ਦੇ ਵਿੱਚ ਸੀਗੀ। ਤਾਂ ਦੇਖੋ ਕਿੰਨਾ ਉਹਨਾਂ ਦਾ ਪੇਂਡੂ ਜਿਹੜਾ ਬੇਸਿਕ ਉਹਨਾਂ ਦਾ ਵੋਟ ਬੈਂਕ ਸੀ ਉਹ ਕਿੰਨਾ ਡਿਸਟਰੋਏ ਹੋ ਰਿਹਾ ਸੀ ਲਗਾਤਾਰ। ਤੇ ਉਹਨਾਂ ਦੀ ਹੁਣ ਦੇਖੋ ਉਹਨਾਂ ਨੇ ਮਿਨਿਸਟਰੀ ਵੀ ਛੱਡਤੀ, ਉਹਨਾਂ ਨੇ ਸਾਥ ਵੀ ਛੱਡਤਾ BJP ਦਾ, ਪਰ ਹਲੇ ਵੀ ਲੋਕ ਇਹਨਾਂ ਦੀ ਲੀਡਰਸ਼ਿਪ ਨੂੰ ਗੁਰਦੁਆਰਿਆਂ 'ਚ ਘੇਰ ਰਹੇ ਆ। ਸੁਖਚੈਨਾ ਤੇ ਜਲੰਧਰ ਕੋਲੇ ਫਗਵਾੜੇ ਕੋਲੇ ਘੇਰਿਆ, ਫਿਰ ਪਿੱਛੇ ਜੇ ਸੰਗਰੂਰ ਇਹ ਹਸ਼ਰ ਹੋਇਆ। ਹਾਲਾਂਕਿ ਉਹ ਰਿਲੀਜੀਅਸ ਸਿੰਬਲਿਜ਼ਮ ਤੇ ਫਿਰ ਅਕਾਲੀ ਦਲ ਖੇਡਣਾ ਚਾਹੁੰਦਾ, ਪਰ ਕਿਤੇ ਨਾ ਕਿਤੇ ਉਹ ਭਰੋਸਗੀ ਨਹੀਂ ਪੈਦਾ ਕਰਨੀ। ਪਰ ਆਪਾਂ ਇਹ ਸੋਚਦੇ ਸੀ ਵੀ ਅਕਾਲੀ ਦਲ ਨਾਲ ਹੀ ਹੋ ਰਹੀ ਹੈ, ਲੋਕਾਂ ਨੇ ਕਾਂਗਰਸ ਵੱਲ ਵੀ ਕੋਈ ਏਦਾਂ ਭਰੋਸਾ ਨਹੀਂ ਤਾਂ। ਹਾਲਾਂਕਿ ਕੱਲ ਹੀ ਆਪਣਾ ਕੈਪਟਨ ਸਾਹਿਬ ਨੇ ਇੰਨਾ ਕਿਸਾਨ ਯੂਨੀਅਨ ਵਾਲੇ ਬੜੇ ਖੁਸ਼ ਆਏ ਸੀ, ਸਾਰਾ ਕੁਛ ਸੀ, ਪਰ ਅੱਜ ਉਹ ਸ਼ੋਅ ਦੇ ਉੱਤੇ ਵੇਖ ਲਓ ਉਹਨਾਂ ਨੇ ਬਰਦਾਸ਼ਤ ਨਹੀਂ ਕੀਤਾ ਕਿਸੇ ਨੂੰ। ਠੀਕ ਹੈ, ਸੋ ਇਹ ਜਿਹੜਾ ਇਹਨਾਂ ਦਾ ਡਰਾਮਾ ਸੀ, ਜਿਹੜਾ ਇਹ ਨਕਾਬ ਪਾ ਕੇ ਪਾਰਟੀਆਂ ਫਿਰਦੀਆਂ ਸੀ, ਕਿਸੇ ਪਾਰਟੀ ਨੂੰ ਹੀ ਨਹੀਂ ਆਪਾਂ ਸਹੀ ਕਹਿ ਸਕਦੇ। ਸਾਰੀਆਂ ਨੇ ਜਿਹੜਾ ਧੋਖਾ ਮਹਿਸੂਸ ਕਰਦੇ ਆ ਲੋਕ ਕਿ ਸਾਨੂੰ ਇਹਨਾਂ ਨੇ ਇਨਫੋਰਮੇਸ਼ਨ ਨਹੀਂ ਦਿੱਤੀ, ਸਾਨੂੰ ਧੋਖਾ ਦਿੱਤਾ ਤੇ ਭਰੋਸੇਯੋਗ ਨਹੀਂ ਗਏ। ਹੁਣ ਇਹਦੇ ਵਿੱਚੋਂ ਕੋਈ ਬਦਲ ਨਿਕਲਦਾ ਨਹੀਂ ਨਿਕਲਦਾ ਇਹ ਵੇਖੋ ਟਾਈਮ ਹੀ ਦੱਸੂਗਾ। ਹੋ ਸਕਦਾ ਜਿਹੜੇ ਬਦਲ ਨਿਕਲ ਰਹੇ ਆ ਜਾਂ ਜਿਹੜੇ ਲੋਕ ਲੀਡ ਕਰ ਰਹੇ ਜਿਵੇਂ ਕਿਸਾਨ ਯੂਨੀਅਨ ਜਾਂ ਕਲਾਕਾਰ ਅੱਗੇ ਆ ਰਹੇ ਆ, ਤਾਂ ਇਹ ਸਮਾਂ ਜਿਹੜਾ ਹੈ ਨਾ ਸਾਲ ਦਾ, ਇਹਦੇ ਵਿੱਚ ਕਈ ਲੀਡਰਸ਼ਿਪਸ ਖਰਚੀਆਂ ਜਾਣਗੀਆਂ, ਹਾਲਾਤ ਬਦਲਣਗੇ ਤੇ ਇਹ ਤਾਂ ਇਹਨਾਂ ਤੇ ਡਿਪੈਂਡ ਕਰੂਗਾ ਕਿ ਕੋਈ ਬਦਲ ਕੱਢ ਸਕਦੇ ਆ ਜਾਂ ਪਾਰਟੀਆਂ ਤੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਸੁਧਾਰ ਵਾਲੇ ਲਾਈਨ ਤੇ ਲਿਆ ਸਕਦੇ ਆ ਕਿ ਨਹੀਂ। ਅੱਛਾ ਬਰਾੜ ਸਾਹਿਬ, ਨਵੀਂ ਲੀਡਰਸ਼ਿਪ ਦੀ ਕੋਈ ਕਿਆਸ ਰਾਈ ਹੈ? ਕਿਉਂਕਿ ਜੇ ਆਪਾਂ ਆਮ ਆਦਮੀ ਪਾਰਟੀ ਵੇਖੀਏ ਤਾਂ ਇਉਂ ਹੀ ਨਿਕਲ ਕੇ ਆ ਗਈ ਤੇ ਲੋਕਾਂ ਨੇ ਸਿਰ ਤੇ ਬਿਠਾ ਦਿੱਤਾ। ਚਲੋ ਰਾਜਨੀਤਿਕ ਪੈਂਤੜੇ 'ਚੋਂ ਨਹੀਂ ਸੈੱਟ ਬੈਠੀ, ਲਾਲਚ ਲੋਭ ਭਾਰੂ ਹੋ ਗਿਆ। ਮੈਂ ਬੈਨੀਫਿਟ ਆਫ ਡਾਊਟ ਦਿੰਦਾ, ਰਾਜਨੀਤਿਕ ਬੰਦੇ ਦਾ ਕੰਮ ਹੈ ਰਾਜਨੀਤੀ ਕਰਨੀ, ਉਹ ਰਾਜਨੀਤੀ ਦੇ ਉਹਦੇ ਲਈ ਹਰ ਕੁਛ ਕਰੂਗਾ, ਇਹ ਸਾਰੀ ਦੁਨੀਆ 'ਚ ਇੱਕੋ ਹੀ ਹੈ। ਕੋਈ ਨਵਾਂ ਤੁਸੀਂ ਮਹਾਜ ਵੇਖਿਆ ਸ਼ੰਭੂ ਤੇ ਤੁਰਦੇ ਫਿਰਦੇ? ਕੁਛ ਗਾਇਕ ਹੁਣ ਮੈਂ ਦੇਖਿਆ MLA MP ਟਾਈਪ ਫੀਲਿੰਗ ਲੈ ਰਹੇ ਨੇ, ਤੇ ਕੁਝ ਮੈਂ ਵੇਖਿਆ ਸਿਆਣੇ ਬੰਦੇ ਜਿਵੇਂ ਤੁਹਾਡੇ ਨਾਲ 2-3 ਤੁਹਾਡੇ ਭਾਈ ਸਾਹਿਬ ਇੱਕ ਕੋ ਨਾਲ ਬੈਠੇ ਸੀ ਹਰੀ ਦਸਤਾਰ ਵਾਲੇ, ਉਹ ਬਹੁਤ ਸੋਲਿਡ ਗੱਲ ਕਰ ਰਹੇ ਸੀ। ਮੈਂ ਉਹਨਾਂ ਦਾ ਨਾਂ ਨਹੀਂ ਮੇਰੇ ਯਾਦ। ਤੇ ਕੁਝ ਤੁਸੀਂ ਦੇਖ ਰਹੇ ਹੋ ਕੋਈ ਨਵਾਂ ਆਵਾਰ ਕਿਸੇ ਆਗੂ ਦਾ? ਗਿੱਲ ਸਾਹਿਬ, ਜਿਹੜਾ ਸ਼ੰਭੂ ਬੈਰੀਅਰ ਤੇ ਜੋ ਸੀ ਨਾ ਉਹ ਆਪ ਮੁਹਾਰੇ ਲੋਕ ਆਏ ਸੀਗੇ ਤੇ ਠੀਕ ਆ, ਉਹਦੇ ਵਿੱਚ ਜ਼ਰੂਰ ਗਾਇਕਾਂ ਦੀ ਵੀ ਇੱਕ ਅਟਰੈਕਸ਼ਨ ਬਣ ਜਾਂਦੀ, ਪਰ ਉਹ ਨਹੀਂ ਫੈਕਟਰ ਸੀਗਾ ਐਡਾ ਵੱਡਾ ਜਿੱਡਾ ਵੱਡਾ ਫੈਕਟਰ ਸੀ ਕਿ ਲੋਕਾਂ ਨੂੰ ਇਹ ਸੀ ਜਿਵੇਂ ਅਸੀਂ ਦਿੱਲੀ ਨਾਲ ਸਿੱਧੀ ਟੱਕਰ ਲੈਂਦੇ ਹਾਂ। ਉੱਥੇ ਪ੍ਰੈਸ਼ਰ ਵੀ ਬਹੁਤ ਪੈ ਰਿਹਾ ਸੀ ਕਿ ਆਪਣਾ ਤੁਸੀਂ ਵੀ ਦਿੱਲੀ ਵੱਲ ਨੂੰ ਕਿਉਂ ਨਹੀਂ ਚੱਲਦੇ। ਖੈਰ ਉਹ ਬਹੁਤ ਸਿਆਣਪ ਕੀਤੀ ਲੱਖੇ ਸਿਧਾਣੇ ਹਰਿਆਣੇ ਨੇ ਤੇ ਹੋਰਾਂ ਨੇ, ਉਹਨਾਂ ਨੇ ਸਲਾਹ ਵੀ ਕੀਤੀ ਬੈਠ ਕੇ ਆਪਣੇ ਨਾਲ ਕਿ ਕਿਵੇਂ ਕਰੀਏ। ਪ੍ਰੋਫੈਸਰ ਮਨਜੀਤ ਸਿੰਘ ਨੇ ਤੇ ਅਸੀਂ ਇਹ ਸਲਾਹ ਦਿੱਤੀ ਕਿ ਵੀ ਆਪਾਂ ਨੂੰ ਇਹ ਜਾਂ ਕੁਛ ਨਹੀਂ ਕਰਨਾ ਚਾਹੀਦਾ, ਆਪਣਾ ਧਰਨਾ ਹੈ ਤੇ ਵੀ ਇੱਥੇ। ਤੇ ਉਹਨਾਂ ਨੇ ਆਪ ਵੀ ਉਹਨਾਂ ਦੀ ਰਾਏ ਇਹ ਸੀਗੀ, ਮੈਚਿਓਰ ਰਾਏ ਸੀਗੀ ਉੱਥੇ। ਤੇ ਜਿਹੜੀ ਲੋਕਾਂ ਦੇ ਵਿੱਚ ਜ਼ਰੂਰ ਇਹਨਾਂ ਗਾਇਕਾਂ ਤੋਂ ਉਮੀਦ ਹੈ, ਇਹਨਾਂ ਕਲਾਕਾਰਾਂ ਤੋਂ ਵਿੱਚੋਂ ਉਮੀਦ ਹੈ, ਤੇ ਡੈਫੀਨੇਟਲੀ ਕਲਾਕਾਰਾਂ 'ਚ ਵੀ ਐਂਬੀਸ਼ਨ ਹੋਊਗੀ ਤੇ ਇਹ ਇੱਛਾ ਹੋਊਗੀ ਕਿ ਅਸੀਂ ਅੱਗੇ ਆ ਕੇ ਲੀਡ ਕਰੀਏ। ਤੇ ਇੱਛਾ ਹੋਣੀ ਕੋਈ ਮਾੜੀ ਗੱਲ ਨਹੀਂ ਗਿੱਲ ਸਾਹਿਬ, ਕਿਸੇ ਦੀ ਕੋਈ ਇੱਛਾ ਹੈ ਉਹ ਲੀਡ ਕਰਨਾ ਚਾਹੁੰਦਾ, ਕੋਈ ਮਾੜੀ ਗੱਲ ਨਹੀਂ। ਗੱਲ ਤਾਂ ਇਹ ਹੈ ਕਿ ਵੀ ਜਦੋਂ ਉਹ ਲੀਡ ਕਰਨ ਲੱਗਦਾ ਜਾਂ ਨੇਤਾ ਬਣ ਜਾਂਦਾ ਜਾਂ ਰਾਜਨੀਤੀ ਚ ਆ ਜਾਂਦਾ, ਕਿ ਉਹ ਦੇ ਕੇ ਆਉਂਦਾ ਦਿੱਲੀ ਨੂੰ ਕਿ ਉੱਥੋਂ ਲੈ ਕੇ ਆਉਂਦਾ। ਗੱਲ ਆਪਾਂ ਨੂੰ ਤਾਂ ਸਿਰਫ ਇੰਨੀ ਆ। ਬਿਲਕੁਲ ਠੀਕ ਹੈ। ਤੇ ਜਿਵੇਂ ਮੈਂ ਕਹਿੰਦਾ ਵੀ ਇਹ ਰਿੜਕਿਆ ਜਾਊਗਾ ਤੇ ਇਹ ਨਹੀਂ ਕਿ ਵੀ ਇਕੱਲੇ ਗਾਇਕ ਆਉਣਗੇ, ਬੜੇ ਤਰ੍ਹਾਂ ਦੇ ਲੋਕ ਅੱਗੇ ਆਉਣਗੇ ਸਮੇਂ ਦੇ ਵਿੱਚ, ਅੱਗੇ ਅੱਗੇ ਜਿਵੇਂ ਆਊਗਾ। ਤੇ ਇਹਨਾਂ ਕਿਸਾਨ ਯੂਨੀਅਨ ਜਥੇਬੰਦੀਆਂ ਚੋਂ, ਇਹਨਾਂ ਗਾਇਕਾਂ ਚੋਂ, ਹੋਰ ਲੋਕਾਂ ਚੋਂ ਜਿਵੇਂ ਜਿਵੇਂ ਅੱਗੇ ਆਉਣਗੇ, ਉਹ ਤੁਸੀਂ ਵੇਖਿਓ ਕਿ ਕੁਛ ਤਾਂ ਆਪ ਹੀ ਪੈਰ ਆਪ ਡਿੱਗ ਜਾਣਗੇ, ਕੁਛ ਨੂੰ ਸਮਝ ਨਹੀਂ ਆਊਗੀ ਬੁਖਲਾਹਟ 'ਚ, ਕੋਈ ਜ਼ਿਆਦਾ ਐਂਬੀਸ਼ੀਅਸ ਹੋ ਜਾਣਗੇ। ਪਰ ਡੈਫੀਨੇਟਲੀ ਵਿੱਚੋਂ ਮੈਨੂੰ ਕੁਛ ਮਟੀਰੀਅਲ ਲੱਗਦਾ ਹੈ, ਕੁਛ ਹੈ ਵਿੱਚੋਂ ਜਿਹੜੇ ਕੁਛ ਗਿਣਤੀ ਦੇ, ਮੈਂ ਨਾਂ ਲੈ ਕੇ ਕਿਸੇ ਨੂੰ ਪ੍ਰਮੋਟ ਨਹੀਂ ਕਰਨਾ ਚਾਹੂੰਗਾ, ਪਰ ਉਧਰੋਂ ਮੈਨੂੰ ਕਿਸਾਨ ਯੂਨੀਅਨ ਜਥੇਬੰਦੀਆਂ ਚੋਂ ਵੀ ਕੁਛ ਆਗੂ ਲੱਗਦੇ ਆ ਤੇ ਉਧਰੋਂ ਮੈਨੂੰ ਇਹਨਾਂ ਗਾਇਕਾਂ ਚੋਂ ਵੀ 2-4 ਬੜੇ ਪ੍ਰੋਮਿਸਿੰਗ ਗਾਇਕਾਂ ਚੋਂ ਤੇ ਕਲਾਕਾਰਾਂ ਚੋਂ ਮੈਨੂੰ 2-4 ਪ੍ਰੋਮਿਸਿੰਗ ਮੁੰਡੇ ਲੱਗਦੇ ਆ ਜਿਹੜੇ ਕਿ ਅੱਗੇ ਆ ਸਕਦੇ ਆ। ਤੇ ਜਿਵੇਂ ਜਿਵੇਂ ਸੰਘਰਸ਼ ਅੱਗੇ ਚੱਲੂਗਾ ਤਾਂ ਹੋਰ ਸੈਕਸ਼ਨਸ ਵੀ ਇਹਦੇ ਨਾਲ ਜੁੜਨਗੇ, ਉਹਨਾਂ ਵਿੱਚੋਂ ਵੀ ਲੋਕ ਅੱਗੇ ਵਿੱਚ ਜੁੜਦੇ ਜਾਣਗੇ ਤੇ ਉਹਨਾਂ ਚੋਂ ਵੀ ਆ ਸਕਦੇ। ਸੋ ਇਹ ਸੰਭਾਵਨਾ ਰਹੂਗੀ। ਹਾਂ, ਇਹ ਇੱਕ ਬਹੁਤ ਸੋਹਣੀ ਗੱਲ ਆ ਕਿ ਵੀ 2 ਐਕਸਪੈਰੀਮੈਂਟ ਪੰਜਾਬ ਨੇ ਪਹਿਲਾਂ ਕੀਤੇ, ਇੱਕ PPP ਵਾਲਾ ਤੇ ਇੱਕ ਆਮ ਆਦਮੀ ਪਾਰਟੀ ਵਾਲਾ। ਜੀ ਠੀਕ ਹੈ।
ਜੀ APP ਵਾਲਾ ਜੇ ਆਪਾਂ ਆਖੀਏ ਤਾਂ ਇੱਕ ਲੀਡਰਸ਼ਿਪ, ਇੱਕ ਐਲੀਟ ਫੈਮਿਲੀ ਦਾ ਯੁਵਰਾਜ ਸੀ ਜਿਹੜਾ ਰੁੱਸ ਕੇ ਤੇ ਬੰਦੇ ਇਕੱਠੇ ਕਰਕੇ ਆਪਦੇ ਨਾਲ ਲੈ ਰਿਹਾ ਸੀ। ਲੋਕਾਂ ਨੇ ਬਹੁਤ ਭਰੋਸਾ ਕੀਤਾ ਪਰ ਉਹ ਐਕਸਪੈਰੀਮੈਂਟ ਨਹੀਂ ਚੱਲਿਆ, ਕਿਉਂਕਿ ਕਿਤੇ ਨਾ ਕਿਤੇ ਉਹ ਪੁਰਾਣੀ ਰਾਜਨੀਤੀ ਚੋਂ ਹੀ ਨਿਕਲ ਰਿਹਾ ਸੀ ਤੇ ਉਹ ਐਕਸਪੈਕਟੇਸ਼ਨ ਲੋਕਾਂ ਦੀਆਂ ਟੁੱਟ ਗਈਆਂ ਉੱਥੇ, ਹਨਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਐਕਸਪੈਰੀਮੈਂਟ ਟੁੱਟਣ ਦਾ ਕਾਰਨ ਸੀ ਕਿ ਉਹਦੀ ਜਿਹੜੀ ਕਠਪੁਤਲੀ ਦੀ ਜਿਹੜੀ ਉਹ ਧਾਗਾ ਸੀ ਉਹ ਦਿੱਲੀ ਤੋਂ ਆਪਰੇਟ ਹੋ ਰਿਹਾ ਸੀ ਤੇ ਉਹ ਪੰਜਾਬੀਆਂ ਦੇ ਮਨ ਮਰਜ਼ੀ ਦਾ ਨਹੀਂ ਸੀ, ਜਾਂ ਉਹ ਡਿਸੀਜਨ ਮੇਕਿੰਗ ਜਿਹੜੀ ਉਹ ਚਾਹੁੰਦੇ ਆਪਦੀ ਇੱਥੇ ਲੋਕਲ ਹੋਵੇ ਉਹ ਨਹੀਂ ਜੀ। ਐਤਕੀ ਵਾਰ ਕਿਤੇ ਨਾ ਕਿਤੇ ਆਪਾਂ ਇਹ ਹੋਪਫੁਲ ਹੋ ਸਕਦੇ ਕਿ ਲੀਡਰਸ਼ਿਪ ਸਾਡੇ ਆਪਦੇ ਬੱਚਿਆਂ ਚੋਂ ਅਮਰਜ ਹੋ ਰਹੀ ਆ, ਆਪਦੇ ਨੌਜਵਾਨੀ ਚੋਂ ਅਮਰਜ ਹੋ ਰਹੀ ਆ, ਆਪਦੇ ਲੋਕਾਂ ਚੋਂ ਅਮਰਜ ਹੋ ਰਹੀ ਆ। ਹੋ ਸਕਦਾ ਪੇਨਫੁਲ ਹੋਵੇ, ਹੋ ਸਕਦਾ ਬਹੁਤ ਟਰੋਮੈਟਿਕ ਹੋਵੇ, ਹੋ ਸਕਦਾ ਬਹੁਤ ਕੁਛ ਆਪਾਂ ਕਿਸੇ ਤੇ ਹੋਪ ਲਾ ਰਹੀ ਉਹ ਟੁੱਟ ਜਾਣ, ਹਨਾ, ਦੂਜਾ ਆ ਜੇ, ਕੁਛ ਹੋ ਜੇ, ਪਰ ਸਾਲ ਬਹੁਤ ਸਮਾਂ, ਸਾਲ 1.5 ਸਾਲ ਹੈ ਅਗਲੇ ਇਲੈਕਸ਼ਨ, ਉਦੋਂ ਤੱਕ ਕੁਛ ਨਾ ਕੁਛ ਲਾਮਬੰਦੀ, ਜਥੇਬੰਦੀ ਨਿਕਲ ਸਕਦੀ। ਅੱਛਾ ਬਰਾੜ ਸਾਹਿਬ, ਅਖੀਰ 'ਚ ਮੈਂ ਇਹ ਗੱਲ ਕਰਨੀ ਚਾਹੁੰਦਾ ਵੀ ਰਾਜਨੀਤਿਕ ਪੈਂਤੜਾ ਦਿੱਲੀ ਦਾ BJP ਨੇ ਇਕੱਲੇ ਆਲਮੋਸਟ ਲੜਨਾ, ਪੰਜਾਬ ਦੇ ਵਿੱਚ ਅਲੱਗ ਬਾਤ ਹੋ ਗਈ। ਮੋਦੀ ਅਮਿਤ ਸ਼ਾਹ ਹੁਣੀ ਕੀ ਦੇਖਦੇ ਆ ਪੰਜਾਬ ਨੂੰ? ਕੀ ਉਹ ਸਥਾਪਿਤ ਲੀਡਰਸ਼ਿਪ ਨੂੰ ਸੱਦ ਕੇ ਕੋਈ ਸੁਲ੍ਹਾ ਕਰਨਗੇ, ਜਾਂ ਫਿਰ ਤੁਹਾਨੂੰ ਲੱਗਦਾ ਬਈ ਇਹ ਤਪਸ਼ ਨੂੰ ਹਲੇ ਵੇਖ ਰਿਹਾ ਕਿੱਥੇ ਤੱਕ ਜਾਂਦੀ ਹੈ ਤੇ ਇਵੈਂਚੁਅਲੀ ਫਿਰ ਕਿਸਾਨ ਯੂਨੀਅਨਾਂ ਨੂੰ ਸੱਦ ਕੇ ਸੁਲ੍ਹਾ ਕਰਨਗੇ? ਕੁਝ ਸੁਲ੍ਹਾ ਤਾਂ ਹੋਊਗੀ ਨਾ ਜੀ ਕਿਤੇ। ਦੇਖੋ ਜੀ, ਪਹਿਲੀ ਗੱਲ ਤਾਂ ਆਪਾਂ ਵੇਖੀਏ ਕਿ ਉਹਨਾਂ ਨੇ ਐਕਸ਼ਨ ਕਿਵੇਂ ਕੀਤਾ। ਬਹੁਤ ਹੀ ਹੈਂਕੜ ਵਾਲਾ ਐਕਸ਼ਨ ਕੀਤਾ ਉਹਨਾਂ ਨੇ ਕਿ ਵੀ ਲਿਆ ਕੇ ਸਿੱਧਾ ਕਿਸੇ ਨੂੰ ਗੱਲਬਾਤ ਕੀਤੇ ਬਗੈਰ ਇੱਕ ਆਰਡੀਨੈਂਸ ਲਾਤਾ, ਫਿਰ ਆਰਡੀਨੈਂਸ ਨੂੰ ਕਾਨੂੰਨ ਬਣਾਤਾ। ਇੱਥੋਂ ਤੱਕ ਜੇ ਆਪਾਂ ਉਹਨਾਂ ਦੇ ਸਿਸਟਮ ਦੀ ਹੈਂਕੜ ਨੂੰ ਵੇਖੀਏ ਜਾਂ ਉਹਨਾਂ ਦੀ ਅਪਰੋਚ ਨੂੰ, ਕਿ ਇੰਨੇ ਸਾਲਾਂ ਤੋਂ ਅਕਾਲੀ ਦਲ ਉਹਨਾਂ ਦਾ ਸੰਗੀ ਸਾਥੀ ਰਿਹਾ ਸੀ, ਅਨਕੰਡੀਸ਼ਨਲ ਸਪੋਰਟ ਮਿਲਦਾ ਸੀ, ਕੋਈ ਮੰਗ ਨਹੀਂ ਸੀ, ਐਡੂ ਪਲਾਏਬਲ ਅਲਾਈ ਤਾਂ ਮਿਲ ਹੀ ਨਹੀਂ ਸਕਦਾ ਕਿਸੇ ਨੂੰ, ਹਨਾ। ਜਿਹੜੀ ਵੀ ਜੋ ਵੀ ਗੱਲ ਆਖੀ ਉਹ ਮੰਨ ਗਏ। ਉਹਨਾਂ ਨੇ ਅਸਤੀਫਾ ਦਿੱਤਾ ਤੇ ਅਗਲੇ ਘਰੇ ਮਨਾਉਣ ਹੀ ਨਹੀਂ ਆਏ। ਗਿੱਲ ਸਾਹਿਬ, ਤੁਹਾਡਾ ਕੋਈ ਮੁਲਾਜ਼ਮ, ਤੁਹਾਡਾ ਕੋਈ ਰਿਸ਼ਤੇਦਾਰ, ਤੁਹਾਡਾ ਕੋਈ ਦੋਸਤ ਮਿੱਤਰ ਜੇ ਰੁੱਸਦਾ ਇੰਨੇ ਸਾਲਾਂ ਦਾ, ਤੁਸੀਂ ਇੱਕ ਵਾਰੀ ਅਗਲੇ ਨੂੰ ਕਹਿੰਦੇ ਯਾਰ ਮੇਰੀ ਗੱਲ ਸੁਣ ਲਾ, ਮੇਰਾ ਤੂੰ ਗੁੱਸਾ ਨਾ ਮੰਨ, ਮੇਰਾ ਸਾਥ ਦੇ, ਚੱਲ ਅੱਗੇ ਤੈਨੂੰ ਕਿਤੇ ਖੁਸ਼ ਕਰ ਦੂੰ। ਉਹਨਾਂ ਨੇ ਮਿੰਟ 'ਚ ਬੀਬੀ ਦਾ ਅਸਤੀਫਾ ਮੰਨ ਕੇ ਮਨਜ਼ੂਰ ਕਰਕੇ ਹੱਥ 'ਚ ਫੜਾਤਾ, ਠੀਕ ਹੈ ਨਾ ਜੀ। ਤਾਂ ਉਹਨਾਂ ਨੇ ਇੱਕ ਇਹਨਾਂ ਨੂੰ ਕੁਛ ਵੀ ਗੋਲਿਆ ਨਹੀਂ, ਗੋਲਿਆ ਉਹਨਾਂ ਨੇ ਇਹਨਾਂ ਨੂੰ ਹੀ ਨਹੀਂ, ਉਹਨਾਂ ਨੇ ਗੋਲਿਆ ਦਾ ਮਤਲਬ ਤੁਹਾਡੀ ਸਟੇਟ ਦੇ ਇਸ਼ੂ ਨੂੰ ਵੀ ਨਹੀਂ, ਪਰ ਇਹ ਗੱਲ ਪੈ ਗਈ। ਉਦੋਂ ਬਾਅਦ ਤੁਸੀਂ ਵੇਖੋ ਉਹਨਾਂ ਦੇ, ਇਹ ਪੰਜਾਬ 'ਚ ਸ਼ੁਰੂ ਹੋਈ, ਇਹ ਚਿਣਗ ਸਾਰੇ ਭਾਰਤ ਫੈਲ ਗਈ। ਸੋ ਉਹ ਵੀ ਪ੍ਰੋਬਲਮ 'ਚ ਆ। ਪਰ ਜੋ ਇਸ ਟਾਈਮ ਇਹ ਟਕਰਾਅ ਹੈ ਦੱਖਣ ਏਸ਼ੀਆ ਦੇ ਵਿੱਚ ਬਹੁਤ ਵੱਡਾ, ਇੱਕ ਵਾਸਤੇ ਕਿ ਮੋਦੀ ਅੱਜ ਤੱਕ ਕਿਸੇ ਗੱਲ ਤੇ ਪਿਛਾਂਹ ਹਟਿਆ ਨਹੀਂ, ਉਹਨੂੰ ਜੇ ਦਬਾ ਕੇ ਤੇ ਉਹਨੂੰ ਕਿਸੇ ਸਮਝੌਤੇ ਤੇ ਲੈ ਆਉਂਦੇ ਆ ਤਾਂ ਇਹ ਸਿਹਰਾ ਪੰਜਾਬ ਦੇ ਸਿਰ ਹੀ ਵੱਜੂਗਾ ਤੇ ਉਹ ਸਾਰੀ ਕੰਟਰੀ ਦੀਆਂ ਜਥੇਬੰਦੀਆਂ ਕੱਲ ਨੂੰ ਬੈਠਣ। ਜਿਵੇਂ ਤੁਸੀਂ ਆਖਿਆ ਕਿ ਹਾਂ ਕੋਈ ਸਮਝੌਤਾ ਤਾਂ ਹੋਊਗਾ, ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਸਮਝੌਤੇ ਦੇ ਉੱਤੇ ਐਟਲੀਸਟ ਬਾਕੀ ਇਲਾਕਿਆਂ ਦਾ ਪਤਾ ਨਹੀਂ, ਪਰ ਪੰਜਾਬ ਦੇ ਲੋਕ ਹਲੇ ਬੈਠਣ ਵਾਲੇ ਨਹੀਂ ਗਏ। ਉਹ ਜੇ ਕੋਈ ਸਮਝੌਤਾ ਵੀ ਹੋ ਗਿਆ ਤਾਂ ਉਹ ਕੋਈ ਐਡਾ ਵੱਡਾ ਕੋਈ ਨਜ਼ਰ ਆ ਨਹੀਂ ਰਿਹਾ ਮੈਨੂੰ, ਕਿ ਵੇਖੋ MSP ਮੰਨ ਵੀ ਗਏ, ਕੁਛ ਹੋਰ ਦੋ ਗੱਲਾਂ ਮੰਨ ਗਏ, ਤਾਂ ਕੁਛ ਟਾਈਮ ਵਾਸਤੇ ਤਾਂ ਕੋਈ ਐਡੀ ਵੱਡੀ ਗੱਲ ਨਹੀਂ। ਜਿਸ ਤਰ੍ਹਾਂ ਉਹਦੇ ਨਾਲ ਆਪਣੇ ਮਸਲੇ ਹੱਲ ਨਹੀਂ ਹੁੰਦੇ। ਇਹ ਮਸਲਾ ਬਹੁਤ ਵੱਡਾ ਹੈ ਪੰਜਾਬ ਦਾ। ਇਹ ਮਸਲਾ ਹੈ ਕੀ ਅਸੀਂ ਆਪਦੇ ਫੈਸਲੇ ਆਪ ਕਰ ਸਕਦੇ ਹਾਂ, ਕੀ ਅਸੀਂ ਆਜ਼ਾਦ ਹੈ ਆਪਦੇ ਫੈਸਲੇ ਦੀ, ਸਾਨੂੰ ਆਜ਼ਾਦੀ ਹੈ ਕਿ ਨਹੀਂ ਹੈ, ਉਹ ਮਸਲਾ ਸਾਡਾ ਇੱਥੇ ਕਿਵੇਂ। ਬਰਾੜ ਸਾਹਿਬ, ਧੰਨਵਾਦ ਬਹੁਤ ਬਹੁਤ। ਤੇ 2 ਦਿਨਾਂ ਤੱਕ ਜਾਂ ਸੋਮਵਾਰ ਤੱਕ ਫਿਰ ਤੁਹਾਡੇ ਨਾਲ ਸਮਾਂ ਬਣਾਊਂ, ਜਦ ਤੱਕ ਹੋਰ ਸਮਾਂ ਬਦਲੇਗਾ। ਤੇ ਧੰਨਵਾਦ ਬਹੁਤ ਬਹੁਤ ਤੁਹਾਡੇ ਸਮੇਂ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਤੇ ਤੁਸੀਂ ਹਰਜੀਤ ਗਿੱਲ ਸ਼ੋਅ ਦੇ ਵਿੱਚ ਮੇਰੇ ਨਾਲ ਸ਼ਾਮਲ ਹੋ। ਗੱਲਬਾਤ ਸੁਣ ਕੇ ਹਟਿਓ ਤੁਸੀਂ ਅਜੇਪਾਲ ਸਿੰਘ ਬਰਾੜ ਤੇ ਨਵਕਿਰਨ ਸਿੰਘ ਪੱਤੀ ਹੋਰਾਂ ਦੀ। ਪੰਜਾਬ ਦੇ ਬਾਰੇ ਤੁਹਾਡੀਆਂ ਕਾਲਸ, ਤੁਸੀਂ ਕੀ ਸੋਚਦੇ ਹੋ? 5-7 ਮਿੰਟ ਆਪਾਂ ਗੱਲਬਾਤ ਕਰਕੇ ਫਿਰ ਅਗਲੇ 2-3 ਵਿਸ਼ੇ ਥੋੜੇ ਛੂਣੇ ਨੇ। 778 222 0600 778 222 0600। ਇਹ ਮੈਂ ਤੁਹਾਡੇ ਨਾਲ ਹੁਣ ਗੱਲਬਾਤ, ਤੁਹਾਡਾ ਵੀ ਨਜ਼ਰੀਆ ਇਸ 'ਤੇ ਲੈਣਾ ਚਾਹੁੰਦਾ ਕਿ ਤੁਸੀਂ ਕੀ ਸੋਚਦੇ ਹੋ। ਵਾਕਈ ਜਿਹੜਾ ਐਨਾਲਿਸਿਸ ਕਰਕੇ ਗਏ ਨੇ ਦੋਨੇ, ਨਵਕਿਰਨ ਸਿੰਘ ਪੱਤੀ ਹੋਣੀ ਤੇ ਨਾਲ ਹੀ ਬਰਾੜ ਸਾਹਿਬ, ਉਹ ਕੀ ਸੋਚਦੇ ਨੇ, ਤੁਸੀਂ ਕੀ ਸੋਚਦੇ ਹੋ? ਵਾਕਈ ਵੀ ਪੰਜਾਬ ਦਾ ਇਹ ਜਿਹੜੀ ਮੁਹਿੰਮ ਹੈ ਇਹ ਕਿਸੇ ਪਾਸੇ ਜਾ ਸਕਦੀ ਹੈ? ਇਸ ਵਾਰ ਜਿਹੜੀ ਇਹ ਗੱਲ ਚੱਲ ਰਹੀ ਹੈ, ਕੀ ਇਹ ਕੋਈ
ਤਣ ਪੱਤਨ ਗੱਲ ਲੱਗ ਸਕਦੀ ਹੈ। 778-222-0600 ਜੇ ਤੁਸੀਂ ਕੋਈ ਗੱਲਬਾਤ ਇਸ ਵਿਸ਼ੇ ਤੇ ਕਰਨੀ ਚਾਹੋ ਤਾਂ ਮੇਰੇ ਨਾਲ ਸ਼ਾਮਲ ਹੋਇਓ। 7782220600 ਜਿਹੜਾ ਮੁਲਾਂਕਣ ਬਰਾੜ ਸਾਹਿਬ ਦਾ ਹੁੰਦਾ ਹੈ, ਅੱਗੇ ਵੀ ਉਹਨਾਂ ਨੇ ਮੁਲਾਂਕਣ ਜਿਹੜਾ ਇਹਦੇ ਤੇ ਬਹੁਤ ਵਾਰ ਆਪਾਂ ਉਹਨਾਂ ਨੂੰ ਅਲੱਗ-ਅਲੱਗ ਵਿਸ਼ਿਆਂ ਤੇ, ਅਸਲ ਜੀਓਪੋਲਿਟਿਕਸ ਦੇ ਉਹ ਬੜੇ ਮਾਹਰ ਨੇ, ਉਹਨਾਂ ਦੀ ਕਿਤਾਬ ਵੀ ਉਹ ਪੜ੍ਹਨ ਵਾਲੀ, ਅਬਦਾਲੀ ਦੀ ਪਾਲਕੀ ਹਿੱਲੀ। ਸੋ ਸਭ ਤੋਂ ਪਹਿਲਾਂ ਸਰਦਾਰ ਮਹਿੰਦਰ ਸਿੰਘ ਮੇਰੇ ਨਾਲ ਨੇ, ਲਾਈਨ ਨੰਬਰ 1। ਤੁਸੀਂ ਏਅਰ ਤੇ ਹੋ ਸਰਦਾਰ ਸਾਹਿਬ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੜਾ ਵਧੀਆ ਟੌਪਿਕ ਤੁਸੀਂ ਲਿਆਂਦਾ ਹੈ। ਬੜੇ ਦੋਨੋਂ ਜਿਹੜੇ ਤੁਹਾਡੇ ਆਪਣਾ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ, ਅਜੇਪਾਲ ਸਿੰਘ ਤੇ ਨਵਕਿਰਨ ਹੋਣਾ ਨੇ, ਬਹੁਤ ਬੈਲੈਂਸਡ ਗੱਲ ਹੋਈ ਹੈ। ਤੇ ਮੈਂ ਕਾਫੀ ਸਾਰੀਆਂ ਡਿਬੇਟਸ ਜਿਹੜੀਆਂ ਉੱਥੇ ਚੱਲ ਰਹੀਆਂ ਉਹ ਵੀ ਵੇਖੀਆਂ, ਸੁਣਿਆ ਵੀ ਹੈ, ਤੇ ਕੁਛ ਜਿਹੜੀਆਂ YouTube ਤੇ ਜਾਂ ਹੋਰ ਆਈਆਂ। ਇਸ ਵੇਲੇ ਇਹ ਗੱਲ ਮੰਨਣ ਵਾਲੀ ਹੈ, ਬਿਲਕੁਲ ਮੰਨਣਯੋਗ ਹੈ ਕਿ ਜਿਹੜਾ ਅੰਦੋਲਨ ਹੈ, ਜਿਹੜਾ ਸੰਘਰਸ਼ ਆ, ਉਹ ਬਿਲਕੁਲ ਸਿਰੇ ਤੇ ਪਹੁੰਚਿਆ ਹੋਇਆ ਔਰ ਬੈਲੈਂਸਡ ਹੈ। ਦੇਖੋ, ਜਿਹੜੀ ਗੱਲ ਇੱਕ ਗਾਇਕ ਨੇ ਕੱਲ ਪਰਸੋਂ ਕੀਤੀ, ਉਹਨੇ ਆਗਰੇਰੀਅਨ ਸਿਸਟਮ ਤੋਂ ਲੈ ਕੇ ਇੰਡਸਟਰੀ ਤੇ ਕੰਜ਼ਿਊਮਰਿਜ਼ਮ ਤੱਕ ਜਿਹੜੀ ਗੱਲ ਕੀਤੀ, ਮੈਨੂੰ ਉਹਦੇ ਵਿੱਚੋਂ ਇੱਕ ਮੈਚਿਓਰ ਇਕਨੋਮਿਸਟ ਨਜ਼ਰ ਆਇਆ ਜੀ। ਯਾਨੀ ਉਹ ਜਿਹੜੇ ਬੰਦੇ ਆ, ਤੇ ਉਸ ਤੋਂ ਬਾਅਦ ਜਿਹੜਾ ਸ਼ੰਭੂ ਬੈਰੀਅਰ ਤੇ ਗੱਲ ਕੀਤੀ ਲੱਖੇ ਸਿਧਾਣੇ ਨੇ ਤੇ ਹੋਰ ਬੰਦਿਆਂ ਨੇ, ਕਿਵੇਂ ਉਸ ਜਿਹੜੇ ਰੋਹ ਨੂੰ ਉਹਨਾਂ ਨੇ ਬੜੀ ਮੈਚਿਓਰਿਟੀ ਵਾਲੀ ਗੱਲ ਕਰਕੇ ਆਪਣੀ ਉਮਰ ਤੋਂ ਵੱਧ ਮੈਚਿਓਰਿਟੀ ਦਿਖਾ ਕੇ ਉਹਨੂੰ ਮੋਲਡ ਕੀਤਾ। ਬਹੁਤ ਵਧੀਆ ਗੱਲ ਹੈ, ਇਹਦੇ ਵਿੱਚੋਂ ਸੰਭਾਵਨਾਵਾਂ ਹੈ ਕਿ ਵਧੀਆ ਲੀਡਰਸ਼ਿਪ ਨਿਕਲ ਸਕਦੀ ਹੈ। ਪਰ ਦੂਜੇ ਪਾਸੇ ਜਦੋਂ ਅਸੀਂ ਡਿਬੇਟ 'ਚ ਵੇਖਦੇ ਹਾਂ, ਜਿਵੇਂ ਗਰੇਵਾਲ ਵਰਗੇ ਬੰਦੇ ਜਿਹੜੀਆਂ ਗੱਲਾਂ ਕਰਦੇ ਬੀਜੇਪੀ ਦੇ, ਜਾਂ ਜਿਹੜੇ ਹੋਰ ਬੰਦੇ ਜਿਸ ਢੰਗ ਨਾਲ ਉਹ ਇਹਨੂੰ ਟਵਿਸਟ ਦੇਣਾ ਚਾਹੁੰਦੇ ਆ, ਉਹਨਾਂ ਤੋਂ ਸੁਚੇਤ ਰਹਿਣ ਦੀ ਬਹੁਤ ਲੋੜ ਹੈ। ਦੂਸਰੇ ਪਾਸੇ ਜਿਹੜੀ ਗੱਲ ਹੁਣ ਅਜੇਪਾਲ ਸਿੰਘ ਹੁਣਾਂ ਨੇ ਵੀ ਕਹੀ ਹੈ ਤੇ ਇਹਨਾਂ ਨੇ, ਨਵਕਿਰਨ ਨੇ ਵੀ ਕੀਤੀ ਹੈ, ਕਿਸਾਨ ਜਥੇਬੰਦੀਆਂ ਦੀ। ਮੈਂ 15-16 ਸਾਲ ਖੁਦ ਕਿਸਾਨ ਜਥੇਬੰਦੀਆਂ ਵਿੱਚ ਕੰਮ ਕੀਤਾ, ਅਹੁਦੇਦਾਰੀਆਂ ਵੀ ਸੰਭਾਲੀਆਂ, ਦਿੱਲੀ ਤੱਕ ਅਸੀਂ ਧਰਨੇ ਦਿੱਤੇ ਹੈ। ਇੱਥੇ ਬਿਲਕੁਲ ਇਹਨਾਂ 'ਚ ਇੱਕ ਵੀ ਰਿਲਾਇਬਲ ਨਹੀਂ ਮੈਨੂੰ ਲੱਗਾ, ਮਾਫ ਕਰਨਾ। ਉਹ ਕਹਿੰਦੇ ਸੀ ਕਿ 7-8 ਬਹੁਤ ਵਧੀਆ ਹੋਣਗੀਆਂ, ਪਰ ਮੈਂ ਜਿਹੜਾ ਮੇਰਾ ਤਜਰਬਾ, ਇਹਨਾਂ 'ਚ ਤਿਲਕਣ ਵਾਲੇ ਬੰਦੇ ਮੈਕਸੀਮਮ ਹੈ। ਜੇ ਤਾਂ ਨਵੀਂ ਲੀਡਰਸ਼ਿਪ ਹੈ, ਨਵੇਂ ਮੁੰਡੇ ਹੈ, ਤੇ ਲੋਕਾਂ ਦਾ ਰੋਹ ਹੈ। ਅਸਲ ਵਿੱਚ ਇਹ ਮੁਹਿੰਮ ਲੋਕਾਂ ਦੀ ਹੈ। ਪੰਜਾਬ ਵਿੱਚ ਜਦੋਂ ਲੋਕਾਂ ਦੀ ਮੁਹਿੰਮ ਚੱਲੀ ਹੈ, ਉਦੋਂ ਹੀ ਉੱਥੇ ਕਾਮਯਾਬੀ ਹੋਈ ਹੈ। ਤੇ ਇਹਨਾਂ ਨੇ, ਕੇਂਦਰ ਨੇ ਹਮੇਸ਼ਾ ਠਿੱਬੀ ਲਾਉਣੀ ਚਾਹੀ ਹੈ। ਜੇ ਤਾਂ ਨਵੇਂ ਮੁੰਡੇ ਆ ਜਿਹੜੇ, ਉਹਨਾਂ 'ਚ ਜਿੰਨੀ ਮੈਚਿਓਰਿਟੀ ਆ ਚੁੱਕੀ ਹੈ, ਜੇ ਤਾਂ ਉਹ ਇਹਨਾਂ ਨੂੰ ਕੰਟਰੋਲ ਕਰ ਗਏ ਤਾਂ ਬਹੁਤ ਵਧੀਆ ਗੱਲ, ਸਾਰਥਕ ਨਤੀਜੇ ਨਿਕਲੇ ਹੋਣਗੇ। ਤੇ ਨਹੀਂ ਤਾਂ ਹਾਈਜੈਕ ਕਰਨ ਵਾਲੇ ਤਾਂ ਬਿਲਕੁਲ ਆਪਦੀ ਪੈਂਤਰੇਬਾਜ਼ੀ ਮੱਲੀ ਬੈਠੇ ਆ। ਉਹਨਾਂ ਕੋਲੇ ਦੇਖੋ ਪੈਸਾ ਵੀ ਉਹਨਾਂ ਕੋਲੇ ਆ, ਇੰਨੀ ਦੇਰ ਤੋਂ ਉਹਨਾਂ ਨੇ ਸੱਤਾ ਸੰਭਾਲੀ ਹੈ, ਉਹਨਾਂ ਦੇ ਉਹ ਸੋਰਸ ਵੀ ਹੈ। ਉਹਨਾਂ ਤੋਂ ਬਚਣ ਦੀ ਲੋੜ ਹੈ, ਬਹੁਤ ਸੰਜੀਦਾ ਢੰਗ ਨਾਲ ਇਸ ਅੰਦੋਲਨ ਨੂੰ ਚਲਾਉਣ ਦੀ ਲੋੜ ਹੈ। ਜਿੱਥੇ ਵੀ ਕਿਤੇ ਮਤਲਬ ਪੰਜਾਬ ਦੇ ਖੈਰ ਖੁਆਹ ਬੈਠੇ ਆ, ਅਸੀਂ ਬਾਹਰ ਬੈਠੇ ਜਿੰਨੇ ਸਾਰੇ, ਜੇ ਅਸੀਂ ਉਹਨਾਂ ਨੂੰ ਸਹੀ ਅਗਵਾਈ ਦਿੰਦੇ ਰਹੇ ਤੇ ਉਹਨਾਂ ਦੇ ਦਿਮਾਗ 'ਚ ਇਹ ਗੱਲ ਬਹਿ ਗਈ ਕਿ ਵਾਕਿਆ ਹੀ ਸਾਨੂੰ ਆਹ ਕਰਨਾ ਚਾਹੀਦਾ ਤੇ ਅਸੀਂ ਸਫਲ ਹੋਵਾਂਗੇ। ਨਹੀਂ ਤਾਂ ਇਹ ਬਾਈ ਨੂੰ ਸਾਹਮਣੇ ਰੱਖ ਕੇ ਸਾਰਾ ਕੁਝ ਹੋ ਰਿਹਾ ਤੇ ਕਿਸੇ ਵੇਲੇ ਵੀ ਹਾਈਜੈਕ ਹੋ ਸਕਦੇ ਆ। ਸੋ ਇਸ ਗੱਲ ਨੂੰ ਧਿਆਨ 'ਚ ਰੱਖਣ ਦੀ ਲੋੜ ਆ। ਮੈਂ ਤਾਂ ਇਸ ਐਨਾਲਿਸਿਸ 'ਚੋਂ ਆਪਣੀ ਤੁਸਜੀ ਬੁੱਧੀ ਨਾਲ ਇੰਨਾ ਕੁ ਕੱਢਿਆ। ਤੁਹਾਡਾ ਧੰਨਵਾਦ, ਤੁਸੀਂ ਬਹੁਤ ਵਧੀਆ ਸੇਧ ਦੇ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰ ਜੀ, ਬਹੁਤ ਬਹੁਤ। ਸਰਦਾਰ ਹਰਦੀਪ ਸਿੰਘ ਜੀ ਗਿੱਲ, ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ ਜੀ। ਹਾਂਜੀ, ਹਰਦੀਪ ਸਿੰਘ ਨਹੀਂ ਜੀ, ਹਰਦੀਪ ਕੌਰ। ਹਾਂਜੀ ਬੀਬੀ ਜੀ, ਹਰਦੀਪ ਕੌਰ ਜੀ, ਧੰਨਵਾਦ ਜੀ। ਹਾਂਜੀ ਵੀਰ ਜੀ, ਪਹਿਲੀ ਵਾਰੀ ਮੈਂ ਫੋਨ ਕੀਤਾ। ਪਹਿਲਾਂ ਤਾਂ ਤੁਹਾਨੂੰ ਤੁਹਾਡੇ ਸ਼ੇਰੇ ਪੰਜਾਬ ਦੀਆਂ ਵਧਾਈਆਂ ਜੀ। ਤੇ ਦੂਜੀ ਗੱਲ ਵੀਰ ਜੀ, ਮੈਨੂੰ ਤਾਂ ਹੁਣ ਅੱਜ ਆਏ ਵੀ ਬੁੱਧਵਾਰ ਕਹਾਣੀ ਆਉਂਦੀ, ਮੈਂ ਤਾਂ ਦਵਾ ਕੰਮ ਨਿਬੇੜਦੀ ਹੁੰਦੀ ਸੀ। ਤੇ ਹੁਣ ਕਹਾਣੀ ਕਦੋਂ ਸੁਣਾਇਆ ਕਰੋਗੇ? ਕਹਾਣੀ ਸੁਣਾ ਕਹਾਣੀ ਜੀ ਉਹੀ ਸਮੇਂ ਜਿਵੇਂ ਪਹਿਲਾਂ ਸੁਣਾਉਣਾ, ਉਹੀ ਸਣੇ ਉਧਰਲੇ ਬੰਨੇ ਜਾ ਕੇ ਸੁਣਾਉਂਗਾ ਜੀ। ਲੋਕ ਅੱਛਾ, ਉਧਰਲੇ ਬੰਨੇ। ਮੈਂ ਤਾਂ ਇੱਥੇ ਡੀਕਦੀ ਸੀ, ਮੈਂ ਆਖਿਆ ਮੈਂ ਕੋਈ ਕਹਾਣੀ ਤਾਂ ਦੱਸੀ ਨਾ ਵੀਰ ਜੀ ਨੇ, ਮੈਂ ਤਾਂ ਸਦੀਆਂ ਕੰਮ ਨਿਬੇੜਦੀ ਹੁੰਦੀ ਆ। ਉਹੀ ਸਮੇਂ ਜੀ, ਉਹੀ ਸਮੇਂ। ਅੱਛਾ, ਹਾਂਜੀ ਵੀਰ ਜੀ, ਥੈਂਕ ਯੂ। ਮੈਂ ਪੁੱਛਣਾ, ਅੱਛਾ 1550 ਤੇ ਆਊਗੀ ਕਹਾਣੀ? ਜੀ ਉੱਥੇ ਆਊਗੀ। ਠੀਕ ਹੈ। ਮੈਂ ਤਾਂ ਕਿਤੇ ਉਧਰ, ਤੁਸੀਂ ਹੁਣ ਜਾਣੋ ਹੀ ਹਟ ਗਏ। ਨਹੀਂ ਜੀ, ਉਧਰ ਮੈਂ ਜਾਣਾ 2 ਘੰਟੇ ਜੀ, ਦੋਨੇ ਪਾਸੇ ਰੇਡੀਓ ਨੇ ਦੋਨੇ ਪਾਸੇ ਕੰਮ ਕਰਦਾ ਜੀ। 2 ਉਧਰ ਕਿੰਨੇ ਤੋਂ ਕਿੰਨੇ? 12 ਤੋਂ 2 ਜੀ। ਅੱਛਾ, ਉਧਰ 12 ਤੋਂ 2। ਠੀਕ ਹੈ, ਓਕੇ। ਧੰਨਵਾਦ ਭੈਣ ਜੀ, ਧੰਨਵਾਦ। ਸਤਿ ਸ੍ਰੀ ਅਕਾਲ। ਮੈਂ ਤਾਂ ਕਹਾਣੀ ਨੂੰ ਉਧਰ ਗਈ,
ਓਕੇ ਜੀ, ਸੁਣਾਓ ਨਾ ਜੀ ਆ ਕੇ ਸੁਣਾਓ। ਹਾਂਜੀ ਹਾਂ, ਧੰਨਵਾਦ ਭੈਣ ਜੀ। ਚੰਗਾ ਵੀਰ ਜੀ, ਸਤਿ ਸ੍ਰੀ ਸਤਿ ਸ਼੍ਰੀ ਅਕਾਲ। ਅਕਾਲ, ਸਤਿ ਸ਼੍ਰੀ ਅਕਾਲ ਜੀ। ਸਰ ਕਰਮਜੀਤ ਸਿੰਘ ਚਾਹਲ, ਤੁਸੀਂ 에ਅਰ ਤੇ ਹੋ ਜੀ, ਲਾਈਨ ਨੰਬਰ 1। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰੇ ਸੋਚਣ ਮੁਤਾਬਕ ਜਿੰਨਾ ਕੁ ਮੈਨੂੰ ਪਤਾ, ਮੈਂ ਟੱਚ ਆ ਪੰਜਾਬ ਨਾਲ ਜੀ। ਤੇ ਨਵੇਂ ਸਮੀਕਰਨ ਗਿੱਲ ਸਾਹਿਬ ਬਣ ਰਹੇ ਨੇ ਤੇ 2-4 ਮਹੀਨਿਆਂ ਚ ਨਵਜੋਤ ਨੂੰ ਮੁੱਖ ਮੰਤਰੀ ਬਣਾ ਰਹੀ ਹੈ ਕਾਂਗਰਸ। ਵਾਹ, ਅੱਛਾ ਜੀ। ਹਾਂਜੀ ਹਾਂਜੀ ਹਾਂਜੀ, ਇਹ ਤਾਂ ਬਹੁਤ ਵੱਡੀ ਮੂਵ ਹੋਊਗੀ ਫਿਰ। ਰਾਜਾ ਮੰਨ ਜੂ? ਹਾਂਜੀ, ਰਾਜੇ ਨੂੰ ਤਾਂ ਪਾਸੇ ਕਰਨਗੇ ਜੀ, ਮੰਨਣਾ ਕਿਹਨੇ ਹੁੰਦਾ। ਓਕੇ, ਇਹ ਵੀ ਗੱਲ ਠੀਕ ਹੈ। ਇਹ ਵੀ ਤਾਂ ਗੱਲ ਪਾਸੇ ਕਰਨਗੇ, ਜਿਹਦੇ ਪੱਲੇ ਕੁਝ ਨਹੀਂ ਰਿਹਾ ਜੀ, ਫੇਲ ਹੋ ਗਿਆ ਬੁਰੀ ਤਰ੍ਹਾਂ। ਗੱਲ ਇਹ ਆ ਚੱਲ ਸਾਹਿਬ, ਜੇ 22 ਦੀਆਂ ਇਲੈਕਸ਼ਨਾਂ ਜਿੱਤਣੀਆਂ ਨੇ ਜੀ, ਉਹਨਾਂ ਨੂੰ ਵੱਡੀ ਰੱਦੋ ਬਦਲ ਕਰਨੀ ਪੈਣੀ ਹੈ ਕਾਂਗਰਸ ਨੂੰ। ਬਿਲਕੁਲ ਹਾਂ ਬਿਲਕੁਲ ਵੀਰ ਜੀ, ਬਹੁਤ ਵੱਡੀ ਕਾਂਗਰਸ ਨੂੰ ਉਹਦੀ ਲੋੜ ਆ। ਉਹ ਮੁੰਡਾ ਸਿੰਧੀਆ ਚਲਿਆ ਗਿਆ, ਪਾਇਲਟ ਚਲਿਆ ਗਿਆ, ਇਹੀ ਰਹਿ ਗਿਆ ਇਕੱਲਾ ਕਾਂਗਰਸ ਕੋਲੇ। ਰਾਹੁਲ ਦੀ ਟੀਮ 'ਚ ਕੋਈ ਨੌਜਵਾਨ ਮੁੰਡਾ ਤਾਂ ਰਿਹਾ ਹੀ ਨਹੀਂ ਜੀ। ਤੇ ਇਹਨੂੰ ਬਣਾ ਕੇ ਜੀ ਫੁੱਲ ਫਲਾਈਟ ਇਹਨੂੰ ਸੰਭਾਲ ਦੇਣਗੇ। ਉਸ ਤੋਂ ਬਾਅਦ 5 ਕਰੇ 50 ਕਰੇ, ਵੱਡਾ ਪ੍ਰੈਸ਼ਰ ਕਰੂ ਕਾਂਗਰਸ ਦੇ ਵਿੱਚੋਂ, ਜਿੰਨਾ ਗੰਦਾ ਇਹ ਕੱਢੂਗਾ। ਤੇ ਨਵੇਂ ਜਿੰਨੀ ਬੈਂਸ ਵਰਗੇ, ਖਹਿਰੇ ਵਰਗੇ, ਉਹ ਸਾਰੇ ਮੁੰਡਿਆਂ ਦੀ ਐਂਟਰੀ ਹੋ ਜੂ। ਨਵੇਂ ਸਮੀਕਰਨ ਗਿੱਲ ਸਾਹਿਬ ਬਣ ਜਾਣਗੇ। ਚੱਲ ਸਾਹਿਬ, ਫਿਰ ਰਾਜੇ ਨੂੰ, ਕੈਪਟਨ ਨੂੰ ਰਾਜਾ ਤਾਂ ਕਹਿਣਾ ਨਹੀਂ ਚਾਹੀਦਾ। ਬੀਜੇਪੀ ਵਾਲੀ ਤਾਂ ਨਹੀਂ ਲੈ ਜਾਣਗੇ? ਬੀਜੇਪੀ ਦੇ ਕੀ ਪੱਲੇ ਆ ਜੀ? ਬੀਜੇਪੀ ਤਾਂ 7 ਜਨਮਾਂ ਚ ਪੰਜਾਬ ਚੋਂ ਹੁਣ ਵੋਟ ਨਹੀਂ ਲੈ ਸਕਦੀ। ਬੀਜੇਪੀ ਦਾ ਕੀ ਰਹਿ ਗਿਆ? ਬੀਜੇਪੀ ਦਾ ਐਮਸੀ ਨਹੀਂ ਜਿੱਤਣਾ ਬਾਈ ਜੀ, ਬੀਜੇਪੀ ਨੂੰ ਵੋਟਾਂ ਕਿਹਨੂੰ ਪਾਉਣੀਆਂ? ਚੱਲ ਸਾਹਿਬ, ਨਾ ਮੋਦੀ ਨੇ ਮੁੜਨਾ, ਹੰਕਾਰੀ ਬੰਦਾ, ਨਾ ਹੀ ਉਹ ਪਿੱਛੇ ਮੁੜੇ ਨਾ। ਤੇ ਨਾਲ ਛੜਤੀਆਂ ਜੀ ਉਹਨੇ ਪੰਜਾਬ ਤੇ ਹਰਿਆਣੇ ਦੀਆਂ ਬਾਈ ਜੀ 23 ਸੀਟਾਂ ਨੇ। ਇੱਕ ਵੀ ਨਾ ਆਵੇ ਉਹਨੂੰ ਕੀ ਆ, 543 ਸੀਟਾਂ ਚੋਂ 23 ਸੀਟਾਂ ਉਹਨੇ ਪਿੱਠੀ ਕਰ ਲਈ ਤੇਰੀ ਵੱਲ ਜੀ। ਮੁੜਨਾ ਤਾਂ ਉਹਨੇ ਹੈ ਨਹੀਂ ਜੀ। ਬਰਾੜ ਉਹਨਾਂ ਨੇ ਕਹਿਤੀ ਗੱਲ, ਮੁੜਨ ਵਾਲੀ ਤਾਂ ਕਹਾਣੀ ਹੋਣੀ। ਹਾਂ, ਮੁਰਦਾ ਨਹੀਂ ਵੀਰ ਜੀ, ਬਹੁਤ ਜਿੱਦੀ ਬੰਦਾ, ਉਹਨੇ ਕੀ ਮੁੜਨਾ। ਜੀ ਜੀ ਜੀ, ਚੱਲ ਸਾਹਿਬ, ਥੈਂਕ ਯੂ, ਧੰਨਵਾਦ ਬਹੁਤ। ਓਕੇ ਵੀਰ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਲਾਈਨ ਨੰਬਰ 2, ਗੋਲਡੀ ਦਿਓਲ ਜੀ, ਤੁਸੀਂ 에ਅਰ ਤੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ, ਮੇਰੇ ਖਿਆਲ ਦੇ ਨਾਲ ਸੰਘਰਸ਼ ਨੂੰ ਜੇ ਨੇ ਤਾਂ ਅੱਜ ਦੇ ਨੌਜਵਾਨੀ ਦੇ ਹਿਸਾਬ ਨਾਲ ਦੇਖੀ ਤਾਂ ਉਹਨਾਂ ਨੂੰ ਸ਼ਾਇਦ ਇਤਿਹਾਸ ਨਹੀਂ ਪੜ੍ਹਦੇ, ਤਾਂ ਉਹਨਾਂ ਨੂੰ ਇਹ ਲੱਗਣਾ ਆ ਵੀ ਸ਼ਾਇਦ ਇਹ ਕੀ ਬਹੁਤ ਵੱਡਾ। ਮੇਰੇ ਖਿਆਲ ਦੇ ਨਾਲ ਮਾਰ ਕੇ ਉਹ ਜਿਹੜੀ, ਮੈਨੂੰ ਥੋੜੇ ਅਫਸੋਸ ਵੀ ਆ ਵੀ ਉਹ ਬੇਸ਼ੱਕ ਕਿਸਾਨ ਜਥੇਬੰਦੀਆਂ ਜਾਂ ਖਾਸ ਕਰਕੇ ਗਾਇਕ ਜਦੋਂ ਵੀ ਗੱਲ ਕਰਨ ਲੱਗ ਪੈਂਦੇ, ਉਹਨਾਂ ਨੂੰ ਵੀ ਸਾਡੇ ਪੱਤਰਕਾਰ ਹੀ ਉਹ ਜਿਹੜੇ ਮੰਨ ਲਓ ਉਸ ਤਰ੍ਹਾਂ, ਕਿਉਂਕਿ ਸੰਘਰਸ਼ ਤੋਂ ਪਹਿਲਾਂ ਜਿਹੜੇ ਇਤਿਹਾਸ ਰਚੇ ਗਏ ਆ ਉਹਨਾਂ ਬਾਰੇ ਬਿਲਕੁਲ ਗੱਲ ਨਹੀਂ ਹੋ ਰਹੀ। ਖਾਸ ਕਰਕੇ ਆਨੰਦਪੁਰ ਸਾਹਿਬ ਦਾ ਮਤਾ ਜਾਂ ਸੰਤ ਜਰਨੈਲ ਸਿੰਘ ਵੱਲੋਂ ਜਿਹੜੀ ਲੀਕ ਖਿੱਚ ਕੇ ਕੀਤੀ ਗਈ, ਮੰਨ ਲਓ 2 ਸਾਲ ਦਾ ਪਹਿਲਾਂ ਧਰਮ ਯੁੱਧ ਮੋਰਚਾ ਲਗਾਤਾਰ ਇੱਕ ਸਿਰੇ ਤੱਕ, ਮੰਨ ਲਓ ਉਹਨਾਂ ਦੇ ਜੇ ਹਿਸਾਬ ਦੇ ਨਾਲ ਦੇਖੀਏ ਤਾਂ ਵੀ ਹਾਲੇ ਬਹੁਤ ਦੂਰ ਆ ਇਹ ਮੇਰੇ ਖਿਆਲ ਨਾਲ ਨਿਸ਼ਾਨੇ ਤੋਂ। ਕਿਉਂਕਿ ਉਦੋਂ ਇੱਕ ਝੰਡਾ ਵੀ, ਇੱਕ ਨਿਸ਼ਾਨਾ ਵੀ, ਜੇ ਸਟੇਟ ਆਹ ਨਾ ਕਰੂਗੀ ਤਾਂ ਅਸੀਂ ਆਹ ਕਰਾਂਗੇ, ਸਾਰਾ ਕੁਝ ਸਪਸ਼ਟ ਸੀਗਾ। ਇਹਨਾਂ ਦੇ ਕੋਲ ਕੁਝ ਵੀ ਸਪਸ਼ਟ ਨਹੀਂ ਹੈਗਾ। ਕਿਉਂਕਿ ਮੈਨੂੰ ਇਹ ਨਾ ਹੋਵੇ ਵੀ ਮੈਂ ਕੋਈ ਉਦਾਂ ਦੀ ਗੱਲ ਕਰ ਰਿਹਾ ਵੀ ਜਿਹੜਾ ਕਿਸੇ ਨੂੰ ਮੰਨ ਲੱਗੇ ਵੀ ਇਦਾਂ ਦੀ ਕਰਨੀ ਨਹੀਂ ਚਾਹੀਦੀ। ਕਿਉਂਕਿ ਕੋਈ ਇੱਕ ਨਿਸ਼ਾਨਾ, ਇੱਕ ਝੰਡਾ, ਸਾਰਾ ਕੁਛ ਹੋਣਾ। ਕੋਈ ਵੱਖਰੇ ਵੱਖਰੇ ਨਾਅਰੇ ਲਾਉਣ ਵਾਲੇ, ਵੱਖਰੇ ਕਿਸਾਨ ਯੂਨੀਅਨ ਕੋ ਆਪਣੇ ਆਪਣੇ ਝੰਡੇ ਆ। ਕੋਈ ਪੰਜਾਬ ਦਾ ਤਾਂ ਝੰਡਾ ਤੱਕ ਨਹੀਂ ਹੈਗਾ ਕਿਸੇ ਕੋਲ। ਚਲੋ ਤੁਸੀਂ ਖਾਲਸੇ ਦੇ ਝੰਡੇ ਤੱਕ ਤਾਂ ਥੱਲੇ ਤਾਂ ਇਹਨੂੰ ਕੀ ਆਉਣਾ ਆ। ਤੇ ਦੂਜੀ ਗੱਲ, ਇਹ ਕਈ ਵਾਰੀ ਆਪਾਂ ਕਹਿੰਦੇ ਨੇ ਕਿਸਾਨ ਜਥੇਬੰਦੀਆਂ ਨੇ ਬਹੁਤ ਸੰਘਰਸ਼ ਕੀਤਾ। ਮੇਰੇ ਖਿਆਲ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਜੇ ਰਾਜਨੀਤਿਕ ਪਾਰਟੀਆਂ ਨੇ ਧਰੋ ਕਮਾਇਆ, ਇਹਨਾਂ ਜਥੇਬੰਦੀਆਂ ਦੇ ਹੁੰਦਿਆਂ ਹੀ ਪੰਜਾਬ ਦੇ ਵਿੱਚ ਅੱਜ ਉਹ ਮੋਗੇ ਵਗੈਰਾ ਜਿਹੜੇ ਐਗਰੋ ਲੱਗਿਓ ਜਾਂ ਜੋ ਕਿਸਾਨੀ ਦਾ ਘਾਣ ਹੋਇਆ, ਇਹਨਾਂ ਦੇ ਹੁੰਦਿਆਂ ਹੀ ਹੋਇਆ। ਤੇ ਇਹਨਾਂ ਕੱਲਿਆਂ ਦਾ ਸੰਘਰਸ਼ ਤਾਂ ਚੇਤੇ ਕਰ ਲੈਂਦੇ ਆਪਾਂ, ਜਿਹੜੇ ਅੱਜ ਵੀ ਜੇਲ੍ਹਾਂ 'ਚ ਬੈਠੇ 25-25, 30-30 ਸਾਲ ਵਾਲੇ, ਉਹਨਾਂ ਨੇ ਕਿਹੜਾ ਸੰਘਰਸ਼ ਵੀ ਲੜਿਆ ਸੀਗਾ? ਉਹਨੇ ਕੁਰਸੀਆਂ ਬਦਲੇ ਲੜਿਆ ਸੀਗਾ ਜਾਂ ਉਹਨੇ ਕਿਸੇ ਪ੍ਰਾਪਤੀਆਂ ਲੈਣੀਆਂ? ਜਿਹੜੇ ਅੱਜ ਵੀ ਲਾਲ ਸਿੰਘ ਕਰਕੇ ਬਾਹਰ ਆਉਂਦੇ, ਉਹ ਕੱਲਾ ਸਿੱਖ ਮਸਲੇ ਨਹੀਂ ਸੀਗੇ, ਉਹ ਸਮੁੱਚੇ ਤੌਰ ਤੇ ਪੰਜਾਬ ਦੀ ਹੀ ਲੜਾਈ ਸੀਗੀ। ਜਿਹਨੂੰ ਮੰਨ ਲਓ, ਮੇਰਾ ਕਹਿਣ ਦਾ ਭਾਵ ਹੈ ਵੀ ਉਸ ਚੀਜ਼ ਨੂੰ, ਜਿਹੜੀ ਇਤਿਹਾਸ ਨੂੰ ਅੱਖੋਂ ਪਰੋਖੇ ਕਰਕੇ ਕੇਵਲ ਤੇ ਕੇਵਲ ਕਿਸਾਨ ਜਥੇਬੰਦੀਆਂ ਨੂੰ ਆਪਾਂ ਬਹੁਤ ਦੇਈ ਜਾਂਦੇ ਕ੍ਰੈਡਿਟ। ਨੋ ਡਾਊਟ ਦੇਣਾ ਚਾਹੀਦਾ ਜੋ ਅੱਜ ਲਾਮਬੰਦ ਕੀਤੇ, ਪਰ ਇਹਦਾ ਰਿਜ਼ਲਟ, ਨਤੀਜਾ ਅੱਜ ਸਟੇਟ ਨੂੰ ਹਾਲੇ ਤੱਕ ਇਹਨਾਂ ਦੇ ਕੋਲੋਂ ਮੰਨ ਲਓ 5% ਵੀ ਖਤਰਾ ਹੈ ਨਹੀਂ। ਜੇ ਇਹਨਾਂ ਦੇ ਵਿੱਚ ਐਡੀ ਬੁੱਕਤ ਹੁੰਦੀ ਜਾਂ ਇੰਨੀ ਯੁਰਤ ਹੁੰਦੀ ਤਾਂ ਸਟੇਟ ਪਹਿਲਾਂ ਜਿਹੜੇ ਯੂਪੀ ਦੇ ਵਿੱਚੋਂ, ਮੱਧ ਪ੍ਰਦੇਸ਼ ਚੋਂ ਜਾਂ ਹੋਰਨਾਂ ਥਾਂ ਤੋਂ, ਗੁਜਰਾਤ ਚੋਂ ਉਜਾੜੇ ਕਿਸਾਨ ਆ ਜਿਹੜੇ ਭਾਰਤੀ ਯੂਨੀਅਨ ਬਣਾ ਲੈਂਦੇ ਆ, ਇਹ ਭਾਰਤੀ ਯੂਨੀਅਨ ਆ, ਉਹਨਾਂ ਦੇ ਹੱਕ ਦਬਾ ਚੁੱਕੀਆਂ ਹੁੰਦੀਆਂ। ਮੇਰੇ ਖਿਆਲ ਨਾਲ ਹਾਲੇ ਦਿੱਲੀ ਦੂਰ ਆ। ਤੇ ਜੇ ਇਹਨਾਂ ਨੂੰ ਮਸਲੇ ਹੱਲ ਕਰਨੇ ਆ, ਇਹਨਾਂ ਕੋਲ 2 ਹੀ ਹੱਲ ਆ। ਜੇ ਭਾਰਤੀ ਸਟੇਟ ਦੇ ਨਾਲ ਇਹਦਾ ਮਤਲਬ ਇਹਨਾਂ ਦੀ ਸਹਿਮਤੀ, ਜਾਂ ਤਾਂ ਉਹੀ ਰਾਜਨੀਤਿਕ ਪਾਰਟੀਆਂ ਨੇ ਤੁਹਾਡੇ ਹੱਲ ਕਰਨੇ ਆ, ਜਾਂ ਫਿਰ ਇਹਨਾਂ ਨੂੰ ਖੁਦ ਨਵੀਂ ਕੋਈ ਰਾਜਨੀਤਿਕ ਪਾਰਟੀ ਬਣਾ ਕੇ ਆਪਣਾ ਵਹਿਮ ਦੂਰ ਕਰਨਾ ਪਊਗਾ ਵੀ ਲੋਕਾਂ ਦਾ ਵਹਿਮ ਉਹ ਦੂਰ ਹੋਊਗਾ ਵੀ ਇਹ ਕੁਝ ਕਰ ਸਕਦੇ ਆ। ਮੈਨੂੰ ਨਹੀਂ ਲੱਗਦਾ, ਕਿਉਂਕਿ
ਇਹ ਕੁਛ ਕਰ ਵੀ ਲੈਣ, ਵੋਟਾਂ ਤਾਂ ਮੁੜ ਕੇ ਫਿਰ ਆਪ ਅਕਾਲੀ ਦਲ ਜਾਂ ਕਾਂਗਰਸ ਨੂੰ ਹੀ ਪਾਉਣੀਆਂ, ਇਹਨਾਂ ਨੇ ਤਾਂ ਇਲੈਕਸ਼ਨ ਵੀ ਨਹੀਂ ਲੜਨੀ ਜਥੇਬੰਦੀਆਂ ਨੇ, ਫਿਰ ਇਹਨਾਂ ਦਾ ਪ੍ਰੈਸ਼ਰ ਵੀ ਹੈ ਨਹੀਂ ਕਿਸੇ ਤੇ। ਜਾਂ ਤਾਂ ਕੋਈ ਦੱਸਣ ਵੀ ਅਸੀਂ ਅਗਲਾ ਸਟੈਪ ਆਇਆ ਸਾਡਾ, ਆਪਾਂ ਲੋਕਾਂ ਨੂੰ ਕਹਿੰਦੇ ਇਹਨਾਂ ਨੂੰ ਵੋਟਾਂ ਨਾ ਪਾਓ, ਫਿਰ ਵੋਟਾਂ ਹੀ ਨਹੀਂ ਤਾਂ ਇਲੈਕਸ਼ਨ ਵੀ ਨਹੀਂ ਲੜਨੀ, ਵੋਟਾਂ ਤਾਂ ਉਹਨਾਂ ਨੇ ਪਾਉਣੀਆਂ ਲੋਕਾਂ ਨੇ ਜੀ। ਕਿਉਂਕਿ ਥੋੜੀ ਕਲੈਰਿਟੀ ਆਉਣੀ ਚਾਹੀਦੀ ਹੈ। ਜੇ ਇਹਨਾਂ ਜਥੇਬੰਦੀਆਂ ਨੇ ਲੜਨਾ, ਆਪਣੇ ਇਤਿਹਾਸ ਨੂੰ ਵੀ ਨਾਲ ਲੈ ਕੇ ਤੁਰਨਾ ਪੈਣਾ। ਜੋ ਸਾਡੇ ਜੇਲ੍ਹਾਂ 'ਚ ਅੱਜ ਵੀ ਬੈਠੇ ਆ ਬੰਦੇ, ਉਹ ਮੰਨ ਲਓ 25-30 ਸਾਲ ਵਾਲੇ, ਉਹਨਾਂ ਬਾਰੇ ਵੀ ਗੱਲ ਕਰਨੀ ਪੈਣੀ ਹੈ। ਜੇ ਟੈਂਪਰੇਰੀ ਤੌਰ ਤੇ ਲੱਗਦਾ, ਪਰ ਮੈਨੂੰ ਲੱਗਦਾ ਹਾਲੇ ਬਹੁਤ ਦੂਰ ਆ ਗੱਲ। ਆਸ ਕਰਦਾ ਵੀ ਸਮੁੱਚੇ ਤੌਰ ਤੇ ਪੰਜਾਬ ਨੂੰ ਇੱਕ ਛਤਰੀ ਹੇਠਾਂ ਆਉਣਾ ਪੈਣਾ। ਇਹ ਇਕੱਲੀਆਂ ਮੰਨ ਲਓ 31 ਯੂਨੀਅਨ ਦੇ ਅਲੱਗ-ਅਲੱਗ ਝੰਡਿਆਂ ਥੱਲੇ ਇਹ ਗੱਲ ਨਹੀਂ ਬਣਨੀ। ਉਹਨੀ ਦਿੱਲੀ ਨੇ ਝੱਟ ਖਿਲਾਰ ਸਿੱਟਣੇ ਆ, ਉਹਨਾਂ ਨੇ ਬਹੁਤ ਵੱਡੀ ਜਿਹੜੀ ਪੰਜਾਬ ਨੇ ਲੜਾਈ ਲੜ ਚੁੱਕੀ, ਉਹਦੇ ਤਾਂ ਹਲੇ ਲਾਗੇ ਛਾਗੇ ਵੀ ਹੈ ਨਹੀਂ। ਪਰ ਫਿਰ ਵੀ ਮੈਂ ਆਸ ਕਰਦਾ ਵੀ ਇਹ ਬੰਦੇ ਫਿਰ ਵੀ ਕਿਤੇ ਨਾ ਕਿਤੇ ਆਪਣੇ ਇਤਿਹਾਸ ਨੂੰ ਉੱਥੋਂ ਸੇਧ ਲੈਣ ਤਾਂ ਕੁਝ ਬਣ ਸਕਦਾ। ਨਹੀਂ ਤਾਂ ਮੰਨ ਲਓ ਵੀ ਬਾਕੀ ਦੇਖੋ, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ। ਮੈਂ ਤਾਂ ਕਹਿੰਦਾ ਜੇ ਇਮਾਨਦਾਰੀ ਨਾਲ ਕਰ ਦੇਣਾ ਉੱਤੇ। ਧੰਨਵਾਦ ਜੀ ਗੋਲਡੀ ਦਿਓਲ ਜੀ। ਸਰ ਜਸਦੀਪ ਸਿੰਘ ਬਰਾੜ ਵਿਨੀਪੈਗ ਤੋਂ ਲਾਈਨ ਨੰਬਰ 1। ਹੈਲੋ ਜੀ, ਮੈਂ ਜਸਵੀਰ ਸਿੰਘ ਜੀ ਬੋਲਦਾ। ਸੌਰੀ ਜਸਵੀਰ ਸਿੰਘ ਜੀ, ਧੰਨਵਾਦ ਜੀ ਔਰ ਸਮਾਂ ਦੇਣ ਲਈ, ਔਰ ਨਵੇਂ ਰੇਡੀਓ ਸਟੇਸ਼ਨ ਤੇ ਪਹਿਲੀ ਵਾਰੀ ਤੁਹਾਡੇ ਨਾਲ ਮੁਖਾਤਬ ਹੋ ਰਹੇ ਹਾਂ। ਇਹਦੀਆਂ ਤੁਹਾਨੂੰ ਔਰ ਪ੍ਰੋਗਰਾਮ ਸੰਚਾਲਕਾਂ ਨੂੰ ਬਹੁਤ-ਬਹੁਤ ਵਧਾਈਆਂ। ਧੰਨਵਾਦ ਜੀ ਭਾਈ ਸਾਹਿਬ। ਤੇ ਪਹਿਲਾਂ ਨੰਬਰ ਨਹੀਂ ਸੀ ਸਰਦਾਰ ਜੀ, ਅੱਜ ਹੀ ਨੰਬਰ ਲੱਭਿਆ ਤੁਹਾਡਾ। ਉਹ ਫਿਰ ਮੈਂ ਕਈ ਵਾਰ ਦੱਸਾਂਗਾ ਜੀ। ਹਾਂ ਤੁਹਾਡੀਆਂ ਮੈਂ ਸੁਣੀਆਂ ਨੇ, ਡਿਬੇਟਸ ਸੁਣੀਆਂ ਨੇ, ਬੜੀਆਂ ਅਸਾਰੂ ਔਰ ਜਿਹੜੀਆਂ ਚੜ੍ਹਦੀ ਕਲਾ ਦੀਆਂ ਗੱਲਾਂ ਨੇ ਉਹ ਨਜ਼ਰ ਆਉਂਦੀਆਂ ਨੇ। ਹੁਣ ਜਿਹੜਾ ਸੰਘਰਸ਼ ਹੈ ਸਰਦਾਰ ਜੀ, ਗੱਲ ਏਦਾਂ ਹੈ, ਜਿਹੜੇ ਸੰਘਰਸ਼ ਸਮਾਜ ਦੇ ਵਿੱਚ ਹੋ ਗੁਜ਼ਰਦੇ ਨੇ, ਉਹਨਾਂ ਦੇ ਵਿੱਚ ਕੁਝ ਪਿਰਤਾਂ ਹੁੰਦੀਆਂ ਨੇ ਜਿਹੜੀਆਂ ਸੇਧ ਦਿੰਦੀਆਂ ਹੁੰਦੀਆਂ। ਤੇ ਨੌਜਵਾਨੀ ਦੇ ਵਿੱਚ ਇਹ ਜਿਹੜਾ ਪਹਿਲਾਂ ਖਾਸੀ ਦੇਰ ਤੋਂ ਉਹਨਾਂ ਦੇ ਵਿੱਚ ਜਿਹੜਾ ਆਪਣਾ ਅਕੀਦਾ ਜਾਂ ਇਹ ਕਹੀਏ ਵੀ ਜਿਹੜੀ ਗੈਰਤ ਮਚਲ ਰਹੀ ਸੀ, ਉਸ ਨੂੰ ਸਰਫਸ ਤੇ ਆਉਣ ਲਈ ਇਹ ਇੱਕ ਸਮਾਂ ਮਿਲਿਆ, ਕੁਦਰਤ ਨੇ ਦਿੱਤਾ। ਇਹਦੇ ਵਿੱਚ ਇਹ ਹੋਣਾ, ਇਹਦੇ ਚ ਪ੍ਰਾਪਤੀ ਦੇਖੋ, ਅਸੀਂ ਕਈ ਵਾਰੀ ਇਹ ਗੱਲ ਕਰਦੇ ਵੀ ਸੰਘਰਸ਼ ਚੱਲਿਆ, ਇਹਦੇ ਚ ਫਲਾਨੀ ਪ੍ਰਾਪਤੀ ਹੋ ਜੂਗੀ ਜਾਂ ਇੱਕੀ ਮਿਲ ਜੂਗਾ। ਇਹਦੀ ਤਾਂ ਉਮੀਦ ਹੈਗੀ ਘੱਟ ਜੀ ਵੀ ਇੱਕੀ ਕੁਛ ਮਿਲੂਗਾ, ਪਰ ਇਹਦੇ ਚ ਵੱਡੀ ਉਮੀਦ ਇਹ ਹੈ ਕਿ ਪੰਜਾਬ ਦੀ ਜਿਹੜੀ ਹੁਣ ਸਰ ਜਸਵੀਰ ਸਿੰਘ ਜੀ, ਮੈਨੂੰ ਲੱਗਦਾ ਕਿਤੇ ਤੁਸੀਂ ਟਰੱਕ ਚਲਾ ਰਹੇ ਹੋ, ਕਿਤੇ ਡ੍ਰੌਪ ਹੋ ਗਈ ਕਾਲ ਜੀ। ਨਵਨੀਤ ਸੇਖੋਂ ਜੀ ਲਾਈਨ ਨੰਬਰ 2। ਹੈਲੋ, ਹਾਂਜੀ ਗਿੱਲ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗਿੱਲ ਭਾਈ, ਇੱਕ ਤਾਂ ਤੁਹਾਨੂੰ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਬਹੁਤ-ਬਹੁਤ ਜੀ ਸ਼ੇਰੇ ਪੰਜਾਬ ਰੇਡੀਓ ਦੀਆਂ। ਧੰਨਵਾਦ ਜੀ, ਬਹੁਤ-ਬਹੁਤ। ਹਾਂਜੀ ਭਾਈ ਜੀ। ਤੇ ਗਿੱਲ ਸਾਹਿਬ, ਜਿਹੜਾ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਹੁਣ, ਮੌਜੂਦਾ ਹਾਲਾਤ ਨੇ, ਦੇਖੋ ਜੀ, ਆ ਜਿਹੜੀ ਤਾਂ ਆਪਣੀ ਜਨਰੇਸ਼ਨ ਆ ਜੀ 95 ਤੋਂ ਪਹਿਲਾਂ ਦੀ, ਆਪਾਂ ਸਿੱਖਿਆ ਆਪਾਂ ਬਹੁਤ ਮਹਿੰਗੇ ਪਾ। ਜਿਹੜੀ 95 ਦੀ ਜਨਰੇਸ਼ਨ ਆ ਜੀ, ਜੇ ਉਹ ਆਹ ਸੰਘਰਸ਼ ਚੋਂ ਇੱਕ ਲਾਨੀ ਐਕਸਪੀਰੀਅੰਸ ਹੀ ਲੈ ਲਵੇ ਨਾ ਜੀ, ਆਉਣ ਵਾਲੇ ਭਵਿੱਖ ਲਈ ਬਹੁਤ ਵੱਡੀ ਗੱਲ ਹੋ ਜੂਗੀ। ਤੇ ਲੈ ਵੀ ਲੈਣਾ ਉਹਨਾਂ ਨੇ, ਜਿਹੜਾ ਕੁਛ ਉੱਥੇ ਹੋ ਰਿਹਾ ਜੀ, ਜਿਵੇਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਜਿਵੇਂ ਲੋਕੀ ਬੇਬਾਕੀ ਨਾਲ ਬੋਲ ਵੀ ਰਹੇ ਆ ਸਟੇਜਾਂ ਤੋਂ, ਜਾਂ ਹੋਰ ਆਜ਼ਾਦੀ ਦੀ ਗੱਲ ਚੱਲ ਰਹੀ ਆ। ਤੇ ਦੂਜੇ ਬਾਹਰਲੇ ਸਿੱਖਾਂ ਦਾ ਵੀ ਹੁਣ ਫਰਜ਼ ਇਹ ਬਣਦਾ ਜੀ ਸਖਤਤਾ ਨਾਲ ਸੋਚਣ, ਕਿਉਂਕਿ ਆਪਾਂ ਨੂੰ ਜ਼ਮੀਨ ਨੇ ਦਿੱਤਾ ਬਹੁਤ ਕੁਝ ਹੈ। ਜਿਹੜਾ ਆਪਾਂ ਸੁੱਖ ਦਾ ਸਾਹ ਲੈਂਦੇ ਆ ਨਾ, ਆਪਾਂ ਪਿੰਡ ਜਾ ਕੇ ਲੈਂਦੇ ਆ ਜੀ। ਸਹੀ ਗੱਲ ਤਾਂ ਆਪ ਜਿੰਨੀਆਂ ਮਰਜ਼ੀ ਗੱਲਾਂ ਮਾਰ ਲਿਆ, ਉਰੇ ਆਪਾਂ ਨੂੰ ਉਹ ਗੱਲ ਨਹੀਂ ਬਣਦੀ ਜਿਹੜਾ ਆਪਾਂ ਨੂੰ ਆਪਣੇ ਮੋਟਰ ਤੇ ਜਾ ਕੇ ਜਾਂ ਆਪਣੇ ਪਿੰਡ ਜਾ ਕੇ ਆਪਣੀ ਜ਼ਮੀਨ ਵੱਲ ਝਾਕ ਕੇ ਜਿਹੜਾ ਸੁੱਖ ਮਿਲਦਾ ਨਾ, ਸ਼ਾਂਤੀ ਮਿਲਦੀ ਹੈ, ਨਾਲੇ ਆਪਣੀ ਪਿੱਤਰ ਭੂਮੀ ਹੈ ਜੀ। ਤੇ ਬਾਹਰਲਿਆਂ ਨੂੰ ਵੀ ਬਹੁਤ ਸਿਰਦਰਦਾ ਨਾਲ ਤੇ ਠੰਡੇ ਮਤੇ ਨਾਲ ਸੋਚਣਾ ਚਾਹੀਦਾ, ਬਹੁਤ ਲੰਮਾ ਸੰਘਰਸ਼ ਸੋਚ ਕੇ ਚੱਲਣਾ ਚਾਹੀਦਾ ਜੀ। ਤੇ ਇੰਨੇ ਵਿਚਾਰ ਸੀਗੇ ਬਾਈ ਜੀ। ਧੰਨਵਾਦ ਬਹੁਤ-ਬਹੁਤ ਸੇਖੋਂ ਸਾਹਿਬ, ਥੈਂਕ ਯੂ। ਇੱਕ ਗੱਲ ਠੀਕ ਹੈ, ਜਿਹੜੀ ਗੱਲ ਸਿੱਖ ਉਹਨਾਂ ਨੇ ਕਹੀ, ਜਿਨ੍ਹਾਂ ਨੇ 95 ਤੋਂ ਪਹਿਲਾਂ ਦੇ ਪੈਦਾ ਹੋਏ ਆ, ਉਹਨਾਂ ਨੇ ਸੰਘਰਸ਼ ਵੇਖਿਆ। 95 ਤੋਂ ਬਾਅਦ ਵਾਲਿਆਂ ਨੇ ਸੰਘਰਸ਼ ਵੇਖਿਆ ਨਹੀਂ, ਪੰਜਾਬ ਦਾ ਇਹ ਰੂਪ ਨਹੀਂ ਵੇਖਿਆ। ਹੁਣ ਉਹ ਰੂਪ ਵੇਖ ਰਹੇ ਨੇ। ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆ ਕੇ ਜੇ ਇੱਕ ਹੀ ਕਾਲ ਵਿੱਚ ਰਹਿ ਗਈ ਸੀ ਸਰਦਾਰ ਜਸਵੀਰ ਸਿੰਘ ਗਰੇਵਾਲ ਉਹਨਾਂ ਦੀ, ਜੇ ਉਹ ਉਹਨਾਂ ਨੇ ਕਰ ਲਈ ਇਸ ਵਿਸ਼ੇ ਤੇ ਕਰਾਂਗਾ। ਨਹੀਂ, ਮੈਂ 3 ਛੋਟੇ ਵਿਸ਼ੇ ਨੇ 5-5 7-7 ਮਿੰਟ ਦੇ ਨਾਲ, ਮਿਡਲ ਈਸਟ ਦਾ, ਉਸ ਤੋਂ ਬਾਅਦ ਪ੍ਰੈਜ਼ੀਡੈਂਸ਼ੀਅਲ ਡਿਬੇਟ ਜਿਹੜੀ ਹੋਈ ਹੈ ਉਸ ਦੀ ਗੱਲਬਾਤ ਕਰਾਂਗੇ, ਤੇ ਨਾਲ ਲੋਕਲ ਰਾਜਨੀਤੀ 'ਚ ਕੀ ਹੋ ਰਿਹਾ ਇਹਦੀ ਵੀ ਗੱਲਬਾਤ ਹੋਏਗੀ। ਧੰਨਵਾਦ ਜੀ ਸਾਰਿਆਂ ਦਾ, ਜਿੱਥੇ ਵੀ ਬੈਠੇ ਹੋ ਪ੍ਰੋਗਰਾਮ ਸੁਣ ਰਹੇ ਹੋ। ਸਾਰਿਆਂ ਨੂੰ ਬੇਨਤੀ, ਵਪਾਰੀ ਵੀਰਾਂ ਨੂੰ ਬੇਨਤੀ ਕਿ ਸ਼ੇਰੇ ਪੰਜਾਬ ਰੇਡੀਓ ਤੇ ਐਡਵਰਟਾਈਜ਼ਮੈਂਟ ਕਰਨ ਲਈ
ਜਾਂ ਹਰਜੀਤ ਗਿੱਲ ਸ਼ੋਅ ਦੇ ਵਿੱਚ ਐਡਵਰਟਾਈਜ਼ਮੈਂਟ ਕਰਨ ਲਈ ਤੁਸੀਂ ਮੈਨੂੰ ਵੀ ਮੈਸੇਜ ਭੇਜ ਸਕਦੇ ਹੋ। ਮੈਂ ਅੱਗੇ ਆਫਿਸ 'ਚ ਭੇਜ ਸਕਾਂ, ਥੋੜ੍ਹਾ ਜਿਹਾ ਸੈੱਟ ਕਰ ਰਿਹਾ ਸਾਰੀਆਂ ਟੀਮਾਂ ਵਗੈਰਾ। 604 729 1224 ਤੁਹਾਡੇ ਕੋਲ ਮੇਰਾ ਸੈੱਲ ਫੋਨ ਹੈ। ਜਿਸ ਤਰ੍ਹਾਂ ਦੂਜੇ ਸਟੇਸ਼ਨ 'ਤੇ KRPI 'ਤੇ ਤੁਸੀਂ ਬਹੁਤ ਮਦਦ ਕੀਤੀ, ਮਾਣ ਦਿੱਤਾ, ਅਤੇ ਇੱਥੇ ਵੀ ਆਸ ਹੈ ਜਿਵੇਂ ਸਭ ਤੋਂ ਪਹਿਲਾਂ ਪਰਵਿੰਦਰ ਸਿੰਘ ਥਿੰਦ ਅਤੇ ਥਿੰਕ ਇੰਸ਼ੋਰੈਂਸ ਤੋਂ ਅਤੇ ਗਗਨ ਸਿੰਘ ਉਹਨਾਂ ਨੇ ਪ੍ਰੋਗਰਾਮ ਨੂੰ ਐਡਵਰਟਾਈਜ਼ਮੈਂਟ ਕੀਤੀ ਹੈ। ਅਤੇ ਇਸੇ ਤਰ੍ਹਾਂ ਹੀ ਇਹ ਮਾਣ ਹੈ ਕਿ ਇਹ ਔਖੇ ਸਮੇਂ ਦੇ ਵਿੱਚ ਜੇ ਬਹੁਤਾ ਨਹੀਂ ਤਾਂ ਆਪਾਂ ਹੌਲੀ ਹੌਲੀ ਇਸ ਨੂੰ ਆਪਾਂ ਚੱਲਦੇ ਵੀ ਰੱਖਣਾ। KRPI 'ਤੇ ਵੀ ਇਸੇ ਤਰ੍ਹਾਂ ਪ੍ਰੋਗਰਾਮ ਚੱਲ ਰਹੇ ਨੇ, ਜਿਸ ਤਰ੍ਹਾਂ ਭੈਣ ਜੀ ਉਹਨਾਂ ਨੇ, ਹਰਦੀਪ ਕੌਰ ਜੀ ਨੇ ਪੁੱਛਿਆ ਸੀ। ਦੋਨੇ ਅਲੱਗ-ਅਲੱਗ ਰੇਡੀਓ ਨੇ ਜੀ, ਦੋਨਾਂ 'ਤੇ ਮੈਂ ਕੰਮ ਕਰਦਾ 2-2 ਘੰਟੇ। ਇਹਦੇ 'ਤੇ 9 ਤੋਂ 11, ਉਹਦੇ 'ਤੇ 12 ਤੋਂ 2। ਗੱਲ ਇਹ ਹੋਈ ਕਿ 2009 ਤੋਂ ਹੁਣ ਲੈ ਕੇ ਹੁਣ ਤੱਕ ਕੰਮ ਕੀਤਾ ਹੀ ਨਹੀਂ। 2 ਘੰਟੇ ਲਾ ਕੇ ਉੱਧਰ ਬਹਿ ਗਏ, ਇੱਧਰ ਬਹਿ ਗਏ, ਸਟਾਰਬਕਸ 'ਤੇ ਬਹਿ ਗਏ, ਅਤੇ 2 ਘੰਟੇ ਸਿਰਫ ਸ਼ੋਅ। 2 ਤੋਂ ਫਿਰ 3 ਹੋ ਗਿਆ, ਹੁਣ 3 ਤੋਂ 4 ਹੋ ਗਿਆ। ਬਰੋਡਕਾਸਟਿੰਗ ਘੱਟੋ ਘੱਟ 4 ਘੰਟੇ ਦੀ ਸ਼ੋਅ ਜਿਹੜਾ ਰੈਗੂਲਰ ਜੇ ਤੁਸੀਂ ਦੇਖਦੇ ਹੋ ਆਲੇ ਦੁਆਲੇ ਮੇਨ ਸਟਰੀਮ ਦੇ ਵਿੱਚ ਵੀ ਆਪਣੇ ਵੀ ਜਿਹੜੇ ਸਥਾਪਿਤ ਨੇ ਰੇਡੀਓ ਹੋਸਟ, ਉਹ 4-4 ਘੰਟੇ ਕਰਦੇ ਆ। ਅਤੇ ਜਦ 2014 ਦੇ ਵਿੱਚ ਸ਼ੇਰੇ ਪੰਜਾਬ ਏਅਰਵੇਵਸ ਤੋਂ ਗਿਆ ਤਾਂ ਬੜੀਆਂ ਕਹਾਣੀਆਂ ਚੱਲੀਆਂ। ਅੱਜ ਰਾਤ ਨੂੰ ਬੰਦ ਹੋ ਰਿਹਾ, ਅੱਜ ਰਾਤ ਨੂੰ ਬੰਦ ਹੋ ਰਿਹਾ। ਦੂਜੇ ਦਿਨ ਇੱਕ ਨੇ ਆ ਕੇ ਮੈਨੂੰ ਕਿਹਾ ਜੀ ਦੱਸਿਓ ਤਾਂ ਸਟੂਡੀਓ ਕਿੱਥੇ ਆ, ਕੌਫੀ ਪਿਲਾ ਦਈਏ। ਸਟੂਡੀਓ 20,800 ਵੈਸਟਮਿਨਿਸਟਰ ਹਾਈਵੇ 'ਤੇ ਸ਼ੇਰੇ ਪੰਜਾਬ ਰੇਡੀਓ ਲਿਖਿਆ, ਖੱਬੇ ਬੰਨੇ ਆਖਰੀ ਬਿਲਡਿੰਗ ਆ ਜਾਂ ਨਾਨਕਸਰ ਗੁਰਦੁਆਰਾ ਸਾਹਿਬ ਨੂੰ ਜਾਂਦੇ ਹੋ, 3ਜੀ ਮੰਜ਼ਿਲ 'ਤੇ ਬੈਠਾ ਮੈਂ। ਹੁਣ ਜਿਹੜੇ ਬੰਦ ਕਰਾਉਣ ਦੀਆਂ ਖਬਰਾਂ ਦਿੰਦੇ ਸੀ, ਜੇ ਸਾਫ਼ ਸੁੱਚੀ ਪੱਤਰਕਾਰੀ ਹੈ, ਹੁਣ ਹਿੰਦੀ 'ਚ ਮਾੜਾ ਜਿਹਾ ਇਹ ਵੀ ਕਹਿ ਦਿਓ ਦੁਬਾਰਾ ਵੀ ਦੁਬਾਰਾ ਸ਼ੇਰੇ ਪੰਜਾਬ ਚੱਲ ਗਿਆ। ਜੇ ਪੱਤਰਕਾਰੀ ਕਹਾਉਂਦੇ ਹੋ ਨਾ ਵੀ ਸਾਡੇ ਵਰਗਾ ਪੱਤਰਕਾਰ ਕੋਈ ਨਹੀਂ, ਤਾਂ ਇਹ ਵੀ ਹੁਣ ਦੱਸ ਦਿਓ ਕਿ 600 ਦੁਬਾਰਾ ਚੱਲ ਪਿਆ। ਅਤੇ ਕੌਫੀ ਵਾਲੇ ਭਾਈ ਨੂੰ ਵੀ ਬੇਨਤੀ ਹੈ ਵੀ ਹੁਣ 16-17 ਜੀ ਹੈ, 22 ਲਿਆ ਕੌਫੀ, ਬਾਲਟੀ ਚਾਹ ਦੀ ਉਹ ਬਣਾ ਲਿਆ ਅੱਜ, ਅਤੇ ਸਾਰਿਆਂ ਨੂੰ ਛਕਾ ਜਾਓ। ਸਮਾਂ ਸਮਰੱਥ ਹੈ, ਸਮੇਂ ਤੋਂ ਡਰਨਾ ਚਾਹੀਦਾ। ਸਮੇਂ ਨੇ ਕੀ ਗੇੜਾ ਦੇਣਾ ਰੱਬ ਜਾਣਦਾ। 778 222 0600 'ਤੇ ਤੁਸੀਂ ਹੁਣ ਅਗਲੇ ਵਿਸ਼ੇ 'ਚ ਗੱਲ ਕਰ ਰਹੇ ਹਾਂ। ਮਿਡਲ ਈਸਟ, ਮੱਧ ਪੂਰਬ ਦੇ ਦੇਸ਼ ਕੀ ਨੇ, ਉਹ ਖਾਸ ਕਿਉਂ ਨੇ? ਉਹ 3 ਕੰਟੀਨੈਂਟ ਏਸ਼ੀਆ, ਅਫਰੀਕਾ ਅਤੇ ਯੂਰਪ ਦੇ ਲਈ ਖਾਸ ਕਿਉਂ ਨੇ? ਮਿਸਰ, ਅਮਾਨ, ਯਮਨ, ਕਤਰ, ਦੁਬਈ, UAE ਮਤਲਬ ਈਰਾਨ, ਬਹਿਰੀਨ, ਸੀਰੀਆ, ਜਾਰਡਨ, ਤੁਰਕੀ, ਲੈਬਨਾਨ, ਸਾਊਦੀ ਅਰੇਬੀਆ, ਕੁਵੈਤ, ਇਰਾਕ ਅਤੇ ਇਜ਼ਰਾਈਲ। ਇਹ ਦੇਸ਼ ਨੇ ਜਿਹਦੇ ਇੱਕ ਬੰਨੇ ਇੰਡੀਅਨ ਓਸ਼ਨ, ਇੱਕ ਬੰਨੇ ਅਰਬ ਦੀ ਖਾੜੀ, ਇੱਕ ਬੰਨੇ ਲਾਲ ਸਾਗਰ ਜਿਹੜਾ ਨਹਿਰ ਸਵੇਜ ਨੂੰ ਜਾਂਦਾ, ਦੂਜੇ ਬੰਨੇ ਮੈਡੀਟਰੇਨੀਅਨ ਸੀ ਹੈ। ਇਹਦੇ ਵਿੱਚ ਇਹ ਦੇਸ਼ ਨੇ, ਇਹ ਬਹੁਤ ਜ਼ਿਆਦਾ ਜ਼ਰੂਰੀ ਨੇ। ਯੂਰਪ ਦੇ ਲਈ ਇਹ ਰਾਹ ਹੈ, ਉੱਧਰਲੇ ਪਾਸਿਓਂ ਏਸ਼ੀਆ 'ਚੋਂ ਲੋਕ ਆਉਂਦੇ ਨੇ, ਅਫਰੀਕਾ ਨੂੰ ਦੇ ਨਾਲ ਲੱਗਦਾ ਹੈ। ਪਰ ਇੱਥੇ ਦੇ ਹਾਲਾਤ ਜਿਹੜੇ ਨੇ ਕਾਬੂ ਰੱਖਣ ਲਈ ਵੱਡੀਆਂ ਤਾਕਤਾਂ ਇਹਦੇ 'ਚ ਘੁਲਦੀਆਂ ਨੇ। ਅਮਰੀਕਾ ਨੇ ਤਾਂ ਪੱਕਾ ਹੀ ਡੇਰਾ ਇੱਥੇ ਰੱਖਿਆ ਹੋਇਆ, ਰੂਸ ਵੀ ਇਹਦੇ 'ਚ ਖੇਲਦਾ, ਅਤੇ ਇਹਦੇ 'ਚ ਅਰਮੀਨੀਆ ਅਤੇ ਐਜ਼ਰਬਾਈਜਾਨ ਦੀ ਜਿਹੜੀ ਮੁਸ਼ਕਲ ਪਈ ਹੋਈ ਹੈ, ਹਾਲਾਂਕਿ ਚਾਹੇ ਉਹ ਇਸ ਦਾ ਹਿੱਸਾ ਨਹੀਂ, ਉਹਦੇ 'ਚ ਹੁਣ ਤੁਰਕੀ ਅਤੇ ਰੂਸ ਜਿਹੜੇ ਨੇ ਮਸਲ ਫਲੈਕਸ ਕਰ ਰਹੇ ਨੇ। ਸੋ ਇਹ ਜਿਹੜੀ ਮੈਂ ਗੱਲਬਾਤ ਇਸ ਵਿਸ਼ੇ 'ਤੇ ਕਰਨੀ ਚਾਹੁੰਦਾ ਕਿ ਇਹਦੇ 'ਚ ਇਜ਼ਰਾਈਲ ਇਹਦੇ ਦੇ ਸੈਂਟਰ ਪੁਆਇੰਟ 'ਤੇ ਆ। ਲੇਟਲੀ ਜਿਹੜੀਆਂ ਯਾਰੀਆਂ ਨਵੀਆਂ ਪਈਆਂ, ਅੱਗੇ ਮੁਸਲਿਮ ਵਰਲਡ ਦੇ ਵਿੱਚ ਮੁਸਲਿਮ ਦੇਸ਼ ਸੀ ਜਿਹੜੇ ਫਲਸਤੀਨ ਦੇ ਹੱਕ 'ਚ ਖੜ੍ਹਦੇ, ਪਰ ਇਜ਼ਰਾਈਲ ਦੀ ਹੁਣ ਕਤਰ ਨਾਲ ਯਾਰੀ, ਇਜ਼ਰਾਈਲ ਦੀ ਹੁਣ ਉਹਦੇ ਬਾਅਦ ਦੁਬਈ ਨਾਲ ਯਾਰੀ, ਇਜ਼ਰਾਈਲ ਦੀ ਸਾਊਦੀ ਅਰਬ ਨਾਲ ਯਾਰੀ, ਇਜ਼ਰਾਈਲ ਦਾ ਜਹਾਜ਼ ਦੁਬਈ ਜਾ ਕੇ ਉਤਰ ਗਿਆ, ਜੈਰਡ ਕੁਸ਼ਨਰ ਸਿਰ 'ਤੇ ਰਾਸ਼ਟਰਪਤੀ ਟਰੰਪ ਦਾ ਜਵਾਈ ਇਹ ਸਾਰਾ ਮਾਮਲਾ ਸਿਰ 'ਤੇ ਲਈ ਬੈਠਾ ਕਿ ਮੈਂ ਇਹਨੂੰ ਸਾਂਭਿਆ ਹੋਇਆ। ਇਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਆ ਲੜਾਉਣੇ ਵੀ ਨੇ, ਵੈਸਟਰਨ ਵਰਲਡ ਨੇ ਇਹਨੇ ਲੜਾਉਣੇ ਨੇ। ਇਹ ਕਾਹਦੇ ਲੜਾਉਣੇ ਨੇ? ਈਰਾਨ ਅਤੇ ਇਰਾਕ ਕਦ ਲੜਾਉਣਾ, ਸਾਊਦੀ ਅਰਬ ਨੂੰ ਬਚਾ ਕੇ ਕਿਵੇਂ ਰੱਖਣਾ, ਕੁਵੈਤ 'ਚ ਸਦਾਮ ਕਦ ਬੜੂਗਾ, ਉਹਦੇ ਬਾਅਦ ਇਜ਼ਰਾਈਲ ਨੇ ਕਿਵੇਂ ਨੱਪਣੇ ਨੇ, ਅਸਾਦ ਨੂੰ ਕਦ ਲੜਾਉਣਾ ਹੈ, ਅਸਾਦ ਦੇ ਵਿਰੋਧ ਦੇ ਵਿੱਚ ਫਰੀ ਅਸਾਦ ਦਾ ਨਾਅਰਾ ਕਿਹਨੇ ਲਾਉਣਾ ਹੈ, ਉਸ ਤੋਂ ਬਾਅਦ ਕੁਰਦਾਂ ਨੂੰ ਕਿਵੇਂ ਗਰਮ ਕਰਨਾ ਅਤੇ ਕੁਰਦਾਂ ਨੂੰ ਉੱਥੇ ਛੱਡ ਕੇ ਕਿਵੇਂ ਭੱਜਣਾ। ਇਹ ਸਾਰਾ ਕੁਛ ਹੋਣਾ। ਕੁਰਦਾਂ ਨੂੰ ਉਨਾ ਕਿਤੇ ਪਹਿਲਾਂ ਅਲ ਜਵਾਹਰੀ ਜਿਹੜਾ ਉਸ ਨੂੰ ਤੋਂ ਬਾਅਦ ਅਲ ਬਗਦਾਦੀ ਨੂੰ ਉੱਥੇ ਦਾ
ਕਿਵੇਂ ਆਈਸਿਸ ਕਿਵੇਂ ਬਣਾਉਣੀ ਆ, ਕੈਲੀਫੇਟ ਕਿਵੇਂ ਬਣਨਾ, ਤੇ ਫਿਰ ਫੁੰਡਣਾ ਕਿਵੇਂ ਆ ਜਵਾਰੀ। ਸੋ ਇਹ ਸਾਰਾ ਕੁਛ ਜਿਹੜਾ ਵੈਸਟਰਨ ਵਰਲਡ ਨੇ ਕਰਨਾ, ਅਮਰੀਕਾ ਤੇ ਰੂਸ ਉਹਦੇ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਨੇ ਵੀ ਅਸੀਂ ਕੀ ਕਰਨਾ। ਅਸਾਦ ਨੂੰ ਬਚਾਉਂਦਿਆਂ ਪੁਤਨ ਨੇ ਪੱਕਾ ਡੇਰਾ ਲਾ ਦਿੱਤਾ, ਹੁਣ ਨਹੀਂ ਨਿਕਲਦਾ ਉਹ ਭੂਮੱਧ ਸਾਗਰ ਦੇ ਵਿੱਚੋਂ। ਇੱਕੋ ਇੱਕ ਨੈਵਲ ਸਟੇਸ਼ਨ ਹੈ ਉਹ ਉਹਦੇ ਕੋਲ ਹੈ, ਤੇ ਇੱਕ 에ਅਰਫੋਰਸ ਸਟੇਸ਼ਨ ਬਹੁਤ ਵੱਡਾ ਲੈਟਕੀਆ ਦਾ ਉਹ ਉਹਦੇ ਕੋਲ ਹੈ। ਹੁਣ ਇਹਨਾਂ ਨੇ ਨਹੀਂ ਆਉਣਾ। ਹੁਣ ਅਗਲੀ ਜਿਹੜੀ ਗੱਲਬਾਤ ਹੋ ਰਹੀ ਆ ਉਹ ਹੈ ਲਿਬੀਆ ਦੀ। ਹਾਲਾਂਕਿ ਅਫਰੀਕਾ ਦਾ ਹਿੱਸਾ ਉਹ, ਪਰ ਲਿਬੀਆ ਦੇ ਵਿੱਚ ਤੇਲ ਹੈ, ਤੇਲ ਦੀ ਲੜਾਈ ਹੈ। ਇੱਕ ਯੂਨਾਈਟਿਡ ਨੇਸ਼ਨ ਦੀ ਬੈਕਅਪ ਵਾਲੀ ਗਵਰਨਮੈਂਟ ਹੈ ਜਿਹਦੀ ਮਦਦ ਤੁਰਕੀ ਕਰ ਰਿਹਾ। ਰੂਸ ਮਜ਼ਲਮ ਬ੍ਰਦਰਹੁੱਡ ਤੋਂ ਡਰਦਾ ਤੇ ਕਿਉਂਕਿ ਰੂਸ ਆਪਣੀ ਮਜ਼ਲਮ ਬ੍ਰਦਰਹੁੱਡ ਤੋਂ ਵੀ ਚੈਚਨੀਆ ਤੋਂ ਡਰਦਾ ਸੀ ਤੇ ਉਹਨੇ ਖੱਖੜੀਆਂ ਕਰੇਲੇ ਕਰਤਾ। ਚੈਚਨੀਆ ਦੇ ਬਾਗੀ ਮਜ਼ਲਮ ਬ੍ਰਦਰਹੁੱਡ 'ਚ, ਆਈਸਿਸ ਦੇ ਵਿੱਚ, ਮੁਜਾਹਿਦੀਨਾਂ ਦੇ ਵਿੱਚ ਚੇਚਨੀਆ ਦੇ ਬਾਗੀ ਨਾਲ ਰਹੇ ਆ। ਅੱਛਾ, ਹੁਣ ਇਹਦੇ 'ਚ ਕੀ ਹੋ ਰਿਹਾ, ਲਿਬੀਆ ਦਾ ਕੀ ਹੋ ਰਿਹਾ, ਲਿਬੀਆ ਦਾ ਭਵਿੱਖ ਕੀ ਆ? ਉਹ ਭਵਿੱਖ ਕੀ ਹੈ ਕਿ ਮਿਸਰ, ਦੁਬਈ, ਸਾਊਦੀ ਅਰਬ, ਇਹਨਾਂ ਦੇਸ਼ਾਂ 'ਚ ਤੁਸੀਂ ਵੇਖੋ ਵੱਡਾ ਦੇਸ਼ ਨੇ ਜਿਹੜੇ ਉਹ ਸਾਊਦੀ ਅਰਬ ਹੈ। ਤੁਸੀਂ ਉਹਦਾ ਨਕਸ਼ਾ ਵੇਖਿਓ ਤੇ ਇੱਕ ਬੰਨੇ ਅਰਬ ਸਾਗਰ, ਇੱਕ ਬੰਨੇ ਜਿਹੜੀ ਅਰਬ ਦੀ ਖਾੜੀ ਨਾਲ, ਇੱਕ ਬੰਨੇ ਲਾਲ ਸਾਗਰ, ਇੱਕ ਬੰਨੇ ਅਰਬ ਦੀ ਖਾੜੀ ਨਾਲ ਜੁੜਦਾ ਉਹ। ਈਰਾਨ ਬਹੁਤ ਵੱਡਾ, ਈਰਾਨ ਜਿਹੜਾ ਹੁਣ ਬੈਲੈਂਸ ਨਹੀਂ ਹੈ, ਆਪਣੇ ਆਪ ਨੂੰ ਔਖਾ ਹੈ, ਪੈਸੇ ਧੇਲੇ ਵੱਲੋਂ ਬਹੁਤ ਔਖਾ, ਉਹਨੂੰ ਪੈਰੀ ਨਹੀਂ ਆਉਣ ਦੇਣਾ ਇਹਨਾਂ ਨੇ। ਉਹਦੇ 'ਤੇ ਐਮਬਾਰਗੋ ਲਾ ਕੇ, ਕਿਉਂਕਿ ਇਜ਼ਰਾਈਲ ਤੇ ਕੈਨੇਡਾ ਇਕੱਠਾ ਜਿਹੜਾ ਜਦੋਂ ਜ਼ੋਰ 'ਤੇ ਸੀ ਅਹਿਮਦੀਨੇਜਾਦ ਵੇਲੇ, ਰਾਸ਼ਟਰਪਤੀ ਵੇਲੇ ਈਰਾਨ ਦੇ ਨੇ, ਦੇਖੋ ਕਿਤੇ ਦਿਖਦਾ ਨਾ ਆ ਕੇ ਉਹ ਕੋਲੰਬੀਆ ਯੂਨੀਵਰਸਿਟੀ 'ਚ ਕੀ ਬੋਲ ਕੇ ਗਿਆ ਸੀ ਯੂਨਾਈਟਿਡ ਨੇਸ਼ਨ ਦੀ ਸਮਿਟ ਦੇ ਵਿੱਚ। ਅਮਰੀਕਾ ਦੀ ਯੂਨੀਵਰਸਿਟੀ 'ਚ ਨਿਊਯਾਰਕ ਅਮਰੀਕਾ ਦੇ ਖਿਲਾਫ ਬੋਲ ਕੇ ਗਿਆ, ਤੇ ਇਜ਼ਰਾਈਲ ਨੂੰ ਉਹ ਕਹਿੰਦਾ ਸੀ ਇੱਕ ਨਕਸ਼ੇ ਤੋਂ ਖਤਮ ਹੋ ਜਾਵੇ। ਹਿਜ਼ਬੁੱਲਾ ਬੈਠਾ ਲੈਬਨਾਨ ਦੇ ਵਿੱਚ, ਲੈਬਨਾਨ ਜਿਹੜਾ ਉਹ ਸੱਤਿਆਨਾਸ ਹੋ ਗਿਆ। ਫਲਸਤੀਨੀ ਦੱਬ ਲਏ, ਫਲਸਤੀਨੀਆਂ ਦੀ ਧਰਤੀ ਤੇ ਉੱਪਰ ਕਵਰ ਕਰਕੇ ਉਹਨਾਂ ਨੇ ਸੈਟਲਮੈਂਟ ਕਲੋਨੀਆਂ ਬਣਾ ਕੇ ਉਹ ਲੀਗਲਾਈਜ਼ਡ ਕਰਨ ਦੀ ਗੱਲ ਚੱਲ ਰਹੀ ਹੈ। ਯਰੂਸ਼ਲਮ 'ਚ ਤੈਲ ਅਵੀਵ ਤੋਂ ਲੈ ਕੇ ਇਜ਼ਰਾਈਲ ਰਾਜਧਾਨੀ ਲੈ ਗਿਆ। ਯਰੂਸ਼ਲਮ ਜਿਹੜਾ ਹੈ ਉਹਦਾ ਮੁੱਢ ਫਲਸਤੀਨ ਲੋਕ ਕਹਿੰਦੇ ਯਰੂਸ਼ਲਮ, ਓਲਡ ਯਰੂਸ਼ਲਮ ਉਹਨਾਂ ਦੇ ਕੋਲ ਆ ਹਲੇ ਵੀ। ਤੇ ਇਰਾਕ ਦਾ ਉਹਨੇ ਪੈਰੀ ਨਹੀਂ ਹੋਣਾ। ਇਰਾਕ ਜੇ ਕਿਸੇ ਨੇ ਵੇਖਿਆ ਹੋਵੇ 91 ਦੀ ਵਾਰ ਤੋਂ ਪਹਿਲਾਂ, ਸਦਾਮ ਹਸਨ ਦੇ ਵੇਲੇ ਲੋਕ ਯਾਦ ਕਰਦੇ ਆ ਵੀ ਯੂਰਪ ਸੀ ਦੂਜਾ, ਨਵੇੜਤਾ ਕੰਮ। ਸਾਊਦੀ ਅਰਬ ਨਾਲ ਯਾਰੀ ਹੈ ਅਮਰੀਕਾ ਦੀ, ਪਰ ਸਾਊਦੀ ਅਰਬ ਦੀ ਪਕੜ ਘਟ ਰਹੀ ਹੈ ਕਿਉਂਕਿ ਰਾਇਲ ਫੈਮਿਲੀ ਦੇ ਵਿੱਚ ਕਨਫਲਿਕਟ ਬਹੁਤ ਵੱਡਾ। ਮੁਹੰਮਦ ਬਿਨ ਸੁਲੇਮਾਨ ਨੇ ਆਪਣੇ ਚਾਚੇ ਤਾਏ ਦੇ ਪੁੱਤ ਤੇ ਚਾਚੇ ਕਰਾਊਨ ਪ੍ਰਿੰਸ ਤੋਂ ਲਾ ਕੇ ਤੇ ਉਹ ਖੂੰਜੇ ਲਾ ਦਿੱਤੇ, ਤੇ ਉੱਥੇ ਗੜਬੜ ਹੈ ਵੱਡੀ। ਉਹ ਕਦੇ ਜੇ ਕੋਈ ਵਿਰੋਧੀਆਂ ਦੀ ਕੋਈ ਹੋਰ ਵੱਡੀ ਪਾਵਰ ਅਮਰੀਕਾ ਤੋਂ ਬਿਨਾਂ ਮਦਦ ਕਰ ਦੇਵੇ ਤੇ ਉੱਥੇ ਕਦੇ ਵੀ ਰਾਜ ਪਲਟਾ ਆ ਸਕਦਾ। ਦੁਬਈ, UAE ਆਰਾਮ ਨਾਲ ਬੈਠਾ ਹੈ, ਦੁਨੀਆ ਦਾ ਪੈਸਾ ਬਹੁਤ ਮੰਗਾ ਲਿਆ, ਧਨ ਬਹੁਤ ਆ ਗਿਆ, ਬੇਸ਼ੁਮਾਰ ਆ ਗਿਆ। ਅਮਾਨ ਟਿਕ ਕੇ ਰਹਿੰਦਾ, ਅਮਾਨ 'ਚ ਨਹੀਂ। ਯਮਨ ਦਾ ਸੱਤਿਆਨਾਸ਼ ਹੋ ਗਿਆ ਕਿਉਂਕਿ ਬਹੁਤ ਸਟ੍ਰੈਟੇਜਿਕ ਲੋਕੇਸ਼ਨ ਹੈ ਯਮਨ ਦੀ, ਰੈੱਡ ਸੀ ਦੇ ਉੱਪਰ ਹੈ। ਪਾਇਰੇਟਸ ਉੱਥੋਂ ਸਮੁੰਦਰੀ ਡਾਕੂ ਜਦ ਉੱਥੇ ਦੀ, ਕਿਉਂਕਿ ਜਦ ਯੂਰਪ 'ਚ ਸ਼ਿਪ ਬਣਨਾ ਉੱਥੇ ਦੀ ਬਣਨਾ। ਸੋ ਇਹ ਜਿਹੜਾ ਮੱਧ ਪੂਰਬ ਹੈ ਉਸ ਨੂੰ ਉਹਦਾ ਯੂਰਪ ਦੇ ਵਿੱਚ, ਨਾਰਥ ਅਮਰੀਕਾ ਦੂਰ ਹੈ ਪਰ ਯੂਰਪ ਦੇ ਨਾਲ ਹੀ ਨਾਰਥ ਅਮਰੀਕਾ, 2 ਅਸੀਂ 3 ਦੇਸ਼ ਨੇ ਜਿਹੜੇ ਉਹ ਕੁਛ ਨਹੀਂ। ਸੋ ਇਹ ਭੂਮੱਧ ਦੀ ਜਿਹੜੀ ਰਾਜਨੀਤੀ ਹੈ ਇਹ ਬੜੀ ਅਲੱਗ ਹੋ ਰਹੀ ਹੈ ਉੱਥੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਜਿਹੜੇ ਚੇਂਜਸ ਉੱਥੇ ਆਉਣੇ ਨੇ ਉਹ ਇਹ ਨੇ। ਇਜ਼ਰਾਈਲ ਨਾਲ ਇਹ ਦੇਸ਼ ਲੱਗ ਗਏ, ਜਦ ਦੁਬਈ ਲੱਗ ਗਿਆ, ਸਾਊਦੀ ਅਰਬ ਲੱਗ ਗਿਆ, ਤੇ ਕਤਰ ਲੱਗ ਗਿਆ। ਬਹਿਰੀਨ ਹਲੇ ਔਖਾ ਕਿਉਂਕਿ ਅਲ ਜਜ਼ੀਰਾ ਬਹਿਰੀਨ ਦੇ ਵਿੱਚ ਹੈ, ਬਹਿਰੀਨ ਦਾ ਬਲੌਕਡ ਕੀਤਾ ਸੀ। ਬਹਿਰੀਨ ਨੂੰ ਮਨਾ ਰਹੇ ਨੇ ਇਹ ਹੁਣ ਵੀ ਤੂੰ ਟਿਕ ਜਾ। ਬਹਿਰੀਨ ਦੇ ਨੂੰ ਮਨਾਉਣ ਦੇ ਲਈ ਨਾਲ ਕੰਮ ਜਿਹੜਾ ਅਮਰੀਕਾ ਵੀ ਕਰ ਰਿਹਾ, ਬਾਕੀ ਕੋਈ ਵੱਡੇ ਪਲੇਅਰ ਨਹੀਂ ਹੈ। ਮਿਸਰ ਦੇ ਵਿੱਚ LCC ਦਾ ਬਹੁਤ ਔਖਾ ਹੈ, ਮੁਸਲਿਮ ਬ੍ਰਦਰਹੁੱਡ ਬਹੁਤ ਵੱਡੇ ਮੁਜ਼ਾਹਰੇ ਕਰ ਰਹੀ ਹੈ। ਸੀਰੀਆ ਨੇ ਜੇ ਅੱਜ ਲੜਾਈ ਬੰਦ ਹੁੰਦੀ ਹੈ 20 ਸਾਲ ਸੀਰੀਆ ਨੇ ਪੈਰ ਹੀ ਨਹੀਂ ਆਉਣਾ। ਤੁਰਕੀ ਬਹੁਤ ਵੱਡਾ ਪਲੇਅਰ ਹੈ, ਤੁਰਕੀ ਨੈਟੋ ਦਾ ਵੀ ਮੈਂਬਰ ਹੈ। ਤੁਰਕੀ ਬੈਲੈਂਸ ਰੱਖਦਾ ਪਾਵਰ। ਐਰਡੋਆਨ ਜਿਹੜਾ ਹੈ ਉਹਦੇ ਵਿੱਚ ਇੱਕ ਦੁਨੀਆ ਤੇ ਆਟੋਮਨ ਐਮਪਾਇਰ ਨੂੰ ਬਣਾਉਣ ਦੀ ਗੱਲ ਜਿਹੜੀ ਉਹਦੇ ਦਿਮਾਗ 'ਚ ਹੈ। ਤੁਸੀਂ ਵੇਖਿਆ ਹੋਊਗਾ, ਮੈਂ ਦੱਸ ਰਿਹਾ ਸੀ ਕੱਲ੍ਹ ਵੀ, ਅਰਤੁਗਰਲ ਜਿਹੜਾ ਇੱਕ ਸੀਰੀਅਲ ਅਰਤੁਗਰਲ ਗਾਜ਼ੀ ਆਟੋਮਨ ਐਮਪਾਇਰ ਦਾ ਜਿਹੜਾ ਰਚੇਤਾ ਸੀ, ਅਰਤੁਗਰਲ ਉਹਦਾ ਪੁੱਤ, ਤੇ ਉਹ
ਉਹਦੀ ਉਹ ਸੀਰੀਅਲ ਪਾਕਿਸਤਾਨ 'ਚ ਦਿਖਾਉਣਾ ਹੈ, ਉਹਨੂੰ ਮਲਟੀ ਮਿਲੀਅਨਸ ਨੇ ਵੇਖਣਾ ਹੈ। ਬਹੁਤ ਵੱਡਾ ਇੱਕ ਨਵੀਂ ਗੱਲ ਉਸੇ ਏਰੀਏ 'ਚ ਤੁਰੀ ਹੋਈ ਹੈ। ਸੋ ਮੱਧ ਪੂਰਬ ਦੀ ਰਾਜਨੀਤੀ ਦੁਨੀਆ ਦੇ ਲਈ ਬਹੁਤ ਵੱਡੀ ਗੱਲ ਹੈ। ਸੋ ਉਹਦੇ 'ਤੇ ਉਹ ਅਨਸਟੇਬਲ ਹੈ, ਉਸ ਨੂੰ ਸਟੇਬਲ ਕਰਨ ਦੇ ਯਤਨ ਦੇ ਵਿੱਚ ਵੱਡੀਆਂ ਵੱਡੀਆਂ ਤਾਕਤਾਂ ਲੱਗੀਆਂ, ਅਤੇ ਨਾਲ ਹੀ ਉਹਦੇ ਵਿੱਚ ਜਦ ਸਟੇਬਲ ਕਰਨਾ, ਉਹਦੇ 'ਚ ਇਹ ਵੀ ਕਰਨਾ ਕਿ ਉਸ ਨੂੰ ਜਿਹੜਾ ਉਹਦੇ 'ਤੇ ਕੰਟਰੋਲ ਵੀ ਕਰਨਾ, ਇਹ ਵੀ ਇਸ਼ੂ ਨਾਲ ਚੱਲ ਰਿਹਾ। ਵਪਾਰਕ ਸੰਦੇਸ਼ਾਂ ਤੋਂ ਬਾਅਦ ਆ ਕੇ ਰਾਸ਼ਟਰਪਤੀ ਦੀ ਡਿਬੇਟ ਬਹਿਸ ਦੀ ਗੱਲ ਕਰਾਂਗੇ। ਸਰਪੰਚ ਨੇ ਕੱਲ ਕੀ ਕੀਤਾ? ਸਲੀਪੀ ਜੋ ਬਾਈਡਨ ਕਹਿ ਰਿਹਾ ਸੀ, ਯੂ ਆਰ ਕਲੌਨ, ਤੂੰ ਜੋਕਰ ਹੈ, ਯੂ ਆਰ ਲਾਇਰ, ਤੂੰ ਝੂਠ ਹੈ, ਤੂੰ ਵਰਸਟ ਜਿਹੜਾ ਪ੍ਰੈਜ਼ੀਡੈਂਟ ਮਿਲਿਆ ਅਮਰੀਕਾ ਨੂੰ। ਪਰ ਸਰਪੰਚ ਨੇ ਨਹੀਂ ਸੁਣੀ ਕਿਸ ਦੀ। ਨਗਾਰਖਾਨੇ 'ਚ ਤੂਤੀ ਦੀ ਕਿੱਥੇ ਸੁਣਦਾ ਹੈ, ਬਾਈਡਨ ਕਿੱਥੇ ਸੁਣਦਾ ਹੈ। ਸਰਪੰਚ ਦੇ ਹੱਥ 'ਚ ਇੱਕ ਗੱਲ ਜਾਂਦੀ ਹੈ ਕਿ ਜਿਹੜੀ ਇਕੋਨਮੀ ਹੈ, ਆਰਥਿਕਤਾ ਬਹੁਤ ਕਾਇਮ ਹੈ। 778 222 0600 ਔਨ ਏਅਰ ਨੰਬਰ ਰਹੇਗਾ। AM 6600 ਸ਼ੇਰੇ ਪੰਜਾਬ ਤੋਂ ਤੁਸੀਂ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਸ਼ਾਮਲ ਹੋ। ਇਸ ਹਿੱਸੇ ਦੇ ਵਿੱਚ ਮੈਂ ਜਿਹੜਾ 15-18 ਮਿੰਟ ਰਹਿ ਗਏ ਆਪਣੇ, ਇਹਦੇ ਵਿੱਚ ਕੱਲ ਜਿਹੜੀ ਡਿਬੇਟ ਹੋਈ ਰਾਸ਼ਟਰਪਤੀ ਦੀਆਂ ਚੋਣਾਂ ਅਮਰੀਕਾ 'ਚ ਨੇ। ਡਿਬੇਟ ਦੇ ਵਿੱਚ ਪਹਿਲਾਂ ਹੀ ਤਵੱਕੋ ਸੀ, ਪਹਿਲਾਂ ਹੀ ਗੱਲ ਸੀ ਕਿ ਟਰੰਪ ਉਹਨਾਂ ਨੇ ਗੱਲ ਸੁਣਨੀ ਨਹੀਂ, ਟਰੰਪ ਉਹਨਾਂ ਨੇ ਆਪਣੀ ਮਰਜ਼ੀ ਕਰਨੀ ਹੈ। ਇਹੀ ਗੱਲ ਹੋਈ। ਜੋ ਬਾਈਡਨ ਨੂੰ ਕਿੱਥੇ ਬੋਲਣ ਦਿੰਦੇ ਆ ਉਹ। ਜੋ ਬਾਈਡਨ ਨੂੰ ਬਹੁਤ ਵਾਰ ਬੜੇ ਤਿੱਖੇ ਸ਼ਬਦ ਬੋਲੇ ਗਏ ਜਿਹੜੇ ਇਸ ਬਹੁਤ ਵੱਡੇ ਅਹੁਦੇ ਦੇ ਲਈ ਚਾਹੀਦੇ ਨਹੀਂ। ਤੂੰ ਝੂਠਾ ਹੈ, ਤੂੰ ਵਰਸ ਹੈ, ਤੂੰ ਜੋਕਰ ਹੈ, ਹਾਊ ਕੈਨ ਆਈ ਟਾਕ ਟੂ ਏ ਕਲੌਨ। ਇਹ ਆ ਸ਼ਬਦ ਜਿਹੜੇ ਵਿਲ ਯੂ ਸ਼ਟ ਅਪ, ਤੂੰ ਮੂੰਹ ਬੰਦ ਕਰੇਗਾ, ਇੱਥੇ ਤੱਕ ਗੱਲ ਹੋਈ। ਵਿਨਰ ਔਰ ਲੂਜ਼ਰ ਦੀ ਗੱਲ ਚੱਲੀ ਕਿ ਇਹਦੇ ਵਿੱਚੋਂ ਕੌਣ ਜਿੱਤਿਆ ਤੇ ਕੌਣ ਇਹਦੇ ਵਿੱਚੋਂ ਹਾਰਿਆ, ਇਹ ਵੀ ਗੱਲ ਚੱਲੀ। ਨਾਲ ਹੀ ਨੈਸ਼ਨਲ ਪੋਸਟ ਨੇ ਅੱਜ ਵੱਡੀ ਇੱਕ ਨਿਊਜ਼ ਬ੍ਰੇਕ ਕਰ ਦਿੱਤੀ ਜਿਹਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਮੂਵ ਟੂ ਕੈਨੇਡਾ, ਮੂਵ ਟੂ ਨਾਰਥ। ਨਾਲ ਦੇ ਜਿਹੜੇ ਸਾਡੇ ਸੂਬੇ ਨੇ, ਉਹਨਾਂ ਸੂਬਿਆਂ ਦੇ ਵਿੱਚੋਂ ਇਹ ਗੱਲ ਚੱਲ ਪਈ ਕਿ ਕੈਨੇਡਾ ਦੇ ਵਿੱਚ ਲੋਕ ਮੂਵ ਕਰਨਗੇ। ਇੱਧਰ ਵਾਸ਼ਿੰਗਟਨ ਦੇ ਵਿੱਚ, ਓਰੇਗਨ ਦੇ ਵਿੱਚ ਇਹ ਗੱਲਾਂ ਚੱਲੀਆਂ। ਇਹ ਜੀ ਡਿਬੇਟ ਨਹੀਂ ਚਾਹੀਦੀ। ਪਹਿਲਾਂ ਵੀ ਹੋਈਆਂ ਨੇ, ਇਹੋ ਜਿਹੀ ਨਹੀਂ ਗੱਲ ਕਿ ਕਦੇ ਨਹੀਂ ਹੋਈਆਂ। ਰਿਚਰਡ ਨਿਕਸਨ ਦੇ ਨਾਲ ਵੀ ਇਹ ਗੱਲ ਅੱਗੇ ਇੱਕ ਵਾਰ ਇਹ ਬੜੇ ਸ਼ਬਦ ਜਿਹੜੇ ਕਰੜੇ ਉਹਨਾਂ ਨੇ ਬੋਲੇ, ਅਤੇ ਕੈਨੇਡੀ ਅਤੇ ਨਿਕਸਨ ਦੀ ਜਿਹੜੀ ਡਿਬੇਟ ਹੋਈ। ਸੋ ਪਰ ਇਹਦੇ 'ਚ ਇਹ ਪਤਾ ਸੀ ਕਿਉਂਕਿ ਬੋਲਣ ਦਾ ਜਿਹੜਾ ਢੰਗ ਹੈ ਆਪਣੇ ਰਾਸ਼ਟਰਪਤੀ ਟਰੰਪ ਦਾ, ਉਹਨਾਂ ਨੇ ਜੋ ਬਾਈਡਨ ਦੀ ਪਰਸਨੈਲਿਟੀ ਹੋਰ ਹੈ, ਪਰ ਜੋ ਬਾਈਡਨ ਆਪਣੇ ਵੱਲੋਂ ਬੋਲਦੇ ਰਹੇ। ਜੋ ਬਾਈਡਨ ਦੀ ਪਰਫਾਰਮੈਂਸ ਦੀ ਜੇ ਗੱਲ ਕਰੀਏ, ਕਿਉਂਕਿ ਇੱਕ ਤੇਜ਼ ਤਰਾਰ ਬੋਲਣ ਵਾਲਾ ਬੰਦਾ ਹੈ, ਅਤੇ ਜੋ ਬਾਈਡਨ ਦਾ ਆਰਾਮ ਦੇ ਨਾਲ ਬੋਲਣਾ ਜਿਹੜਾ ਹੈ ਉਹ ਸੂਤ ਨਹੀਂ ਸੀ ਆ ਰਿਹਾ, ਉਹਨੂੰ ਉਹ ਸਮਾਂ ਨਹੀਂ ਸੀ ਦੇ ਰਹੇ। ਇਹ ਇੱਕ ਵੱਡਾ ਇਸ਼ੂ ਜਿਹੜਾ ਹੋਇਆ। ਪਰ ਜਿਹੜੇ ਸ਼ਬਦਾਵਲੀ ਵਰਤੀ ਗਈ ਬਾਈਡਨ ਵਾਲੇ ਪਾਸੇ ਨੂੰ, ਰਾਸ਼ਟਰਪਤੀ ਟਰੰਪ ਉਹਨੂੰ ਲੈਫਟ ਦੀ ਗੱਲ ਕਹਿ ਰਿਹਾ ਸੀ। ਤੂੰ ਲੈਫਟਿਸਟ ਹੈ, ਖੱਬੇ ਪੱਖੀ ਹੈ, ਤੈਂ ਕੀ ਕਰਨਾ ਹੈ, ਤੈਂ ਕੰਟਰੀ ਬੰਦ ਕਰ ਦੇਣੀ ਸੀ, ਮੈਂ ਕੰਟਰੀ ਖੋਲ੍ਹ ਕੇ ਰੱਖੀ ਹੈ, 2 ਮਿਲੀਅਨ ਬੰਦਾ ਮਰ ਜਾਣਾ ਸੀ, ਹਲੇ 2 ਲੱਖ ਮਰਿਆ, ਮੈਂ ਇਹਨੂੰ ਸਾਂਭ ਲਿਆ। ਅਤੇ ਇਹ ਗੱਲਾਂ ਚੱਲੀਆਂ। ਅਤੇ ਇਕੋਨਮੀ ਦੀ ਗੱਲ, ਉਹ ਕਹਿੰਦਾ ਦੇਖ ਇਕੋਨਮੀ ਕਿੱਥੇ ਫਿਰਦੀ ਹੈ ਮੇਰੀ। ਓਬਵੀਅਸਲੀ ਸਾਰੇ ਲੋਕ ਇਹ ਤਾਂ ਕਹਿੰਦੇ ਨੇ ਕਿ ਰਾਸ਼ਟਰਪਤੀ ਟਰੰਪ ਨੂੰ ਦੇਸ਼ ਦੀ ਇਕੋਨਮੀ ਵਾਲੇ ਪਾਸੇ ਚਲਾਉਣੀ ਹੁੰਦੀ, ਪਰ ਉਹਨਾਂ ਦਾ ਗੱਲਬਾਤ ਕਰਨ ਦਾ ਢੰਗ, ਜ਼ਿੰਦਗੀ, ਤਰਜ਼ ਜ਼ਿੰਦਗੀ, ਨਾਲੇ ਹੁਣ 70+ 'ਤੇ ਜਾ ਕੇ ਉਹ ਕੀ ਬਦਲਣੀ ਹੈ। ਅਮੀਰ ਬੰਦਾ ਜਦ ਉਹਦਾ ਵਿਚਰਨ ਦਾ ਇੱਕ ਢੰਗ ਹੈ, ਉਹਦਾ ਬੋਲਣ ਦਾ, ਸਾਰੀ ਜ਼ਿੰਦਗੀ ਇਸ ਤਰ੍ਹਾਂ ਬੋਲਿਆ ਉਹ ਉਸ ਤਰ੍ਹਾਂ ਹੀ ਉਹਨਾਂ ਨੇ ਬੋਲਣਾ। ਆਪਸ ਵਿੱਚ ਵੱਡੀ ਗੱਲ ਇਹ ਹੋਈ ਕਿ ਜਿਹੜੇ ਨਸਲਵਾਦੀ ਲੋਕ ਨੇ, ਜਿਹੜੇ ਚਿੱਟੇ ਨਸਲਵਾਦੀ ਲੋਕ ਨੇ, ਵਾਈਟ ਸੁਪਰਾਮੈਸਿਸਟ ਨੇ, ਜਿਹੜੇ ਸੁਪਰਮੇਸੀ ਦੀ ਗੱਲ ਆ, ਉਹਨੂੰ ਨਗਲੈਕਟ ਨਹੀਂ ਕੀਤਾ ਰਾਸ਼ਟਰਪਤੀ ਟਰੰਪ ਨੇ। ਉਹ ਹੁਣ ਪਤਾ ਲੱਗੂ। ਕਲੀਵਲੈਂਡ ਦੇ ਵਿੱਚ ਰਾਤ ਲੋਕ 20 ਦੇ ਕਰੀਬ ਬੈਠੇ ਸੀ, CNN ਲਾਈਵ ਹੋ ਰਿਹਾ ਸੀ। ਉਹ 'ਚ 2 ਬੰਦਿਆਂ ਨੇ ਕਿਹਾ, ਇੱਕ ਕਹਿੰਦਾ ਵੀ ਬਾਈਡਨ ਜਿੱਤਿਆ, ਦੂਜੇ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਜਿੱਤਿਆ।
ਇੰਨੀ ਗੱਲ ਹੋਈ ਹੈ ਬਸ। ਬਾਕੀ 20 ਦੇ ਵਿੱਚ 18 ਜਿਹੜੇ ਸੀ ਉਹ ਕਹਿੰਦੇ ਅਨਡਿਸਾਈਡਡ ਆ, ਅਸੀਂ ਇਸ ਦੇ ਵਿੱਚੋਂ ਕੁਝ ਕੱਢਣ ਪਾਉਣ ਨੂੰ ਨਹੀਂ। ਰੁਤਬਾ ਬਹੁਤ ਵੱਡਾ ਹੈ। ਦ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹੜੀ ਸੀਲ ਹੈ, ਜਿਹੜੀ 에ਅਰ ਫੋਰਸ ਬਨ ਤੇ ਸੀਲ ਹੈ, ਵਾਈਟ ਹਾਊਸ ਦੇ ਓਵਲ ਆਫਿਸ ਦੇ ਵਿੱਚ ਸੀਲ ਹੈ, ਉਹ ਬਹੁਤ ਵੱਡੀ ਗੱਲ ਹੈ। ਪਰ ਉਹਦੇ ਤੇ ਜਦ ਮਿਆਰ ਉਹਦਾ ਡਿੱਗ ਪਿਆ, ਉਹ ਮਿਆਰ ਨੇ ਜਿਹੜਾ ਉਹ ਤੰਗ ਕਰ ਦਿੱਤਾ ਲੋਕਾਂ ਨੂੰ। ਹਲੇ ਇਹ ਪਹਿਲੀ ਡਿਬੇਟ ਆ, 2 ਹਲੇ ਹੋਣੀਆਂ ਨੇ। ਗੱਲਾਂ ਦੇ ਨਾਲ ਰਾਸ਼ਟਰਪਤੀ ਟਰੰਪ ਨੂੰ ਕੀ ਕੋਈ ਜਿਹੜਾ ਹਰਾ ਦੂ, ਇਹ ਔਖਾ ਹੈ। ਇਹ ਗੱਲ ਕਹਿਣੀ ਜਿਹੜੀ ਔਖੀ ਲੱਗਦੀ ਹੈ। ਪਰ ਲੋਕ ਇਸ ਤੇ ਵੋਟਾਂ ਕਿਵੇਂ ਪਾਉਣਗੇ, ਇਹ ਵੀ ਗੱਲ ਜਿਹੜੀ ਆਉਣ ਵਾਲੇ ਸਮੇਂ 'ਚ ਪਤਾ ਲੱਗੂਗੀ। 778-222-0600 ਨਾਲ ਜੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੋ ਇਸ ਤੇ ਕਰ ਸਕਦੇ ਹੋ ਕਿ ਕਿਵੇਂ ਲੱਗੀ ਤੁਹਾਨੂੰ ਕੱਲ੍ਹ ਦੀ ਡਿਬੇਟ, ਕੌਣ ਇਹਦੇ ਵਿੱਚ ਜਿੱਤਿਆ। 7782220600 ਇਸ ਵਿਸ਼ੇ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਲੱਗੀ ਤੁਹਾਨੂੰ ਕੱਲ੍ਹ ਦੀ ਡਿਬੇਟ। ਅੱਛਾ, ਨਾਲ ਹੀ ਲੋਕਲ ਸਾਡੀ ਪਹਿਲੇ ਵਿਸ਼ੇ ਤੇ ਤੁਸੀਂ ਗੱਲ ਕਰ ਸਕਦੇ ਹੋ, ਪਰ ਮੈਂ ਦੂਜਾ ਵਿਸ਼ਾ ਨਾਲ ਸ਼ੁਰੂ ਕਰਨਾ ਚਾਹੁੰਦਾ। ਉਹ ਇਹ ਹੈ, ਸਾਡੀਆਂ ਸੂਬੇ ਦੀਆਂ ਚੋਣਾਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ, ਕੈਂਪੇਨ ਗਰਮ ਹੈ। ਲਿਬਰਲਸ ਦੇ ਨੇ ਤੇ NDP ਆਪਣੇ ਵੱਲੋਂ ਵਧੀਆ ਕਰਨ ਦਾ ਯਤਨ ਕਰ ਰਹੀ ਹੈ, ਪਰ ਕੁਝ ਗਲਤ ਨਾ ਹੋ ਜਾਵੇ, ਇਹੀ ਕੈਂਪੇਨ ਦੇ ਵਿੱਚ ਹੁੰਦਾ। ਗਲਤ ਕੀ ਹੋਇਆ? ਲਿਬਰਲਸ ਦੇ ਕੁਝ ਉਮੀਦਵਾਰਾਂ ਵੱਲੋਂ ਪੁਰਾਣੇ ਸਮੇਂ 'ਚ ਕੀਤੀਆਂ ਟਿੱਪਣੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ, ਪਰ ਉਹ ਗਲਤੀ ਮੰਨ ਗਏ। ਲੈਂਗਲੀ ਦੇ ਕੌਂਸਲਰ ਮਾਰਗਰੇਟ ਕੰਸਟ ਨੇ ਇੱਕ ਵਾਰ ਜਿਹੜੀ ਸਮਲਿੰਗੀ ਲੋਕਾਂ ਦੇ ਲਈ ਤੁਰਨ ਵਾਲਾ ਰਾਹ, ਜਿਹਦੇ ਤੇ ਇੱਕ ਖਾਸ ਕਿਸਮ ਦੇ ਰੰਗ ਨੇ, ਸਤਰੰਗੀ ਪੀਂਘ ਦੇ ਰੰਗ ਹੁੰਦੇ ਨੇ, ਉਹਦੇ ਅਗੇਂਸਟ ਵਾਕਵੇ ਦੇ ਵੋਟ ਪਾਈ ਸੀ। ਉਹ ਗੱਲ ਬਾਹਰ ਆ ਗਈ। ਇਸ ਨੂੰ ਮੈਂ ਨੇੜਿਓਂ ਆਪ ਵੀ ਵੇਖਿਆ ਕਿ ਸੇਮ ਸੈਕਸ ਜਿਹੜੇ ਇਹ ਸਮਲਿੰਗੀ ਲੋਕ ਨੇ, ਇਹਨਾਂ ਤੇ ਬਹੁਤ ਵੱਡਾ ਇਸ਼ੂ ਹੈ। ਜੇ ਕੋਈ ਗੱਲ ਮਾੜੀ ਜਿਹੀ ਵੀ ਬਾਹਰ ਨਿਕਲ ਆਉਂਦੀ ਹੈ, ਇਹ ਬਹੁਤ ਵੱਡੀ ਗੱਲ ਹੈ। ਇਹ ਜਿਹੜਾ ਇਸ ਦਾ ਬਹੁਤ ਖਿਆਲ ਰੱਖਣਾ ਪੈਂਦਾ ਰਾਜਨੀਤਿਕ ਬੰਦਿਆਂ ਨੂੰ ਵੀ ਇਹ ਨਾ ਗੱਲ ਹੋ ਜਾਵੇ। ਦੂਸਰੀ, ਬਰੂਸ ਬੈਨਮਨ ਜਿਹੜੇ ਮੇਅਰ ਰਹੇ ਨੇ ਐਬਸਫੋਰਡ ਦੇ, ਉਹਨਾਂ ਨੇ 2012 'ਚ ਡਰੱਗ ਯੂਜ਼ਰਸ ਨੂੰ ਜਦ ਉੱਥੇ ਇੱਕ ਸੇਫ ਇੰਜੈਕਸ਼ਨ ਸਾਈਟ ਬਣਾਉਣ ਦੀ ਗੱਲ ਚੱਲੀ ਸੀ, ਉਹ ਕਹਿੰਦੇ ਕ੍ਰਿਮੀਨਲ ਨੇ। ਇਹਨਾਂ ਨੇ ਆਪ ਚੂਜ਼ ਕੀਤਾ ਟੂ ਬੀ ਏ ਕ੍ਰਿਮੀਨਲ, ਟੂ ਬਿਕਮ ਏ ਕ੍ਰਿਮੀਨਲ। ਡਰੱਗ ਯੂਜ਼ਰਸ ਜਿਹੜੇ ਨੇ ਉਹ ਕ੍ਰਿਮੀਨਲ ਨੇ। ਇੱਕ ਕਾਲ ਲੈ ਲਈਏ, ਉਸ ਤੋਂ ਅੱਗੇ ਚੱਲਦੇ ਹਾਂ ਜੀ। ਲਾਈਨ ਨੰਬਰ 1, ਤੁਸੀਂ ਏਅਰ ਤੇ ਹੋ ਜੀ। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ, ਤੁਸੀਂ ਦੱਸੋ ਜੀ। ਹਾਂਜੀ, ਜਿਹੜੀ ਆਪਣੀ ਗਿੱਲ ਸਾਹਿਬ ਜਿਹੜੀ ਡਿਬੇਟ ਦੀ ਗੱਲ ਹੋ ਰਹੀ ਹੈ ਨਾ ਜੀ, ਤੇ ਉਹ ਕਾਫੀ ਸੁਣੀ ਸੀ ਮੈਂ ਵੀ, ਲੇਕਿਨ ਜਿਹੜੇ ਆਮ ਜਿਹੜਾ ਉਹਦੇ ਵਿੱਚ ਇੱਦਾਂ ਹੈਗਾ ਵੀ ਇਹ ਜੇ ਸਹੀ ਦੇਖੇ ਆਮ ਪਬਲਿਕ ਦੀ ਤੌਰ ਤੇ ਦੇਖਿਆ ਜਾਏ ਤੇ ਬਾਈਡਨ ਸਾਹਿਬ ਜਿਹੜੇ ਜੇਤੂ ਸੀ, ਤਾਂ ਕਿ ਜਾ ਕੇ ਉਹਦੀ ਗੱਲ ਹੀ ਨਹੀਂ ਉਹਨੂੰ ਕੋਈ ਕਰਨ ਦਿੱਤੀ। ਇਹ ਤਾਂ ਸਰਪੰਚ ਸਾਹਿਬ ਤਾਂ ਜਿੱਦਾਂ ਬਿਜ਼ਨਸ ਚਲਾਉਂਦੇ ਹੁੰਦੇ ਏਦਾਂ ਸਿਆਸਤ ਨੂੰ ਚਲਾ ਰਹੇ ਆ, ਬਿਲਕੁਲ ਬਿਜ਼ਨਸ ਦੇ ਤੌਰ ਤੇ। ਤੇ ਬਾਕੀ ਇਹ ਵੀ ਹੁਣ ਪਤਾ ਲੱਗ ਰਿਹਾ ਵੀ ਜਿਹੜੀ ਨੈਕਸਟ ਡਿਬੇਟ ਆ ਨਾ, ਉਹ ਸ਼ਾਇਦ ਨਾ ਵੀ ਹੋਵੇ। ਅਗਰ ਜੇ ਉਹ ਡਿਬੇਟ ਹੁੰਦੀ ਆ, ਉਹਦੇ ਵਿੱਚ ਸ਼ਾਇਦ ਮਾਈਕ ਜਿਹੜਾ ਟਰਨ ਬਾਈ ਟਰਨ ਇੱਕ ਦਾ ਬੰਦ ਕੀਤਾ ਜਾਵੇ, ਦੂਸਰਾ ਬੋਲੇ, ਦੂਸਰਾ ਦਾ ਬੰਦ ਕੀਤਾ ਜਾਵੇ, ਦੂਸਰਾ ਬੋਲੇ, ਇਹੀ ਸ਼ਾਇਦ ਹੋ ਜਾਏ, ਤਾਂ ਕਿ ਹਰ ਇੱਕ ਬੰਦੇ ਨੂੰ ਗੱਲ ਕਰਨ ਦਾ ਮੌਕਾ ਮਿਲੇ ਜੀ। ਥੋੜੀ ਇਸ ਤਰ੍ਹਾਂ ਵਿੱਚੋਂ ਲੱਗਦਾ ਵੀ ਸ਼ਾਇਦ ਮੇ ਵੀ ਜੇ ਇਸ ਚੀਜ਼ ਨੂੰ ਉਹ ਡਿਬੇਟ ਨਾ ਵੀ ਹੋਵੇ, ਦੂਸਰੀ ਸੈਕੰਡ ਡਿਬੇਟ ਜਿਹੜੀ ਆ। ਬਾਕੀ ਦੇਖੋ ਅੱਗੇ ਕੀ ਹੁੰਦਾ ਹੈ। ਬਿਲਕੁਲ ਜੀ। ਚਾਲ ਸਾਹਿਬ, ਧੰਨਵਾਦ ਬਹੁਤ ਬਹੁਤ। ਥੈਂਕ ਯੂ। ਓਕੇ, ਥੈਂਕ ਯੂ ਜੀ। ਅੱਛਾ, ਲੋਕਲ ਮੈਂ ਗੱਲ ਕਰ ਰਿਹਾ ਸੀ ਕਿ 2 ਇਹ ਇਸ਼ੂਆਂ ਤੋਂ ਬਾਅਦ ਜਿਹੜਾ ਅਗਲਾ ਇਸ਼ੂ ਆਇਆ ਉਹ ਇਹ ਆ ਗਿਆ ਕਿ ਫਲੀਟਵੁੱਡ ਦੇ ਲਿਬਰਲ ਜਿਹੜੇ ਕੈਂਡੀਡੇਟ ਨੇ ਗੈਰੀ ਥਿੰਦ, ਉਹਨਾਂ ਦੀ ਟੀਮ ਵੱਲੋਂ ਇੱਕ ਮੈਸੇਜ ਕੱਢ ਦਿੱਤਾ। ਜਿੱਤ ਕੱਲ੍ਹ ਵੀ ਆਪਾਂ ਇਸ 'ਤੇ ਗੱਲ ਕੀਤੀ, ਮੇਨ ਸਟਰੀਮ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਹੈ ਕਿ ਜਿਹੜੇ ਡਾਕ ਰਾਹੀਂ ਬੈਲਟ ਮੰਗਾਉਣੇ ਨੇ, ਜਿਹੜੇ ਬਿਮਾਰ ਨੇ, ਢਿੱਲੇ ਨੇ, ਉਹਨਾਂ ਦੀ ਲਿਸਟ ਤਿਆਰ ਕਰੋ, ਛੇਤੀ ਰਜਿਸਟਰਡ ਕਰੋ, ਅਤੇ ਉਹਦੇ ਵਿੱਚ ਤੁਸੀਂ
ਉਹਨਾਂ ਦੇ ਵਿੱਚੋਂ ਉਹਨਾਂ ਦੀ ਨਾਂ, ਉਹਨਾਂ ਦਾ ਐਡਰੈਸ, ਉਹਨਾਂ ਦੀ ਈਮੇਲ, ਉਹਨਾਂ ਦਾ ਡੇਟ ਆਫ ਬਰਥ, ਜਨਮ ਤਰੀਕ, ਤੇ ਨਾਲ ਉਹਦੇ 'ਚੋਂ ਉਹਨਾਂ ਦੀ ਆਈਡੀ ਮੰਗ ਰਹੇ ਹੋ, ਜਿਹੜੀ ਕਿ ਇੱਥੇ ਦੇ ਕਾਨੂੰਨ ਮੁਤਾਬਕ ਠੀਕ ਨਹੀਂ। ਉਸ ਗੱਲ ਦਾ ਬੜਾ ਰੌਲਾ ਪੈ ਗਿਆ। NDP ਨੇ ਵਕੀਲਾਂ ਦੇ ਰਾਹੀਂ ਕੱਲ੍ਹ ਇਲੈਕਸ਼ਨ BC ਨੂੰ ਕਹਿ ਦਿੱਤਾ। ਹੁਣੇ ਹੀ ਅੱਜ ਸਵੇਰੇ ਟਵੀਟ ਵੀ ਕੀਤਾ ਰਵੀ ਕਾਲੋਂ, ਉਹਨਾਂ ਦੀ ਬ੍ਰੇਕਿੰਗ ਨਿਊਜ਼ ਵੀ ਤੁਸੀਂ ਸੁਣੀ ਆ। ਉਹ ਕਹਿੰਦੇ ਬਈ ਇਹ ਠੀਕ ਨਹੀਂ ਹੈ, ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵੀ ਕਿੱਥੇ ਕਿੱਥੇ ਹੋ ਰਹੀ ਹੈ। ਰਵੀ ਕਾਲੋਂ ਉਹਨਾਂ ਨੇ ਇਹ ਗੱਲ ਦਾ, ਤੇ ਜਿਨੀ ਸਿਮਜ਼ ਉਹਨਾਂ ਨੇ ਇਸ ਗੱਲ ਤੇ ਤੌਖਲਾ ਜਿਹੜਾ ਪ੍ਰਗਟਾਇਆ, ਕਿਤੇ ਵੀ ਬਾਕੀ ਰਾਈਡਿੰਗਸ ਤਾਂ ਨਹੀਂ ਇਹ ਗੱਲ ਚੱਲ ਰਹੀ ਹੈ, ਪ੍ਰੈਕਟਿਸ ਤਾਂ ਨਹੀਂ ਚੱਲ ਰਹੀ ਕਿਤੇ ਵੀ ਮੇਲ ਇਨ ਬੈਲਟਸ ਜਿਹੜੇ ਨੇ ਉਹ ਮੰਗਾਏ ਜਾ ਰਹੇ ਹੋਣ, ਰਜਿਸਟਰਡ ਕੀਤੇ ਜਾ ਰਹੇ ਹੋਣ, ਜਾਂ ਅਗਲੀ ਗੱਲ ਪੰਜਾਬ ਦੇ ਲੋਕ ਆਪਣੇ ਤੌਰ 'ਤੇ ਸੋਚਣ ਲੱਗ ਜਾਂਦੇ ਵੀ ਕਿਤੇ ਪੰਜਾਬ 'ਚ ਬੈਠੇ ਬਜ਼ੁਰਗਾਂ ਦੀ ਜਾਣਕਾਰੀ ਲੈ ਕੇ ਉਹਨਾਂ ਦੇ ਬੈਲਟਸ ਤਾਂ ਨਹੀਂ ਮੰਗਾਏ ਜਾ ਰਹੇ। ਲਿਬਰਲਸ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਨਹੀਂ ਅਸੀਂ ਕੁਛ ਨਹੀਂ ਗਲਤ ਕੀਤਾ, ਲੋਕ ਸਦਾ ਹੀ ਮੇਲ ਇਨ ਬੈਲਟਸ ਮੰਗਾਉਂਦੇ ਨੇ। ਉਸ ਤਰ੍ਹਾਂ ਹੀ ਸਾਡੀ ਕੈਂਪੇਨ ਟੀਮ ਨੇ ਇਹ ਕੋਸ਼ਿਸ਼ ਕਰਕੇ ਦੇਖਿਆ ਵੀ ਆਇਡੈਂਟੀਫਾਈ ਕਰੀਏ ਵੀ ਸਾਡੀ ਕੰਸਟੀਚੁਐਂਸੀ ਦੇ ਵਿੱਚ ਕਿੰਨੇ ਕੁ ਬੰਦੇ ਨੇ ਜਿਹੜੇ ਢਿੱਲੇ ਮੱਸੇ ਨੇ, ਅਸੀਂ ਉਹਨਾਂ ਦੀ ਲਿਸਟ ਬਣਾਉਣ ਨੂੰ ਕਿਹਾ ਸੀ। ਪਰ ਲਿਬਰਲਸ ਕਹਿੰਦੇ ਨੇ, ਲਿਬਰਲਸ ਨੇ ਇਹ ਕਹੀ ਆ, NDP ਇਹ ਕਹਿੰਦੀ ਆ ਵੀ ਉਹਦੀ ਲਿਸਟ ਦਾ ਫਿਰ ਜਿਹੜਾ ਸੁਨੇਹਾ ਅਲੱਗ ਹੋਣਾ ਚਾਹੀਦਾ ਤੇ ਵੀ ਆਇਡੈਂਟੀਫਾਈ ਕਰੋ, ਉਹਨਾਂ ਨੂੰ ਕਹੋ ਕਿ ਉਹ ਆਪ ਰਜਿਸਟਰਡ ਹੋਣ ਤੇ ਉਹਨਾਂ ਨੂੰ ਫੋਲੋ ਕਰੋ। ਤੁਸੀਂ ਇੰਟਰਨੈਟ 'ਤੇ ਜਾ ਕੇ ਰਜਿਸਟਰਡ ਕਰੋ, ਆਹ ਇਨਫੋਰਮੇਸ਼ਨ ਲਓ, ਇਹ ਥੋੜ੍ਹੀ ਜਿਹੀ ਗੱਲ ਲੋਕਾਂ ਨੂੰ ਚੁੱਭ ਰਹੀ ਹੈ। ਸੋ ਇਹ ਹਲੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਹਲੇ ਹੋਣਾ ਹੈ, ਬਹੁਤ ਬੜਾ ਕੁਝ ਚੱਲਣਾ ਹੈ। ਪਰ ਇੱਕੋ ਹੀ ਗੱਲ ਹੈ ਕਿ ਕੈਂਪੇਨ ਜਿਹੜੀ ਹੈ, ਇੱਕ ਤਾਂ ਇਹਦੇ 'ਤੇ ਪਰਸਨਲੀ ਨਾ ਜਾਇਆ ਜਾਵੇ, ਨਿੱਜੀ ਤੌਰ 'ਤੇ ਨਾ। ਦੋ ਬੰਦੇ ਖੜ੍ਹਿਆ, ਦੋ ਪਾਰਟੀਆਂ ਵੱਲੋਂ ਖੜ੍ਹਿਆ, ਉਹਨਾਂ ਦਾ ਨਿੱਜੀ, ਹਾਂ ਕੋਈ ਉਹਨੇ ਇਹੋ ਜਿਹੇ ਅਫੈਂਸ ਕੀਤੀ ਆ ਕਿ ਜਿਹੜਾ ਇਲੈਕਸ਼ਨ ਐਕਟ ਦੇ ਥੱਲੇ ਉਹ ਕੈਂਡੀਡੇਟ ਨਹੀਂ ਹੋ ਸਕਦਾ, ਉਹ ਤਾਂ ਗੱਲ ਹੋ ਸਕਦੀ ਹੈ। ਪਰ ਜੇ ਇਹ ਗੱਲ ਹੋਵੇ ਕਿ ਇਹਦੇ 'ਤੇ ਧੂੰਆਂ ਰੋਲ ਕਰਕੇ, ਇਹਦੇ 'ਤੇ ਗੜਬੜ ਕਰਕੇ, ਇਹਦੇ 'ਤੇ ਬੋਲ ਕੇ, ਵੱਧ ਗੱਲ ਕਰਕੇ, ਉਹ ਗੱਲ ਨਾ ਹੋ ਜਾਵੇ ਕਿਤੇ, ਉਸ ਗੱਲ ਦੀ ਮੈਂ ਨਿੱਜੀ ਤੌਰ 'ਤੇ, ਤੁਸੀਂ ਇਸ ਨੂੰ ਜੇ ਲੈ ਕੇ ਵੀ ਨਿੱਜੀ ਤੌਰ 'ਤੇ ਇੱਕ ਦੂਜੇ 'ਤੇ ਹਮਲੇ ਕਰਨ ਲੱਗ ਜੀ ਆਪਾਂ, ਉਹ ਨਾ ਕਰੀਏ। 778-222-0600 ਨੰਬਰ ਹੈ ਜੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੋ। ਹਰਜੀਤ ਗਿੱਲ ਸ਼ੋਅ ਦੇ ਸਪਾਂਸਰ ਨੇ ਸਰਦਾਰ ਪਰਮਿੰਦਰ ਸਿੰਘ ਥਿੰਦ, 604-828-7213, ਅਲਬਰਟਾ ਤੇ BC ਸੇਵਾਵਾਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਮੌਰਗੇਜ, ਸੁਪਰਵੀਜ਼ਾ, ਡਿਸੇਬਿਲਿਟੀ ਦੀ ਇੰਸ਼ੋਰੈਂਸ ਜਿਹੜੀ ਹੈ ਉਹ ਤੁਸੀਂ ਕਰਾ ਸਕਦੇ ਹੋ। ਡਿਸੇਬਿਲਿਟੀ ਦੀ ਇੰਸ਼ੋਰੈਂਸ 'ਤੇ 20% ਦੇ ਕਰੀਬ ਡਿਸਕਾਊਂਟ ਹੈ। ਇਹਦੇ ਨਾਲ ਹੀ ਤੁਸੀਂ ਸੁਪਰਵੀਜ਼ੇ ਲਈ ਅਪਲਾਈ ਕਰਨਾ ਹੈ ਤਾਂ ਉਹਨਾਂ ਦਾ ਮਾਪਿਆਂ ਦਾ ਇੰਸ਼ੋਰੈਂਸ ਕਰਾਉਣਾ, ਤਾਂ ਉਹਦੇ ਲਈ ਵੀ 604-828-7213 ਤੇ ਗਗਨ ਸਿੰਘ ਪੰਜਾਬ ਫੋਰੈਕਸ 604-349-1313 ਪੰਜਾਬ ਨੂੰ ਡਾਲਰਾਂ ਦੇ ਰੁਪਈਏ ਤੇ ਰੁਪਈਆਂ ਦੇ ਵਧੀਆ ਡਾਲਰ ਭੇਜਦੇ ਨੇ। ਦਾਅਵਾ ਤੇ ਵਾਅਦਾ ਪੱਕਾ, ਅੱਜ ਤੱਕ ਕੋਈ ਉਲਾਂਭਾ ਨਹੀਂ, ਜਿਹੜੀ ਗੱਲ ਕਹਿ ਦਿੱਤੀ ਉਹ ਕਰਦੇ ਆ। 604-349-1313 6043491313। ਮੌਸਮ ਬਾਹਰ ਧੁੱਪ ਤਾਂ ਨਿਕਲਿਆ ਹੀ, ਪਰ ਹਲੇ ਵੀ ਸਮੌਗ ਹੈ ਬਹੁਤ, ਤੇ ਮੈਂ ਦੇਖ ਰਿਹਾ ਬਿਲਕੁਲ ਖਿੜਕੀਆਂ ਦੇ ਮੇਰੇ ਸਟੂਡੀਓ ਦੇ ਵਿੱਚੋਂ ਸਾਹਮਣੇ ਬਿਲਕੁਲ ਜਿਹੜੀ ਹੈ ਗ੍ਰੌਸ ਮਾਊਂਟਨ ਦਿਖਦੀ ਹੈ। ਬਰਫ਼ ਦਾ ਸਮਾਂ ਹੋ ਰਿਹਾ, ਦੋਨੇ ਜਿਹੜੀਆਂ ਸਕੀਇੰਗ ਵਾਲੀਆਂ ਸਟ੍ਰਿਪਸ ਨੇ ਉਹਨਾਂ ਦੀਆਂ ਬਿਲਕੁਲ ਦਿਖ ਰਹੀਆਂ ਨੇ। ਉਹਦੇ ਨਾਲ ਹੀ ਖੱਬੇ ਬੰਨੇ ਮਾਊਂਟ ਸੀਮੋਰ ਹੈ, ਉਹ ਵੀ ਦਿਖ ਰਹੀ ਹੈ, ਤੇ ਸਾਈਪਰਸ ਹੈ ਤੇ ਸੀਮੋਰ, ਤਿੰਨੇ ਹੀ ਸਾਡੇ ਸਕੀ ਏਰੀਏ ਨੇ। ਸੋ ਇਹ ਜਿਹੜੀ ਇਸ ਰਾਜਨੀਤੀ ਨੂੰ, ਇਸ ਕੈਂਪੇਨ ਨੂੰ, ਸਾਰੇ ਜਿੰਨੇ ਵੀ ਆਪਣੇ ਪੰਜਾਬੀ ਨੇ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਦਾ, ਕੈਂਡੀਡੇਟਸ ਨੂੰ, ਸੁਨੇਹਾ ਵੀ ਤੁਸੀਂ ਆਪਣਾ ਦੇ ਸਕਦੇ ਹੋ, ਤੁਹਾਡੀ ਗੱਲ ਵੀ ਹੋਏਗੀ, ਪਰ ਇਸ ਨੂੰ ਨਿੱਜੀ ਤੌਰ 'ਤੇ ਆਪਾਂ ਇਸ ਜਗ੍ਹਾ 'ਤੇ ਨਹੀਂ ਲੈ ਕੇ ਆਉਣਾ ਕਿ ਅਸੀਂ ਇੱਕ ਦੂਜੇ ਦੇ ਉੱਪਰ ਚਿੱਕੜ ਸਿੱਟੀਏ। ਇਹ ਬਹੁਤ ਖਿਆਲ ਰੱਖਣ ਦੀ ਲੋੜ। ਹੁਣੇ ਹੀ ਮੇਰੇ ਤੋਂ ਬਾਅਦ ਨਿੰਮੀ ਡੌਲਾ ਜੀ ਨੇ ਤੁਹਾਡੇ ਸਨਮੁਖ ਹੋਣਾ ਨਿੰਮੀ ਡੌਲਾ ਸ਼ੋਅ ਦੇ ਵਿੱਚ, ਜਿਹਨੂੰ ਤੁਸੀਂ ਬਹੁਤ ਮਾਣਦੇ ਹੋ, ਬਹੁਤ ਆਨੰਦ ਲੈਂਦੇ ਹੋ। ਪੰਜਾਬ ਪਹੁੰਚਦੇ ਹੋ, ਪੰਜਾਬ ਦੇ ਵਿੱਚ ਬੈਠੇ ਫਿਰ ਗੀਤ ਬੁਝਾਰਤਾਂ, ਨਿੰਮੀ ਡੌਲਾ ਜੀ ਦੀ ਟਿਊਨ ਛੇਤੀ ਅਸੀਂ ਸ਼ੁਰੂ ਕਰ ਦੇਣੀ ਹੈ, ਮੌਜਾਂ ਮਾਣ ਲੈ, ਉਹਦੇ ਵਰਗੀ ਰੀਸ ਨਹੀਂ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਅਲੱਗ-ਅਲੱਗ ਵਿਸ਼ਿਆਂ 'ਤੇ, ਪੰਜਾਬ ਤੋਂ ਚੱਲ ਕੇ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੀ ਗੱਲ,
ਮੱਧ ਪੂਰਬ ਦੀ ਰਾਜਨੀਤੀ ਕੀ ਕਹਿੰਦੀ ਹੈ, ਲੋਕਲ ਰਾਜਨੀਤੀ ਕੀ ਕਹਿੰਦੀ ਹੈ। ਕੱਲ੍ਹ ਨੂੰ ਫੇਰ 9 ਵਜੇ ਤੁਹਾਡੇ ਨਾਲ ਤੁਹਾਡੀ ਸੇਵਾ 'ਚ। ਉਦੋਂ ਪਹਿਲਾਂ ਡਾਕਟਰ ਸ਼ਿੰਦਰ ਪੁਰੇਵਾਲ 6 ਤੋਂ 9 ਵਜੇ ਤੱਕ, 9 ਤੋਂ 11 ਤੱਕ ਹਰਜੀਤ ਗਿੱਲ ਸ਼ੋਅ ਦੇ ਵਿੱਚ। ਮੇਰੇ ਤੋਂ ਬਾਅਦ ਨਿਮੀ ਡੌਲਾ ਜੀ ਦਾ ਸ਼ੋਅ, ਉਸ ਤੋਂ ਬਾਅਦ ਨਵਜੋਤ ਜੀ ਦੀ ਰੋਸ਼ਨੀ, ਉਸ ਤੋਂ ਬਾਅਦ ਜਸਵੀਰ ਰਮਾਣਾ, ਉਸ ਤੋਂ ਬਾਅਦ ਪਾਲ ਬਰਾੜ। 6 ਤੋਂ ਲੈ ਕੇ ਰਾਤ ਦੇ 8 ਤੱਕ 14 ਘੰਟੇ ਲਾਈਵ ਜਿਹੜਾ ਤੁਹਾਡੀ ਸੇਵਾ ਦੇ ਵਿੱਚ ਇਹ ਰੇਡੀਓ ਰਹਿੰਦਾ। ਅਤੇ 778 222 0600 ਇਹੀ ਨੰਬਰ ਵਰਤ ਲਿਓ ਐਡਵਰਟਾਈਜ਼ਮੈਂਟ ਲਈ। ਜੇ ਕੋਈ ਵੀ ਸ਼ੋਅ ਤੁਸੀਂ ਐਡਵਰਟਾਈਜ਼ ਕਰਨਾ ਹੈ, ਸਪਾਂਸਰ ਕਰਨਾ, 778 222 0600 'ਤੇ। ਮੈਨੂੰ ਦਿਓ ਇੱਥੇ ਇਜਾਜ਼ਤ। ਚੜ੍ਹਦੀ ਕਲਾ ਦੇ ਵਿੱਚ ਰਹੋ। ਆਪਣੇ ਆਜ਼ਾਦ ਸੋਚ ਦਾ ਜਿਹੜਾ ਪ੍ਰਗਟਾ ਕਰਨਾ ਹੈ, ਸੱਚ ਦੀ ਗੱਲ ਕਰਨੀ ਹੈ, ਹੱਕ ਤੇ ਸੱਚ ਦੀ ਗੱਲ ਕਰਨੀ ਹੈ ਸਦਾ। ਕਿਤੇ ਵੀ ਸਤਿਕਾਰ ਨੂੰ ਗਵਾਉਣਾ ਨਹੀਂ, ਪਰ ਹਰ ਇੱਕ ਦੀ ਇੱਜ਼ਤ ਕਰਨੀ ਹੈ, ਪਰ ਸੱਚ ਤੋਂ ਕਦੇ ਪਿੱਠ ਨਹੀਂ ਕਰਨੀ। ਇਹ ਸ਼ੇਰੇ ਪੰਜਾਬ ਦਾ ਪਹਿਲੇ ਦਿਨੋਂ ਰੂਲ ਰਿਹਾ ਅਤੇ ਸ਼ੇਰੇ ਪੰਜਾਬ ਇਸੇ ਤਰ੍ਹਾਂ ਹੀ ਤੁਹਾਡੀ ਸੇਵਾ 'ਚ ਹਾਜ਼ਰ ਰਹੇਗਾ। 24 ਘੰਟੇ 7 ਦਿਨ ਤੁਹਾਡੀ ਸੇਵਾ 'ਚ ਹਾਜ਼ਰ ਰਹੂਗਾ ਸ਼ੇਰੇ ਪੰਜਾਬ। ਜ਼ਿੰਦਾਬਾਦ।